लूका की इंजील 24 है, रजायत पढ़ते हैं पहला। मिल गया सानू? हालेलुया हालेलुया। किन्ने सच में संदेश सुनना चाहते हैं? किन्ने खुश हैं कि ਅਸੀਂ ਸੰਦੇਸ਼ ਸੁਣਨ ਲਈ ਜਾ ਰਹੇ ਹਾਂ? ਹਾਲੇਲੂਇਆ ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਓ ਅਸੀਂ ਪੜ੍ਹਦੇ ਹਾਂ। ਅਤੇ ਵੇਖੋ ਮੈਂ ਆਪਣੇ ਪਿਤਾ ਦਾ ਇਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੀਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ। ਔਰ ਇਸੇ ਦੇ ਨਾਲ ਅਸੀਂ ਪੜ੍ਹਦੇ ਹਾਂ ਰਸੂਲਾਂ ਦੇ ਕਿਤਾਬ ਪਹਿਲਾ ਅਧਿਆਇ ਉਹਦੀ 8 ਐਤ ਨੂੰ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਪਰ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆਂ ਅਤੇ ਸਾਮਰੀਆਂ ਵਿੱਚ ਸਗੋਂ ਧਰਤੀ ਦੇ ਬੰਨੇ ਤੀਕ ਮੇਰੇ ਗਵਾਹ ਹੋਵੋਗੇ। आओ सब सिरां झुकाइए, अखां बंद कर लें। महान स्वर्गीय पिता यीशु नासरी, प्रभु तू इस वचन का महान रचनहारा है और तेथों वख होके असीं कुछ नहीं कर सकते। और तेरा वचन तेरा वादा है प्रभु, तू आख्या है कि जेकर तुसीं मेरे विच बने रहो तो मेरियां गल्लां तुहाडे विच बणियां रहन, तो जो चाहो जो मंगो तुहाडे लई हो जावेगा। प्रभु असीं इन्हां सब चीज़ां नूं तेरे वचन दे द्वारा करना चाहुंदे हां। हालेलुया। और जिद्दां प्रभु तू हुण तक इस मीटिंग दे विच अपने होण दा सबूत दिता है, चाहुंदे हां कि प्रभु इस वचन दे जरिए साडे सबना दे नाल बोल। असीं तैनूं सुनना चाहुंदे हां, क्योंकि जब तू बोलदा है तो चमत्कार हुंदे हैं। जब तू बोलता है तो साडा सुधार हुंदा है। जब तू बोलता है तो सानू बरकत मिलती है। मेरी बेनती है कि तू बोल, असीं सब हाजिर हैं। दुआ नूं सुन कबूल कर। दुआ प्रभु यीशु मसीह दे नाम। आमीन। इस सब आदर सहित बैठ सकते हैं। हालेलुया हालेलुया। साडे कोल अज एक मैसेज आ जिसका नाम है गवाह। और भाई ब्रैनम ने 5 अप्रैल 1953 ਦੇ ਵਿੱਚ ਪ੍ਰਚਾਰਿਆ ਹੈ। ਹਾਲੇਲੂਇਆ 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 ਹਾਲੇਲੂਇਆ। ਹਾਂ, ਅੱਜ ਬਹੁਤ ਘੱਟ ਲੋਕ ਆ, ਜਿੱਦਾਂ ਠੰਡ ਮੇਰੇ ਕੋਲ ਬਹੁਤ ਜ਼ਿਆਦਾ ਹੈ ਨਾ, ਔਰ ਲਾਤਰ ਭੈਣ ਭਰਾ ਨਹੀਂ ਆ ਪਾਏ। ਤੁਹਾਨੂੰ ਯਾਦ ਹੋਣਾ ਕਿ ਆਪਾਂ ਪਿਛਲੇ ਹਫਤੇ ਸੰਦੇਸ਼ ਪ੍ਰਚਾਰਿਆ ਸੀ ਜੋ ਆਮੀਨ ਆਮੀਨ, ਹੈ ਨਾ? ਕਿੰਨਾਂ ਨੂੰ ਯਾਦ ਆ? ਆਮੀਨ। याद है ना सारे लोग? प्रभु तुहानू सब नूं बहुत बरकत देवे। असीं ये प्रचार कीता सीगा, जे तुसीं नेचा कीती तां की तुहानू तराना मिलिया। और इहदे नाल ही आपां गल कीती सी भी हो सकदा आपां अगला जिहड़ा मैसेज आ ਇਹ ਪ੍ਰਚਾਰਾਂਗੇ ਕਿ ਗਵਾਹ ਇੱਕ ਗਵਾਹ ਹੋਣ ਦੇ ਕੀ ਪ੍ਰੋਪਰ ਸਮੱਗਰੀ ਚਾਹੀਦੀ ਹੈ, ਕੀ ਜ਼ਰੂਰੀ ਸ਼ਰਤਾਂ ਨੂੰ ਪੂਰਾ ਕੀਤਾ ਜਾਣਾ ਹੈ ਇੱਕ ਗਵਾਹ ਹੋਣ ਦੇ ਲਈ। ਹਾਲੇਲੂਇਆ। ਹੁਣ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਗਵਾਹ ਅਗਰ ਪ੍ਰਭੂ ਦਾ ਹੋਣਾ ਆ ਤੇ ਜ਼ਰੂਰੀ ਨਹੀਂ ਕਿ ਜੇ ਪਾਸਟਰ ਹੋਵਾਂਗੇ ਤਾਂ ਹੀ ਪ੍ਰਭੂ ਦਾ ਗਵਾਹ ਹੋ ਸਕਦੇ ਆ, ਜੇਕਰ ਨਬੀ ਹੋਵਾਂਗੇ ਤੇ ਤਾਂ ਹੀ ਗਵਾਹ ਹੋ ਸਕਦੇ ਆ, ਜੇ ਚਰਚ ਦੇ ਵਿੱਚ ਡੀਕਣ ਹੋਵਾਂਗੇ ਤਾਂ ਹੀ ਪ੍ਰਭੂ ਦੇ ਗਵਾਹ ਆ। ਹਾਲੇਲੂਇਆ ਹਾਲੇਲੂਇਆ। ਗਵਾਹ ਭੈਣਾਂ ਵੀ ਹੋ ਸਕਦੀਆਂ ਆ, ਹੈਨਾ? ਤੇ ਕੋਈ ਭੈਣ ਪਾਸਟਰ ਨਹੀਂ ਹੋ ਸਕਦੀ, ਪਰ ਪ੍ਰਭੂ ਦੀ ਗਵਾਹ ਹੋ ਸਕਦੀ ਆ। ਹਾਲੇਲੂਇਆ ਹਾਲੇਲੂਇਆ। ਔਰ ਗਵਾਹ ਕੋਈ ਵੀ ਹੋ ਸਕਦਾ ਆ। ਇੱਕ ਬੱਚਾ ਗਵਾਹ ਹੋ ਸਕਦਾ ਆ, ਇੱਕ ਬਜ਼ੁਰਗ ਗਵਾਹ ਹੋ ਸਕਦਾ ਆ। ਉਹ ਭਾਵੇਂ ਪਾਸਟਰ ਨਹੀਂ ਵੀ ਆ ਤਾਂ ਵੀ ਗਵਾਹ ਹੋ ਸਕਦਾ ਆ। ਉਹ ਭਾਵੇਂ ਡੀਕਨ ਨਹੀਂ ਵੀ ਆ ਤਾਂ ਵੀ ਉਹ ਗਵਾਹ ਹੋ ਸਕਦਾ ਆ। ਉਹ ਭਾਵੇਂ ਇੱਕ ਐਲਡਰ ਹੈਗਾ ਜਾਂ ਨਹੀਂ ਹੈਗਾ ਤਾਂ ਵੀ ਉਹ ਪ੍ਰਭੂ ਦਾ ਇੱਕ ਕੀ ਹੋ ਸਕਦਾ ਆ? ਗਵਾਹ ਹੋ ਸਕਦਾ ਆ। ਭਾਵ ਇਹ ਕੋਈ ਅਹੁਦਿਆਂ ਦੇ ਉੱਤੇ ਚੀਜ਼ ਨਿਰਧਾਰਿਤ ਨਹੀਂ ਆ, ਜਾਂ ਅਹੁਦਿਆਂ ਦੇ ਦੁਆਰੇ ਨਹੀਂ ਕਿ ਇਹੀ ਗਵਾਹ ਹੋ ਸਕਦੇ ਆ, ਇਹਦੇ ਇਲਾਵਾ ਕੋਈ ਹੋਰ ਗਵਾਹੀ ਦੇ ਨਹੀਂ ਸਕਦਾ।
ਕਿਹਨਾਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਹਾਲੇਲੂਇਆ। ਔਰ ਅਸੀਂ ਇਸ ਜਗ੍ਹਾ ਤੇ ਪੜ੍ਹਦੇ ਹਾਂ, ਜਿਸ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਆਪਣੇ ਉਠਾਏ ਜਾਣ ਤੋਂ ਪਹਿਲਾਂ ਜੋ ਆਖਰੀ ਗੱਲਾਂ ਕਰ ਰਿਹਾ ਆ, ਉਹ ਇਹੀ ਗੱਲਾਂ ਕਰ ਰਿਹਾ ਆ ਕਿ ਤੁਸੀਂ ਮੇਰੇ ਕੀ ਹੋਣਾ ਆ? ਗਵਾਹ ਹੋਣਾ ਆ। ਹਾਲੇਲੂਇਆ। ਤੁਸੀਂ ਕੀ ਹੋਣਾ? ਮੇਰੇ ਗਵਾਹ। ਹੁਣ ਗਵਾਹ ਜੇ ਹੋਣਾ ਆ ਤੇ ਗਵਾਹ ਕਿੱਦਾਂ ਦੇ ਹੋਣਾ ਆ? ਹਾਲੇਲੂਇਆ। ਸਭ ਧਿਆਨ ਕਰਿਓ। ਭਾਈ ਮੋਹਨ ਜੀ ਜੇ ਦਰਵਾਜ਼ਾ ਲਾ ਦੋ ਤੇ ਵਧੀਆ ਹੈ ਨਾ। ਇੱਕ ਤਾਂ ਆਵਾਜ਼ ਨਹੀਂ ਆਊਗੀ ਤੇ ਇੱਕ ਆਵਾਜ਼ ਆਪਣੀ ਨਾ ਇੱਥੇ ਰਹੂਗੀ। ਇਹਨਾਂ ਭੈਣਾਂ ਭਰਾਵਾਂ ਦੀ ਬਰਕਤ ਦਾ ਕਾਰਨ ਨੇ। ਹਾਲੇਲੂਇਆ। ਭਾਈ ਗੱਲ ਕਰ ਰਿਹਾ ਗਵਾਹ ਕਿੱਦਾਂ ਦਾ ਹੋਣਾ ਚਾਹੀਦਾ ਹੈ। ਪਰ ਪ੍ਰਭੂ ਨੂੰ ਪਤਾ ਸੀਗਾ ਕਿ ਕੁਝ ਏਦਾਂ ਦਾ ਇਸ ਧਰਤੀ ਦੇ ਉੱਤੇ ਵਾਪਰਨਾ ਆ। ਤੁਹਾਨੂੰ ਪਤਾ ਆ ਕਿ ਪੌਲਸ ਵੀ ਜਦ ਇਸ ਧਰਤੀ ਤੇ ਸੀ ਤਾਂ ਕਹਿੰਦਾ ਮੇਰੇ ਜਾਣ ਪਿੱਛੋਂ ਤੁਹਾਡੇ ਵਿੱਚ ਬੁਰੇ ਬੁਰੇ ਕੀ ਆ ਜਾਣਗੇ? ਬਘਿਆੜ ਆ ਜਾਣਗੇ। ਪਰ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਕਿ ਮੈਂ ਤੁਹਾਨੂੰ ਭੇਡਾਂ ਦੀ ਮਾਨ ਤੇ ਕਿੱਥੇ ਭੇਜਦਾ ਆ? ਬਘਿਆੜਾਂ ਦੇ ਵਿੱਚ ਭੇਜਦਾ ਆ। ਹਾਲੇਲੂਇਆ। ਮੈਂ ਤੁਹਾਨੂੰ ਲੇਲਿਆਂ ਨੂੰ ਕਿੱਥੇ ਭੇਜਦਾ ਆ? ਬਘਿਆੜਾਂ ਦੇ ਵਿੱਚ। ਭਾਵ ਉਹਨਾਂ ਦੇ ਵਿੱਚ ਜਿਨ੍ਹਾਂ ਕੋਲ ਗਿਆਨ ਬਹੁਤ ਜ਼ਿਆਦਾ ਆ, ਜਿਨ੍ਹਾਂ ਕੋਲ ਪੜ੍ਹਾਈ ਲਿਖਾਈ ਬਹੁਤ ਜ਼ਿਆਦਾ ਆ, ਮੈਂ ਉਹਨਾਂ ਕੋਲੇ ਤੁਹਾਨੂੰ ਘੱਲਣਾ ਆ ਜਿਨ੍ਹਾਂ ਦਾ ਮੁਕਾਬਲਾ ਤੁਸੀਂ ਇਨਸਾਨੀ ਮੱਤ ਨਾਲ ਕਰ ਨਹੀਂ ਸਕਦੇ। ਉਹਨਾਂ ਦਾ ਮੁਕਾਬਲਾ ਭਾਵ ਉਹਨਾਂ ਦੇ ਜਵਾਬ ਤੁਸੀਂ ਦੇ ਨਹੀਂ ਸਕਦੇ। ਹਾਲੇਲੂਇਆ। ਆਓ ਥੋੜੀ ਦੇਰ ਅਸੀਂ ਪ੍ਰਭੂ ਦੇ ਵਚਨ ਦਾ ਧਿਆਨ ਕਰਦੇ ਹਾਂ ਔਰ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਇੱਥੇ ਆਪਣੇ ਰਸੂਲਾਂ ਨੂੰ ਪਵਿੱਤਰ ਆਤਮਾ ਦੀ ਯੋਗਤਾ ਦੇ ਲਈ ਨਿਯੁਕਤ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਗਵਾਹ ਬਣਨ। ਹਾਲੇਲੂਇਆ। ਇਸ ਤੋਂ ਪਹਿਲਾਂ ਕਿ ਉਹ ਪ੍ਰਭੂ ਦੇ ਗਵਾਹ ਬਣਨ, ਉਸ ਤੋਂ ਪਹਿਲਾਂ ਉਹ ਉਹਨਾਂ ਦੇ ਲਈ ਕੁਝ ਚੀਜ਼ਾਂ ਨੂੰ ਸਮਝਾਉਣਾ ਚਾਹੁੰਦਾ ਆ। ਉਹ ਦੱਸਣਾ ਚਾਹੁੰਦਾ ਆ ਕਿ ਜਦ ਤੱਕ ਤੁਸੀਂ ਪਵਿੱਤਰ ਆਤਮਾ ਨਾ ਪਾਲੋ ਤਦ ਤੱਕ ਇੱਥੇ ਹੀ ਰੁਕੇ ਰਹੋ ਜੇ। ਇਹਦਾ ਕੀ ਮਤਲਬ ਆ? ਗਵਾਹੀ ਦੇਣ ਦੇ ਲਈ ਜ਼ਰੂਰੀ ਜਿਹੜੀ ਸਮੱਗਰੀ ਚਾਹੀਦੀ ਆ ਉਹ PhD ਦੀ ਡਿਗਰੀ ਨਹੀਂ, LLD ਦੀ ਡਿਗਰੀ ਨਹੀਂ, ਜਾਂ ਮੈਂ ਇੰਨੇ ਸਾਲਾਂ ਦਾ ਕੋਰਸ ਕਰਕੇ ਆਵਾਂਗਾ ਤਾਂ ਹੀ ਗਵਾਹ ਬਣ ਸਕਦਾ ਆ, ਜਾਂ ਮੈਂ ਵੱਡਾ ਸਾਰਾ ਬਿਸ਼ਪ ਜਾਂ ਪੋਪ ਹੋਵਾਂਗਾ ਤਾਂ ਹੀ ਗਵਾਹ ਹੋ ਸਕਦਾ ਆ। ਜਦ ਤੱਕ ਮੈਨੂੰ ਤੇਲ ਲੈ ਕੇ ਮਸਾ ਨਾ ਕੀਤਾ ਗਿਆ ਮੈਂ ਪ੍ਰਚਾਰ ਕਰ ਹੀ ਨਹੀਂ ਸਕਦਾ। ਭਾਵ ਮੈਂ ਕਿਸੇ ਨੂੰ ਗਵਾਹੀ ਦੇ ਹੀ ਨਹੀਂ ਸਕਦਾ। ਏਦਾਂ ਦੀ ਚੀਜ਼ ਉਸ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਨੇ ਨਹੀਂ ਕੋਈ ਦੱਸੀ। ਜ਼ਰੂਰੀ ਜਿਹੜੀ ਸਮੱਗਰੀ ਚਾਹੀਦੀ ਸੀਗੀ ਉਹ ਸੀਗਾ ਪਵਿੱਤਰ ਆਤਮਾ। ਕਹਿੰਦਾ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾ ਲਵੋ ਤਦ ਤੱਕ ਹੀ ਰਹੋ ਜੇ, ਇੱਥੇ ਟਿਕੇ ਰਹੋ ਜੇ, ਕਿਤੇ ਜਾਣ ਦੀ ਲੋੜ ਨਹੀਂ। ਹਾਲੇਲੂਇਆ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਆ ਕਿ ਜਦੋਂ ਦੇਖੋ ਕਿ ਕਦੇ ਅਦਾਲਤ ਦੇ ਵਿੱਚ ਕਦੇ ਗਵਾਹ ਪੇਸ਼ ਕੀਤੇ ਜਾਂਦੇ ਆ, ਹਨਾ, ਉਵੇਂ ਭਾਵੇਂ ਕਿਸੇ ਨੇ ਨਾ ਦੇਖਿਆ ਹੋਵੇ ਪਰ ਫਿਲਮਾਂ ਦੇ ਵਿੱਚ ਸਾਰਿਆਂ ਨੇ ਦੇਖਿਆ, ਹਨਾ, ਜਦੋਂ ਗਵਾਹ ਪੇਸ਼ ਕੀਤੇ ਜਾਂਦੇ ਆ ਬਕਾਇਦਾ ਉਸ ਗਵਾਹ ਨੂੰ ਨੋਟ ਕੀਤਾ ਜਾਂਦਾ ਆ ਕਿ ਕਿਤੇ ਝੂਠਾ ਤਾਂ ਨਹੀਂ, ਸੋਚ ਕਾਈ ਜਾਂਦੀ। ਔਰ ਜ਼ਰੂਰੀ ਗੱਲ ਪਤਾ ਕੀ ਹੁੰਦੀ ਕਿ ਇੱਕ ਜਿਹੜਾ ਵਕੀਲ ਆ ਨਾ ਪੂਰੀ ਉਹਦੀ ਪ੍ਰੀਖਿਆ ਲੈਂਦਾ ਹੈ। ਉਹ ਆਪਣੇ ਸਵਾਲਾਂ ਦੇ ਜ਼ਰੀਏ ਆਪਣੀਆਂ ਗੱਲਾਂ ਦੇ ਜ਼ਰੀਏ ਉਹਨੂੰ ਪਰਖਦਾ ਆ ਕਿ ਇਹ ਗਵਾਹ ਸੱਚਾ ਆ ਕਿ ਐਵੇਂ ਬਨਾਵਟੀ ਕਹਾਣੀਆਂ ਬਣਾ ਰਿਹਾ ਆ। ਉਹ ਪੂਰਾ ਪੁੱਛਦੇ ਦੱਸਦੇ ਵੀ ਤੂੰ ਕਿਸ ਐਂਗਲ ਤੋਂ ਦੇਖਿਆ, ਤੂੰ ਕਿਵੇਂ ਦੇਖਿਆ। ਔਰ ਐਦਾਂ ਦੇ ਗਵਾਹਾਂ ਨੂੰ ਪਤਾ ਕੀ ਕਿਹਾ ਜਾਂਦਾ? ਚਸ਼ਮਦੀਦ ਗਵਾਹ। ਕੀ ਕਿਹਾ ਜਾਂਦਾ? ਚਸ਼ਮਦੀਦ ਗਵਾਹ ਦਾ ਮਤਲਬ ਆ ਕਿ ਇਹ ਗਵਾਹ ਏਦਾਂ ਦਾ ਆ ਜਿਹਨੇ ਆਪਣੇ ਅੱਖੀ ਵੇਖਿਆ ਆ, ਜਿਹਨੇ ਆਪਣੇ ਕੰਨੀ ਸੁਣਿਆ ਆ। ਕਿਹਨਾਂ ਨੂੰ ਗੱਲ ਸਮਝ ਆਈ? ਔਰ ਪ੍ਰਭੂ ਨੂੰ ਕੁਝ ਏਦਾਂ ਦੇ ਗਵਾਹ ਚਾਹੀਦੇ ਆ ਜਿਹੜੇ ਚਸ਼ਮਦੀਦ ਗਵਾਹ ਆ। ਹਾਲੇਲੂਇਆ। ਉਹ ਏਦਾਂ ਨਹੀਂ ਕਹਿੰਦੇ ਕਿ ਮੈਨੂੰ ਫਲਾਣੇ ਭਾਈ ਨੇ ਦੱਸਿਆ ਆ, ਇਹ ਫਲਾਣੇ ਭਾਈ ਨੇ ਜਦੋਂ ਮੈਨੂੰ ਸਮਝਾਇਆ ਤੇ ਇੰਨੀ ਕੁ ਤਾਂ ਗੱਲ ਮੈਨੂੰ ਪਤਾ ਆ ਪਰ ਅੱਗੋਂ ਨਹੀਂ ਮੈਨੂੰ ਕੁਝ ਪਤਾ ਜੀ। ਹਾਲੇਲੂਇਆ। ਏਦਾਂ ਹੀ ਸਾਡੀ ਕਿਸੇ ਭਾਈ ਦੇ ਨਾਲ ਗੱਲਬਾਤ ਹੋਣੀ ਸ਼ੁਰੂ ਹੋਈ ਔਰ ਮੈਂ ਤੇ ਭਾਈ ਤੇਜੂ ਸੀਗੇ ਔਰ ਉਹਨੇ ਤਾਂ ਇੱਕ ਦੋ ਪਰਿਵਾਰਾਂ ਨੂੰ ਉਹਨੇ ਕਿਹਾ ਕਿ ਯਹੂਨਾ ਬਪਤਿਸਮਾ ਦੇਣ ਵਾਲੇ ਤੋਂ ਬਾਅਦ ਕੋਈ ਨਬੀ ਨਹੀਂ ਗਾ। ਭਾਵ ਸਿੱਧਾ ਉਹਨੇ ਕਿਹਾ ਵੀ ਭਾਈ ਬ੍ਰੈਨ ਉਹ ਨਬੀ ਨਹੀਂ ਗਾ। ਔਰ ਇਹ ਗੱਲ ਤਾਂ ਮੈਂ ਕਿਹਾ ਵੀ ਇਹ ਤਾਂ ਗੱਲ ਹਜਮ ਕਰਨੀ ਔਖੀ ਆ, ਮੁਸ਼ਕਲ ਆ ਔਰ ਗੱਲ ਕਰਨੀ ਪੈਣੀ ਆ। ਔਰ ਉਦਾਂ ਗੱਲ ਨਾ ਵੀ ਕਰਦੇ ਤੇ ਸਰ ਜਾਂਦਾ
ਪਰ ਕਲੀਸਿਆ 'ਚ ਇੱਕ ਦੋ ਪਰਿਵਾਰਾਂ ਨੂੰ ਉਹਨੇ ਕਹਿ ਦਿੱਤਾ ਇਹ ਗੱਲ ਕਿ ਉਹ ਬੰਦਾ ਕਾਫੀ ਗਿਆਨਵਾਨ ਔਰ ਬੜਾ ਕੁਛ ਉਹਨੂੰ ਪਤਾ ਆ। ਉਹਨੂੰ ਅਚਾਨਕ ਕਿਤੇ ਲਿਖਕੇ ਚੜ ਗਿਆ ਸਾਡੇ, ਉਹ ਬਿਠਾ ਲਿਆ ਔਰ 2-2.5 ਘੰਟੇ ਗੱਲ, ਉਹ ਨਾ ਕੰਮ ਨਹੀਂ ਸੀ ਆ ਰਿਹਾ ਜੀ, ਬਹਾਨੇ ਬਣਾ ਕੇ ਭੱਜ ਜਾਂਦਾ ਸੀ, ਨਿਕਲ ਜਾਂਦਾ ਸੀ ਕਿਸੇ ਤਰੀਕੇ ਨਾਲ। ਤੇ ਅਚਾਨਕ ਇੱਕ ਦਿਨ ਆ ਗਿਆ ਫਰੀ ਹੋ ਕੇ, ਕੰਮ ਵਿਹਲੇ ਸੀ ਆ ਲੋਕਡਾਊਨ ਦੇ ਦਰਮਿਆਨ, ਤੇ ਉਹਦੇ ਨਾਲ ਗੱਲ ਹੋਈ ਤੇ ਲਾਸਟ ਚ ਕਹਿੰਦਾ ਵੀ ਮੈਨੂੰ ਕੁਛ ਨਹੀਂ ਜੀ ਪਤਾ, ਮੈਨੂੰ ਕੁਛ ਨਹੀਂ ਜੀ ਪਤਾ, ਔਰ ਇੱਥੋਂ ਤੱਕ ਕਿ ਮੈਂ ਤਾਂ ਕਈਆਂ ਭਾਈਆਂ ਗੱਲਾਂ ਹੀ ਕਰ ਰਿਹਾ, ਅਸਲ ਦੇ ਵਿੱਚ ਨਾ ਫਲਾਣੇ ਭਾਈਆਂ ਨੂੰ ਸਾਰਾ ਕੁਝ ਪਤਾ ਹੈ। ਮੈਂ ਭਾਈ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਮੈਂ ਉਹਨੂੰ ਏਦਾਂ ਕਹਿਣ ਤੋਂ ਨਾ ਰਹਿ ਨਾ ਸਕਿਆ। ਮੈਂ ਕਿਹਾ ਫਿਰ ਇਹਦਾ ਮਤਲਬ ਵੀ ਤੂੰ ਸਹੀ ਗਵਾਹ ਨਹੀਂਗਾ, ਤੇਰੀ ਗਵਾਹੀ ਦੇ ਵਿੱਚ ਕੋਈ ਨਾ ਕੋਈ ਫਰਕ ਆ, ਪਰ ਜਿਹੜੀਆਂ ਤੂੰ ਆ ਗੱਲਾਂ ਕੀਤੀਆਂ ਨਾ ਉਹਨਾਂ 'ਚ ਫਿਰ ਫਰਕ ਲੱਭਦਾ ਹੈ। ਔਰ ਫਿਰ ਪ੍ਰਭੂ ਦੀ ਕਿਰਪਾ ਦੇ ਨਾਲ ਬਾਈਬਲ ਦੇ ਵਿੱਚੋਂ ਬਹੁਤ ਏਦਾਂ ਦੇ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਬਾਅਦ ਨਬੀ ਲੱਭਦੇ ਆ। ਮੈਂ ਕਿਹਾ ਉਸ ਤੋਂ ਬਾਅਦ ਹੀ ਜਿਹੜਾ ਦ੍ਰਿਸ਼ ਆਇਆ ਨਾ ਪ੍ਰਭੂ ਯਿਸੂ ਮਸੀਹ, ਉਹਦੀ ਸੇਵਕਾਈ ਦੀ ਇੱਕ ਨਬੀ ਵਾਲੀ ਸੇਵਕਾਈ ਸੀ, ਨਬੀ ਦੀ ਸੇਵਕਾਈ ਦੀ ਭਵਿੱਖਬਾਣੀਆਂ ਕਰਨੀਆਂ। ਹਾਲੇਲੂਇਆ, ਆਉਣ ਵਾਲੀ ਗੱਲ ਨੂੰ ਪਹਿਲਾਂ ਦੱਸ ਦੇਣਾ। ਔਰ ਮੈਂ ਕਿਹਾ ਵੀ ਯੂਹੰਨਾ ਮੂਸਾ ਨੇ ਕਿਹਾ ਸੀਗਾ ਕਿ ਸਾਡਾ ਪਰਮੇਸ਼ਰ ਤੁਹਾਡੇ ਵਿੱਚੋਂ ਮੇਰੇ ਜਿਹਾ ਇੱਕ ਨਬੀ ਖੜਾ ਕਰੇਗਾ, ਔਰ ਉਹ ਜਿਹੜੀ ਉਹਨੇ ਭਵਿੱਖਬਾਣੀ ਕੀਤੀ ਸੀਗੀ ਉਹ ਪ੍ਰਭੂ ਯਿਸੂ ਮਸੀਹ ਦੇ ਬਾਰੇ ਸੀਗੀ। ਹਾਲੇਲੂਇਆ, ਹਾਲੇਲੂਇਆ। ਔਰ ਉਸ ਤੋਂ ਬਾਅਦ ਮੈਂ ਕਿਹਾ ਬਹੁਤ, ਮੈਂ ਕਿਹਾ ਰਸੂਲਾਂ ਦੇ ਕਿਤਾਬ ਦੇ ਵਿੱਚ ਦੇਖੀਏ ਬਹੁਤ ਸਾਰੇ ਸਾਨੂੰ ਨਬੀ ਲੱਭਦੇ ਆ, ਔਰ ਮੈਂ ਕਿਹਾ ਵੀ ਇਹਨਾਂ ਨਬੀਆਂ ਨੂੰ ਜਾਂ ਤਾਂ ਆਪਾਂ ਨੂੰ ਮੰਨਣਾ ਪੈਣਾ ਆ ਤੇ ਜਾਂ ਫਿਰ ਆਪਾਂ ਨੂੰ ਇਸ ਗੱਲ ਤੇ ਰੁਕਣਾ ਪੈਣਾ ਆ। ਔਰ ਫਿਰ ਗਾਂ ਮੈਂ ਕਿਹਾ ਵੀ ਆਪਾਂ ਜਦੋਂ ਦੇਖਦੇ ਆ ਅਫਸੀਆ 4 ਦੇ ਆਏ ਉਹਦੀ 11 ਹੈ ਤਾਂ ਉੱਥੇ ਲੱਭਦਾ ਆ ਕਿ ਉਹਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਾਸਬਾਨ, ਕਈਆਂ ਨੂੰ ਉਪਦੇਸ਼ਕ, ਕਈਆਂ ਨੂੰ ਪ੍ਰਚਾਰਕ ਕਰਕੇ ਸੌਂਪ ਦਿੱਤਾ ਤਾਂ ਜੋ ਸੇਵਕਾਈ ਦੇ ਲਈ ਸਿੱਧ ਹੋਣ, ਪ੍ਰਭੂ ਦੀ ਕਲੀਸਿਆ ਦੇ ਲਈ ਸੰਤ ਕੀ ਹੋ ਜਾਣ, ਸਿੱਧ ਹੋਣ। ਮੈਂ ਕਿਹਾ ਇਦਾਂ ਦੇ ਵਰਦਾਨ ਤਾਂ ਪਵਿੱਤਰ ਆਤਮਾ ਨੇ ਆਪ ਲੋਕਾਂ ਦੇ ਵਿੱਚ ਵੰਡ ਦਿੱਤੇ ਹੈ। ਔਰ ਅੱਜ ਅਸੀਂ ਕਹੀਏ ਕਿ ਉਸ ਤੋਂ ਬਾਅਦ ਕੋਈ ਨਬੀ ਨਹੀਂ, ਉਹਨੇ ਤਾਂ ਵਰਦਾਨ ਹੀ ਇਹ ਵੰਡੇ। ਕੋਈ ਅਪੋਸਟਲ ਹੋ ਸਕਦਾ ਆ, ਕੋਈ ਪ੍ਰੋਫਿਟ ਹੋ ਸਕਦਾ ਆ, ਕੋਈ ਇਵੈਂਜਲਿਸਟ ਹੋ ਸਕਦਾ ਆ, ਕੁਛ ਵੀ ਹੋ ਸਕਦਾ ਆ, ਕੋਈ ਪਾਸਟਰ ਹੋ ਸਕਦਾ ਆ। ਇਹ ਤਾਂ ਪਵਿੱਤਰ ਆਤਮਾ ਆ ਜਿਸ ਕਿਸੇ ਨੂੰ ਫੜ ਲਵੇ। ਔਰ ਫਿਰ ਗੱਲ ਕੀਤੀ ਭਾਈ ਬ੍ਰੈਨਮ ਦੇ ਬਾਰੇ। ਮੈਂ ਕਿਹਾ ਵੀ ਭਾਈ ਬ੍ਰੈਨਮ ਦੇ ਬਾਰੇ ਪ੍ਰਭੂ ਯਿਸੂ ਮਸੀਹ ਨੇ ਆਖਿਆ ਕਿ ਜਿੱਦਾਂ ਨੂਹ ਦੇ ਦਿਨ ਸੀਗੇ ਉਦਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। ਔਰ ਸਾਨੂੰ ਪਤਾ ਲੱਗਦਾ ਨੂਹ ਦੇ ਦਿਨਾਂ ਦੇ ਵਿੱਚ ਇੱਕ ਨਬੀ ਮਿਲਿਆ, ਔਰ ਜੇ ਨੂਹ ਦੇ ਦਿਨਾਂ ਵਰਗੇ ਦਿਨ ਹੈ ਤੇ ਅੱਜ ਦਾ ਨਬੀ ਲੱਭੋ ਕਿਹੜਾ ਆ। ਨੂਹ ਦੇ ਦਿਨਾਂ 'ਚ ਇੱਕ ਨਬੀ ਸੀਗਾ, ਲੂਤ ਦੇ ਦਿਨਾਂ ਵਰਗੇ ਦਿਨ ਹੋਣਗੇ, ਲੂਤ ਦੇ ਦਿਨਾਂ 'ਚ ਇੱਕ ਨਬੀ ਸੀਗਾ। ਇੱਥੇ ਗੱਲ ਟਕਾਈ ਰੱਖੀ। ਮੈਂ ਕਿਹਾ ਅੱਜ ਦਾ ਨਬੀ ਲੱਭੀਏ ਫਿਰ ਕਿਹੜਾ ਆ। ਅੱਜ ਵੀ ਇੱਕ ਨਬੀ ਹੋਣਾ ਹੀ ਚਾਹੀਦਾ ਆ। ਹਾਲੇਲੂਇਆ, ਜਿਹਨੇ ਸਾਨੂੰ ਸਮੇਂ ਦੇ ਸੰਦੇਸ਼ ਤੋਂ ਸਾਡੀ ਸਮੇਂ ਦੇ ਸੰਦੇਸ਼ ਨਾਲ ਵਾਕਫੀਅਤ ਕਰਾਉਣੀ ਆ, ਜਿਹਨੇ ਸਮੇਂ ਦਾ ਸੰਦੇਸ਼ ਪ੍ਰਚਾਰਨਾ ਆ। ਹਾਲੇਲੂਇਆ, ਕਿਉਂਕਿ ਜਦੋਂ ਪਰਮੇਸ਼ਰ ਇਸ ਧਰਤੀ ਤੇ ਆਇਆ ਔਰ ਅਬਰਾਹਮ ਨੂੰ ਮਿਲਿਆ, ਜਦ ਅਬਰਾਹਮ ਬਲੂਤ ਦੇ ਰੁੱਖ ਦੇ ਥੱਲੇ ਸੀਗਾ, ਔਰ ਕਹਿੰਦਾ ਮੈਂ ਆਪਣੇ ਦਾਸ ਅਬਰਾਹਮ ਤੋਂ ਕਿਉਂ ਲੁਕਾਵਾਂ। ਕਿਹੜੀ ਗੱਲ ਕਿ ਮੈਂ ਸਦੂਮ ਤੇ ਅਮੋਰਾ ਨੂੰ ਕੀ ਕਰਨ ਲੱਗਾ ਆ, ਨਾਸ਼ ਕਰਨ ਲੱਗਾ ਆ। ਇਹਨਾਂ ਨੂੰ ਗੱਲ ਸਮਝ ਆ ਰਹੀ ਹੈ? ਭਾਵ ਉਹਨੇ ਉਸ ਗੱਲ ਦਾ ਭੇਤ ਪਹਿਲਾਂ ਆਪਣੇ ਨਬੀ ਦੇ ਉੱਤੇ ਖੋਲਿਆ, ਕਿਉਂਕਿ ਉਸ ਯੁੱਗ ਉਸ ਸਮੇਂ ਦਾ ਨਬੀ ਕੌਣ ਸੀਗਾ? ਅਬਰਾਹਮ। ਹਾਲੇਲੂਇਆ, ਪਹਿਲਾਂ ਨਬੀ ਦੇ। ਔਰ ਬਾਈਬਲ ਬਿਆਨ ਕਰਦੀ ਜਦੋਂ ਅਸੀਂ ਮੋਸ ਦੀ ਕਿਤਾਬ 3 ਅਧਿਆਇ ਦੀ 7 ਐਤ ਨੂੰ ਪੜ੍ਹਦੇ ਆ, ਉੱਥੇ ਸਾਨੂੰ ਮਿਲਦਾ ਆ ਕਿ ਨਿਸੰਗ ਯਹੋਵਾ ਪਰਮੇਸ਼ਰ ਕੋਈ ਕੰਮ ਨਹੀਂ ਕਰਦਾ ਜਦ ਤੱਕ ਉਹ ਆਪਣਾ ਭੇਤ ਆਪਣਿਆਂ ਨਬੀਆਂ, ਆਪਣੇ ਰਸੂਲਾਂ, ਆਪਣੇ ਸੇਵਕਾਂ ਦੇ ਉੱਤੇ ਪ੍ਰਗਟ ਨਾ ਕਰ ਲਵੇ। ਹਾਲੇਲੂਇਆ, ਹਾਲੇਲੂਇਆ। ਨਿਸੰਗ ਸ਼ਬਦ ਦਾ ਮਤਲਬ ਹੈ ਕਿ ਇਹ ਗੱਲ ਪੱਕੀ ਆ ਕਿ ਤਦ ਤੱਕ ਉਹ ਕੋਈ ਕੰਮ ਕਰੇਗਾ ਹੀ ਨਹੀਂ ਜਦ ਤੱਕ ਉਹ ਦੱਸ ਨਹੀਂ ਲੈਂਦਾ ਕਿਸੇ ਨੂੰ, ਜਦ ਤੱਕ ਉਹਦਾ ਕੋਈ ਪਲਾਨ ਨਹੀਂ ਉਹ ਬਣਾ ਲੈਂਦਾ। ਖੈਰ ਪ੍ਰਭੂ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਹੋਇਆ, ਔਰ ਉਸ ਤੋਂ ਬਾਅਦ ਫਿਰ ਉਹ ਗੱਲ ਸੁਣਨ ਨੂੰ ਮਿਲੀ ਨਹੀਂ। ਉਹ ਗੱਲ ਏਦਾਂ ਨਾ ਗੋਲਮੋਲ ਹੀ ਰਹਿ ਗਈ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਪਰ ਸਾਨੂੰ ਲੱਭਦਾ ਆ ਕਿ ਜਿਹੜਾ ਚਸ਼ਮਦੀਦ ਗਵਾਹ ਆ ਉਹ ਆਪਣੀ ਗਵਾਹੀ ਤੋਂ ਫਿਰਦਾ ਨਹੀਂ।
ਉਹ ਭੱਜਦਾ ਨਹੀਂ ਕਿ ਮੇਰਾ ਟਾਈਮ ਹੋ ਗਿਆ, ਮੈਨੂੰ ਜਾਣਾ ਪੈਣਾ ਹੈ ਕਿਤੇ। ਹਾਲੇਲੂਇਆ ਹਾਲੇਲੂਇਆ। ਉਹ ਕਹਿੰਦਾ ਕਿ ਮੈਂ ਆਪਣਾ ਜ਼ਰੂਰੀ ਵੀ ਕੰਮ ਛੱਡ ਕੇ ਆ ਜਾਵਾਂਗਾ। ਗੱਲ ਬੜੀ ਟਿਕਾਣੇ ਵਾਲੀ ਆ। ਔਰ ਮੈਂ ਇਹਨਾਂ ਗੱਲਾਂ ਦੀ ਕੀ ਕਰ ਰਿਹਾ ਆ, ਮੇਰੇ ਅੰਦਰ ਇਹਨਾਂ ਗੱਲਾਂ ਦੀ ਕੀ ਆ, ਤੜਫਿਆ। ਮੈਂ ਇਹਨਾਂ ਗੱਲਾਂ ਦਾ ਗਵਾਹ ਆ। ਔਰ ਜਿਸ ਗੱਲ ਦਾ ਮੈਂ ਗਵਾਹ ਆ, ਮੈਂ ਗੱਲ ਕਹਿਣ ਤੋਂ ਟਾਲ ਨਹੀਂ ਸਕਦਾ। ਮੈਂ ਉਹ ਗੱਲ ਕਹਿਣੀ ਹੀ ਕਹਿਣੀ ਆ। ਹਾਲੇਲੂਇਆ ਹਾਲੇਲੂਇਆ। ਉਹ ਮੈਂ ਦੱਸਣੀ ਹੀ ਦੱਸਣੀ ਆ ਗੱਲ। ਹਾਲੇਲੂਇਆ। ਇਹ ਚਸ਼ਮਦੀਦ ਗਵਾਹ। ਆਮੀਨ। ਹੁਣ ਕਈ ਐਵੇਂ ਆਦੇ ਆਪ ਨੂੰ ਗਵਾਹ ਵੀ ਕਹਿੰਦੇ ਹਨਾ, ਪਰ ਉਹ ਚਸ਼ਮਦੀਦ ਗਵਾਹ ਨਹੀਂ ਹੁੰਦੇ। ਪ੍ਰਭੂ ਨੂੰ ਐਦਾਂ ਦੇ ਗਵਾਹਾਂ ਦੇ ਨਾਲ ਕੋਈ ਵਾਸਤਾ ਨਹੀਂ ਹੈ। ਔਰ ਐਦਾਂ ਦੇ ਬਹੁਤ ਗਵਾਹ, ਢੇਰਾਂ ਦੇ ਢੇਰ ਤੁਹਾਨੂੰ ਲੱਭ ਜਾਣੇ ਆ। ਬਹੁਤ ਐਦਾਂ ਦੇ ਗਵਾਹ ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਭੈਣ ਜਿੱਦਾਂ ਮਰਜ਼ੀ ਸੰਗਤੀ ਚ ਆਈ, ਜਿੱਦਾਂ ਮਰਜ਼ੀ ਗਏ, ਉਹਦੇ ਪਰਿਵਾਰ ਚ ਕੀ ਕੁਝ ਚੱਲ ਰਿਹਾ ਆ, ਉਹਨੂੰ ਕੁਝ ਲੈਣਾ ਦੇਣਾ ਨਹੀਂ। ਕਿਉਂ? ਕਿਉਂਕਿ ਉਹ ਚਸ਼ਮਦੀਦ ਗਵਾਹ ਨਹੀਂ ਜੀ। ਕਿਹਨਾਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਆਮੀਨ ਹਾਲੇਲੂਇਆ ਹਾਲੇਲੂਇਆ। ਇਹਨਾਂ ਬੱਚਿਆਂ ਨੂੰ ਪਾਲੋ। ਭਾਈ ਬ੍ਰੈਨਨ ਨੇ ਕਿਹਾ ਵੀ ਚਰਚ ਖੇਡਣ ਦੀ ਜਗ੍ਹਾ ਨਹੀਂ ਗੀ। ਆਮੀਨ ਆਮੀਨ। ਹਾਂ, ਇਹਨਾਂ ਨੂੰ ਫੜੋ ਫੜੋ ਫੜੋ। ਇਹ ਫਿਰ ਵੱਡੇ ਹੋ ਕੇ ਵੀ ਖੇਡਣਗੇ। ਇਹਨਾਂ ਨੂੰ ਬੰਦਗੀ ਚ ਬਹਿਣਾ ਸਿਖਾਓ। ਘਰੇ ਕੋਈ ਪੁੱਛਾ ਲੈ। ਬੱਚਿਆਂ ਨੂੰ ਸਦਾ ਬੰਦਗੀ ਚ ਬਹਿਣਾ ਬੁਝਾਓ। ਉਹਨਾਂ ਦੀ ਟ੍ਰੇਨਿੰਗ ਕਰੇ ਲਵੋ। ਉਹਨਾਂ ਨੂੰ ਸਮਝਾਓ ਕਿ ਪੁੱਤਰ ਏਦਾਂ ਬੰਦਗੀ ਚ ਬਹੀਦਾ ਹੈ, ਏਦਾਂ। ਉਹਨਾਂ ਨੂੰ ਦੱਸੋ ਇਹ ਵੀ ਇੱਕ ਗਵਾਹ ਦਾ ਕੰਮ ਆ। ਉਹਨੂੰ ਪਤਾ ਲੱਗੇ ਕਿ ਮੇਰੇ ਪਰਿਵਾਰ ਚ ਕੀ ਕੁਝ ਚੱਲ ਰਿਹਾ ਆ, ਮੈਂ ਇਹਨਾਂ ਗੱਲਾਂ ਦਾ ਗਵਾਹ ਆ। ਹਾਲੇਲੂਇਆ। ਔਰ ਗਵਾਹੀ ਸਦਾ ਘਰ ਤੋਂ ਸ਼ੁਰੂ ਹੁੰਦੀ ਆ। ਗਵਾਹੀ ਸਦਾ ਆਪਣੇ ਪਰਿਵਾਰ ਤੋਂ ਸ਼ੁਰੂ ਹੁੰਦੀ ਆ। ਹਾਲੇਲੂਇਆ ਹਾਲੇਲੂਇਆ। ਪਰ ਭਾਈ ਬ੍ਰੈਨਨ ਨੇ ਕਿਹਾ ਕਿ ਜਿਹੜਾ ਚਸ਼ਮਦੀਦ ਗਵਾਹ ਆ, ਉਹ ਸਦਾ ਅਸਲੀਅਤ ਦਾ ਸਾਥ ਦੇਵੇਗਾ। ਉਹ ਸਦਾ ਸੱਚ ਦਾ ਹੀ ਸਾਥ ਦੇਵੇਗਾ। ਉਹਦੇ ਵਿੱਚ ਭਾਵੇਂ ਉਹਨੂੰ ਕਈਆਂ ਗੱਲਾਂ ਤੇ ਝੁਕਣਾ ਪਵੇ, ਭਾਵੇਂ ਉਹਨੂੰ ਮਾਰ ਖਾਣੀ ਪਵੇ, ਭਾਵੇਂ ਉਹਨੂੰ ਬੇਇੱਜ਼ਤ ਹੋਣਾ ਪਵੇ, ਭਾਵੇਂ ਉਹਨੂੰ ਕੁਝ ਵੀ ਹੋਣਾ ਪਵੇ, ਉਹ ਸਦਾ ਸੱਚ ਦਾ ਪੱਖ ਲਵੇਗਾ। ਹਾਲੇਲੂਇਆ ਹਾਲੇਲੂਇਆ। ਕਿਉਂ? ਕਿਉਂਕਿ ਉਹ ਚਸ਼ਮਦੀਦ ਗਵਾਹ ਆ। ਆਮੀਨ। ਉਹ ਚਸ਼ਮਦੀਦ ਗਵਾਹ ਐਦਾਂ ਨਹੀਂ ਕਰਦਾ ਕਿ ਨਹੀਂ ਨਹੀਂ ਇਸ ਗਵਾਹੀ ਦੇ ਨਾਲ ਤਾਂ ਮੇਰਾ ਫਲਾਨਾ ਭਰਾ ਕਾਬੂ ਆ ਜਾਣਾ ਹੈ। ਆ ਜੇ ਮੈਂ ਗਵਾਹੀ ਦੇਤੀ ਤੇ ਫਲਾਣੇ ਫਲਾਣੇ ਨੇ ਕਾਬੂ ਆ ਜਾਣਾ ਹੈ। ਕੀ ਗੱਲ ਸਮਝੇ? ਕਈ ਵਾਰ ਪਤਾ ਕੀ ਹੁੰਦਾ, ਗਵਾਹ ਗਵਾਹੀ ਨਹੀਂ ਦੇਣਾ ਚਾਹੁੰਦੇ। ਔਰ ਏਦਾਂ ਦੀ ਕੁਝ ਕੰਮ ਸੀਗਾ ਕਿ ਮੈਨੂੰ ਪਤਾ ਹੈ। ਔਰ ਇੱਕ ਜਗ੍ਹਾ ਤੇ ਏਦਾਂ ਕੇਸ ਚੱਲਿਆ ਔਰ ਅਦਾਲਤ ਵੀ ਔਰ ਵੇਖੋ ਵੀ ਗਵਾਹਾਂ ਦੀ ਮੰਗ ਕਰਦੀ ਆ, ਹਨਾ। ਔਰ ਕੋਈ ਕੇਸ ਸੀਗਾ ਤੇ ਆਂਢ ਗੁਆਂਢ ਨੂੰ ਅਸਲੀਅਤ ਪਤਾ ਵੀ ਇਹਨਾਂ ਦੋਵਾਂ ਦਾ ਘਰਾਂ ਦਾ ਮਸਲਾ ਕੀ ਆ, ਪਰ ਆਂਢ ਗੁਆਂਢ ਚ ਕੋਈ ਉਹਦੇ ਲਈ ਗਵਾਹੀ ਨਹੀਂ ਦੇਣਾ ਚਾਹੁੰਦੇ। ਕਹਿੰਦੇ ਵੀ ਇਹਨਾਂ ਨੇ ਫੇਰ ਇੱਕੋ ਜਿਹੇ ਹੋ ਜਾਣਾ ਆ, ਅਸੀਂ ਕਿਉਂ ਗਵਾਹੀ ਦਈਏ। ਕੀ ਸਮਝੇ? ਗਵਾਹੀ ਤਾਂ ਨਹੀਂ ਦੇਣਾ ਚਾਹੁੰਦੇ ਕਿ ਕਿਤੇ ਸਾਡੀ ਫੁੱਟ ਨਾ ਪੈ ਜਾਏ, ਸਾਡਾ ਕਿਤੇ ਦੋਵਾਂ ਭਰਾਵਾਂ ਦਾ ਆਪਸ ਵਿੱਚ ਸੰਬੰਧ ਵਿਗੜ ਨਾ ਜਾਏ। ਭਾਵੇਂ ਕਿ ਉਹ ਅਧੂਰਾ ਚੱਲ ਰਿਹਾ, ਭਾਵੇਂ ਕਿ ਉਹ ਜਿੱਧਰ ਮਰਜ਼ੀ ਜਾ ਰਿਹਾ ਹੈ, ਜੋ ਮਰਜ਼ੀ ਉਹਦੇ ਨਾਲ ਹੋ ਰਿਹਾ ਆ, ਕੋਈ ਗੱਲ ਨਹੀਂ, ਪਰ ਮੈਂ ਗਵਾਹੀ ਨਹੀਂ ਦੇ ਸਕਦਾ। ਮੈਂ ਜੇ ਗਵਾਹੀ ਦੇਤੀ ਸਾਡਾ ਜੈਮਸੀ ਤੋਂ ਚਲੇ ਜਾਣਾ, ਜਾਂ ਅਸੀਂ ਸਾਡਾ ਮਾਹੌਲ ਖਰਾਬ ਹੋ ਜਾਣਾ ਆ। ਪਰ ਭੈਣੋ ਤੇ ਭਰਾਓ, ਭਾਈ ਬ੍ਰੈਨਨ ਕਹਿੰਦਾ ਕਿ ਜਿਹੜਾ ਚਸ਼ਮਦੀਦ ਗਵਾਹ ਆ, ਉਹਦੇ ਲਈ ਗੱਲ ਭਾਵੇਂ ਜਿੰਨੀ ਮਰਜ਼ੀ ਉਹਨੂੰ ਦੇਣੀ ਆ ਜਾਵੇ, ਭਾਵੇਂ ਜੋ ਕੁਝ ਮਰਜ਼ੀ ਹੋਣਾ ਪੈ ਜਾਵੇ, ਉਹਨੇ ਆਪਣੇ ਸੱਚੀ ਗਵਾਹੀ ਨੂੰ ਹੋਣ ਦਾ ਸਬੂਤ ਦੇਣਾ ਹੀ ਦੇਣਾ ਆ। ਆਮੀਨ ਹਾਲੇਲੂਇਆ ਹਾਲੇਲੂਇਆ। ਉਹਨੂੰ ਕੁਝ ਸੱਚ ਦੱਸਣਾ ਹੀ ਪੈਣਾ ਹੈ। ਹੁਣ ਇਹ ਆਪਾਂ ਗੱਲ ਕੀਤੀ ਕਿ ਇੱਕ ਗਵਾਹ ਹੁੰਦਾ ਹੈ ਜਿਹਨੇ ਆਪ ਅੱਖੀ ਵੇਖਿਆ ਹੈ, ਆਪ ਕੰਨੀ ਸੁਣਿਆ ਹੈ, ਮੌਕੇ ਦਾ ਗਵਾਹ, ਉਸ ਘਟਨਾ ਨੂੰ ਬਖੂਬੀ ਦੱਸਣ ਵਾਲਾ ਕਿ ਅਸਲ 'ਚ ਇਹ ਘਟਨਾ ਵਾਪਰੀ ਕਿੱਦਾਂ ਸੀ,
ਇਹ ਲੜਾਈ ਹੋਈ ਕਿੱਦਾਂ ਸੀ? ਕਿੰਨੇ ਪਹਿਲਾਂ ਸ਼ੁਰੂ ਕੀਤਾ ਕੰਮ? ਕਿਹਦੇ ਪਹਿਲਾਂ ਜ਼ਿਆਦਾ ਗੁੱਸਾ ਸੀਗਾ? ਹਨਾ? ਗਲਤੀ ਕਿਹਦੀ ਸੀਗੀ? ਕਿਹਨਾਂ ਨੂੰ ਮੇਰੀ ਗੱਲ ਸਮਝ ਆਈ? ਆਮੀਨ। ਚਸ਼ਮਦੀਦ ਗਵਾਹ। ਔਰ ਚਸ਼ਮਦੀਦ ਗਵਾਹ ਨੂੰ ਗਵਾਹੀ ਦੇਣ ਦੇ ਲਈ ਉਹਨੂੰ ਕੁਝ ਵੇਖਣਾ ਪੈਣਾ ਆ। ਉਹਨੂੰ ਕੁਝ ਵੇਖਣਾ ਪੈਣਾ ਆ ਵੀ ਇਹ ਕਾਰਵਾਈ ਹੈ ਕੀ ਆ, ਹਨਾ? ਕੁਝ ਸੁਣਨਾ ਵੀ ਪੈਣਾ ਆ ਵੀ ਉਹ ਕਵੇ ਵੀ ਭਾਈ ਜੀ ਮੈਂ ਹੈਗਾ ਤਾਂ ਉੱਥੇ ਸੀਗਾ ਪਰ ਮੈਨੂੰ ਪਤਾ ਨਹੀਂ ਲੱਗਾ ਕਿ ਹੋਇਆ ਕੀ। ਮੈਂ ਬੰਦਗੀ 'ਚ ਸੀਗਾ ਪਰ ਮੈਨੂੰ ਗੱਲ ਸਮਝ ਨਹੀਂ ਆਈ ਕਿ ਭਾਈ ਨੇ ਕਿਹਾ ਕਿੱਦਾਂ। ਕਿਹਨਾਂ ਗੱਲ ਸਮਝ ਆਈ? ਹਾਲੇਲੂਇਆ। ਕਈ ਐਦਾਂ ਦੇ ਗਵਾਹ ਆ ਕਿ ਉਹਨਾਂ ਦੇ ਸਾਹਮਣੇ ਜਿੱਦਾਂ ਦਾ ਮਰਜ਼ੀ ਸੰਦੇਸ਼ ਸੁਣਾ ਦੋ, ਜੋ ਮਰਜ਼ੀ ਉਹਨਾਂ ਦੇ ਸਾਹਮਣੇ ਬਣ ਬਣ ਕੇ ਵਿਖਾ ਦੋ, ਉਹ ਗਵਾਹ ਬਣਨਾ ਹੀ ਨਹੀਂ ਚਾਹੁੰਦੇ। ਉਹਨਾਂ ਦੀਆਂ ਅੱਖਾਂ ਵੇਖ ਨਹੀਂ ਸਕਦੀਆਂ, ਉਹ ਨਾ ਹੀ ਉਹਨਾਂ ਦੇ ਕੰਨ ਸੁਣ ਹੀ ਸਕਦੇ ਆ। ਕਿਹਨਾਂ ਗੱਲ ਸਮਝ ਆਈ? ਉਹ ਵੇਖਦੇ ਹੋਏ ਵੀ ਨਹੀਂ ਵੇਖ ਸਕਦੇ, ਸੁਣਦੇ ਹੋਏ ਸੁਣ ਹੀ ਨਹੀਂ ਸਕਦੇ, ਕਿਉਂਕਿ ਉਹ ਗਵਾਹ ਹੋਣ ਦੇ ਲਈ ਬਣਾਏ ਨਹੀਂ ਗਏ। ਹਾਲੇਲੂਇਆ, ਹਾਲੇਲੂਇਆ। ਉਹ ਕਦੇ ਵੀ ਇਸ ਕੰਮ ਦੇ ਲਈ ਤਿਆਰ ਹੀ ਨਹੀਂ ਗਏ। ਔਰ ਭਾਈ ਬ੍ਰੈਨਨ ਨੇ ਕਿਹਾ ਕਿ ਅਗਰ ਤੁਸੀਂ ਗਵਾਹ ਹੋਣਾ ਚਾਹੁੰਦੇ ਹੋ, ਤੁਹਾਡੇ ਕੋਲ ਸੱਚਮੁੱਚ ਕੋਈ ਅਸਲੀ ਗਵਾਹੀ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਕੋਈ ਪ੍ਰੋਪਰ ਮਟੀਰੀਅਲ ਹੋਣਾ ਚਾਹੀਦਾ ਹੈ। ਕਿਹਨੇ ਗੱਲ ਸਮਝ ਆ ਰਹੀ? ਇਹ ਨਹੀਂ ਕਿ ਉਹ ਜਗ੍ਹਾ ਤੇ ਜਾ ਕੇ ਤੁਸੀਂ ਕਹੋ ਵੀ ਇਹ ਤਾਂ ਫਲਾਣੇ ਨੇ ਏਦਾਂ ਦਾ ਕਿਹਾ ਔਰ ਮੇਰੀ ਆਪ ਦੀ ਕੋਈ ਗਵਾਹੀ ਨਹੀਂ। ਤੁਹਾਡੇ ਕੋਲ ਆਪਣੀ ਕੋਈ ਗਵਾਹੀ ਹੋਣੀ ਚਾਹੀਦੀ ਹੈ ਜਿਹਦੇ ਮੁਤਾਬਕ ਤੁਸੀਂ ਆਪਣੇ ਜੀਵਨ ਨੂੰ ਜੀ ਕੇ ਵਿਖਾਇਆ ਹੋਵੇ। ਹਾਲੇਲੂਇਆ। ਤੁਹਾਡੇ ਕੋਲ ਕੁਝ ਅਜਿਹਾ ਮਟੀਰੀਅਲ ਹੋਵੇ ਜੋ ਤੁਸੀਂ ਲੋਕਾਂ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਲੈ ਸਕੋ। ਆਮੀਨ। ਤੁਸੀਂ ਲੋਕਾਂ ਨੂੰ ਕੁਝ ਸੱਚ ਬਿਆਨ ਕਰ ਸਕੋ। ਆਮੀਨ। ਹਾਲੇਲੂਇਆ, ਹਾਲੇਲੂਇਆ। ਤੁਹਾਨੂੰ ਸੁਣਨਾ ਪੈਣਾ ਹੈ। ਆਮੀਨ। ਤੁਹਾਨੂੰ ਵੇਖਣਾ ਪੈਣਾ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਗੰਭੀਰ ਮੁਕੱਦਮੇ ਜਾਂ ਅਦਾਲਤ ਵਿੱਚ ਗਵਾਹ ਬਣ ਸਕੋ। ਕਿਸੇ ਗੰਭੀਰ ਮਸਲੇ ਉੱਤੇ ਕੋਈ ਗੱਲਬਾਤ ਕਰਨ ਦੇ ਲਈ ਤੁਹਾਨੂੰ ਕੋਈ ਮਟੀਰੀਅਲ ਚਾਹੀਦਾ ਹੈ। ਮੰਨ ਲਓ ਕਿ ਹੁਣ ਕਿਸੇ ਬੁਰੀ ਸਿੱਖਿਆ ਦੇ ਉੱਤੇ ਗੱਲਬਾਤ ਕਰਨੀ ਹੈ ਜਾਂ ਬਪਤਿਸਮੇ ਤੇ ਗੱਲਬਾਤ ਕਰਨੀ ਹੈ। ਹੁਣ ਬਪਤਿਸਮੇ ਤੇ ਤੁਸੀਂ ਕਿਸੇ ਨੂੰ ਗਵਾਹੀ ਦੇਣੀ ਹੈ, ਤੁਹਾਨੂੰ ਬਪਤਿਸਮੇ ਦੇ ਲਈ ਪਹਿਲਾਂ ਕੁਝ ਸੁਣਨਾ ਪੈਣਾ ਹੈ। ਆਮੀਨ। ਤੁਹਾਨੂੰ ਬਪਤਿਸਮੇ ਦੇ ਲਈ ਕੁਝ ਨਾ ਕੁਝ ਵੇਖਣਾ ਪੈਣਾ ਹੈ, ਤਾਂ ਤੁਸੀਂ ਗਵਾਹ ਹੋ ਸਕਦੇ ਹੋ। ਹਨਾ? ਹੁਣ ਗੱਲ ਤਾਂ ਕਰਨੀ ਕਿਸੇ ਮਿਸ਼ਨਰੀ ਨਾਲ, ਗੱਲ ਤਾਂ ਕਰਨੀ ਕਿਸੇ ਕੈਥਲਿਕ ਵਾਲੇ ਨਾਲ, ਹਨਾ? ਤੇ ਉਹਦੇ ਲਈ ਕੁਝ ਤੁਸੀਂ ਵੇਖਿਆ ਹੀ ਨਹੀਂ, ਕੁਝ ਸੁਣਿਆ ਹੀ ਨਹੀਂ, ਤੇ ਫਿਰ ਤਾਂ ਤੁਸੀਂ ਸੱਚੇ ਹੋਣ ਦੇ ਬਾਵਜੂਦ ਵੀ ਕੀ ਜੇ? ਝੂਠੇ ਬਨਾਵਟੀ ਗਵਾਹ। ਐਵੇਂ ਬਸ ਵਾਲੀਆ ਸੂਤਰ ਕਰਨ ਵਾਲੇ ਜਾਂ ਵਧੀਆ ਕੱਪੜੇ ਪਾਉਣ ਵਾਲੇ ਗਵਾਹ ਜੇ, ਜਾਂ ਬਸ ਬੈਗ ਚੱਕ ਲਿਆ, ਬਾਈਬਲ ਨਜ਼ਰ ਆ ਰਹੀ, ਬਸ ਠੀਕ ਠਾਕ ਹੈ, ਇਹਨੂੰ ਕਦੀ ਪੜਿਆ ਨਹੀਂ ਜਾਂ ਇਹਨੂੰ ਕਦੀ ਲਿਆ ਹੀ ਨਹੀਂ ਉਸ ਤਰੀਕੇ ਦੇ ਨਾਲ। ਕਿਹਨਾਂ ਨੂੰ ਮੇਰੀ ਗੱਲ ਸਮਝ ਆ ਰਹੀ? ਆਮੀਨ। ਇਹ ਗਵਾਹ ਹੋਣ ਦੇ ਕੁਝ ਰੂਲ ਆ। ਤੁਹਾਨੂੰ ਕੁਝ ਲੱਭਣਾ ਪੈਣਾ ਹੈ ਬਾਈਬਲ ਦੇ ਵਿੱਚੋਂ, ਕੁਝ ਦੇਖਣਾ ਪੈਣਾ ਹੈ। ਹਾਲੇਲੂਇਆ। ਔਰ ਇਹ ਨਹੀਂ ਕਿ ਗਵਾਹ ਜਦੋਂ ਗਵਾਹੀ ਦਿੰਦਾ ਹੈ ਔਰ ਤੁਹਾਡਾ ਮੁਕਾਬਲਾ ਨਹੀਂ ਹੁੰਦਾ, ਪੂਰਾ ਯੁੱਧ ਛਿੜਦਾ ਹੈ, ਪੂਰੀ ਗੱਲਬਾਤ ਹੁੰਦੀ ਹੈ ਉਸ ਜਗ੍ਹਾ ਤੇ। ਔਰ ਸੱਚਾ ਗਵਾਹ ਕਦੇ ਨਹੀਂ ਕਹਿੰਦਾ ਵੀ ਮੈਂ ਬਹਿਸ ਨਹੀਂ ਕਰ ਸਕਦਾ। ਸੱਚ ਹੈ, ਸੱਚਾ ਗਵਾਹ ਬਹਿਸ ਨਹੀਂ ਕਰਦਾ। ਬਹਿਸ ਕੌਣ ਕਰਦਾ? ਜਿਹੜੇ ਮੰਨਦੇ ਨਹੀਂਗੇ, ਜਿਹੜੇ ਕਹਿੰਦੇ ਦੁੱਧ ਦਾ ਰੰਗ ਕਿਹੜਾ ਹੁੰਦਾ ਆ? ਕਾਲਾ ਹੀ ਹੁੰਦਾ ਹੈ। ਦੁੱਧ ਦਾ ਰੰਗ ਕਾਲਾ ਹੁੰਦਾ ਨਾ, ਪਰ ਉਹ ਕਹਿੰਦੇ ਕਾਲਾ ਹੀ ਹੁੰਦਾ ਆ। ਕਿਹਨੇ ਕਿਹਾ? ਸਾਡੇ ਪਾਸਟਰ ਜੀ ਨੇ ਕਹਿਤਾ, ਸਾਡੇ ਪਾਪਾ ਜੀ ਨੇ ਕਹਿਤਾ ਦੁੱਧ ਦਾ ਰੰਗ ਕਾਲਾ ਹੀ ਆ। ਸਾਡੇ ਚਰਚ ਨੇ ਕਹਿਤਾ ਜਦੋਂ ਦੁੱਧ ਦਾ ਰੰਗ ਕਾਲਾ ਹੈ ਤੇ ਕਾਲਾ ਹੀ ਆ, ਹੈਨਾ? ਉਹਨਾਂ ਹੋਰ ਕੁਛ ਨਹੀਂ ਸੁਣਨਾ ਵੀ ਇੱਥੇ ਕੀ ਲਿਖਿਆ ਆ, ਕਿੱਦਾਂ ਆ, ਕੀ ਆ। ਪਰ ਤੁਹਾਨੂੰ ਕੁਝ ਸੁਣਾਉਣ ਦੇ ਲਈ ਤੁਹਾਡੇ ਕੋਲ ਤੁਹਾਨੂੰ ਕੁਝ ਵੇਖਣਾ ਪੈਣਾ ਹੈ, ਤੁਹਾਨੂੰ ਕੁਝ ਲੱਭਣਾ ਪੈਣਾ ਹੈ, ਤੁਹਾਨੂੰ ਕੋਈ ਆਪਣਾ ਸਮਾਂ ਗਵਾਉਣਾ ਪੈਣਾ ਹੈ। ਹਾਲੇਲੂਇਆ, ਹਾਲੇਲੂਇਆ। ਕੁਝ ਪ੍ਰਭੂ ਦੇ ਵਿੱਚ ਤਰੱਕੀ ਕਰਨੀ ਪੈਣੀ ਹੈ ਜੇ ਤੁਸੀਂ ਚਾਹੁੰਦੇ ਕਿ ਤੁਸੀਂ ਪ੍ਰਭੂ ਦੇ ਗਵਾਹ ਹੋ ਸਕੋ। ਹਾਲੇਲੂਇਆ, ਹਾਲੇਲੂਇਆ। ਆਪਾਂ ਹੌਲੀ ਹੌਲੀ ਸੰਦੇਸ਼ ਦੇ ਵਿੱਚ ਵੜ ਰਹੇ ਹਾਂ। ਭੈਣੋ ਤੇ ਭਰਾਓ, ਇਹ ਗੱਲ ਐਦਾਂ ਨਹੀਂ ਚੱਲਣੀ ਕਿ ਫਲਾਣੇ ਫਲਾਣੇ ਨੇ ਮੈਨੂੰ ਦੱਸਿਆ ਜਾਂ ਫਲਾਣੇ ਫਲਾਣੇ ਨੇ ਮੈਨੂੰ ਇਹਨਾਂ ਗੱਲਾਂ ਦੇ ਬਾਰੇ ਦੱਸਿਆ, ਜਾਂ ਮੇਰੇ ਉਦੋਂ ਨਾ ਐਨਕ ਨਹੀਂ ਸੀ ਪਾਈ ਹੋਈ, ਨਹੀਂ ਤਾਂ ਮੈਂ ਪ੍ਰੋਪਰ ਵਾਰਦਾਤ ਵੇਖ ਲੈਣੀ ਸੀਗੀ। ਕਿੰਨਾ ਗੱਲ ਸਮਝ ਆਈ? ਜੋ ਕੁਝ ਤੂੰ ਤਿਆਰੀ ਕਰਨੀ ਆ ਉਹ ਪਹਿਲਾਂ ਤੈਨੂੰ ਲੱਭਣਾ ਪੈਣਾ ਆ।
ਪਹਿਲਾਂ ਤੈਨੂੰ ਆਪਣੀਆਂ ਅੱਖਾਂ ਸੈੱਟ ਕਰਨੀਆਂ ਪੈਣੀਆਂ ਆ ਕਿ ਤੂੰ ਕੁਝ ਵੇਖ ਸਕੇ। ਤੁਹਾਨੂੰ ਪਤਾ ਕਿ ਭਾਈ ਆਪਣੇ ਜਦੋਂ ਏਲੀਆ ਉਠਾਇਆ ਜਾਣ ਵਾਲਾ ਉਸ ਅਗਨੀ ਰੱਥਾਂ ਦੇ ਨਾਲ, ਤੇ ਉਹ ਕਹਿੰਦਾ ਤੈਨੂੰ ਚਾਹੀਦਾ ਕੀ ਆ? ਕਹਿੰਦਾ ਤੇਰਾ ਦੁੱਗਣਾ ਮਸਾ, ਆਮੀਨ, ਤੇਰਾ ਦੁੱਗਣਾ ਮਸਾ ਚਾਹੀਦਾ ਆ। ਕਹਿੰਦਾ ਪਰ ਇਹਦੇ ਲਈ ਤਾਂ ਤੈਨੂੰ ਕੁਝ ਕਰਨਾ ਪੈਣਾ ਆ। ਕੀ ਕਰਨਾ ਪੈਣਾ ਆ? ਤੈਨੂੰ ਮੈਨੂੰ ਵੇਖਣਾ ਪੈਣਾ ਆ। ਆਮੀਨ। ਤੈਨੂੰ ਕੁਝ ਸੁਣਨਾ ਪੈਣਾ ਆ। ਆਮੀਨ, ਹਾਲੇਲੂਇਆ, ਹਾਲੇਲੂਇਆ। ਤੇ ਪ੍ਰਭੂ ਅੱਜ ਵੀ ਅਗਰ ਤੁਸੀਂ ਪ੍ਰਭੂ ਦੇ ਕੁਝ ਗਵਾਹ ਹੋਣਾ ਚਾਹੁੰਦੇ ਹੋ, ਕੁਝ ਕਰਨਾ ਪੈਣਾ ਹੈ। ਨਹੀਂ ਤਾਂ ਭਾਈ ਨੇ ਕਹਿੰਦੇ ਹੀ ਰਹਿਣਾ, ਕੋਈ ਗਵਾਹੀ ਦੇਵੇਗਾ? ਕੋਈ ਗਵਾਹੀ ਦੇ ਸਕਦਾ? ਤੇ ਹੱਥ ਬੁੱਕਲਾਂ 'ਚ ਰਹਿਣੇ, ਕਿਉਂਕਿ ਕੁਝ ਹੋਵੇਗਾ ਤਾਂ ਬੋਲੋਗੇ, ਕੁਝ ਸੁਣਿਆ ਹੋਵੇਗਾ ਤਾਂ ਹੀ ਬੋਲ ਸਕਦੇ ਹੋ, ਕੁਝ ਦੇਖਿਆ ਹੋਵੇਗਾ ਤਾਂ ਹੀ ਦੱਸ ਸਕਦੇ। ਕਿ ਮੰਨ ਲਓ ਕਿ ਆ ਦੁਆਰ ਦੇ ਪਿੱਛੇ ਕੀ ਆ, ਕਿਸੇ ਨੂੰ ਨਹੀਂ ਪਤਾ, ਪਰ ਉਹੀ ਦੱਸ ਸਕਦਾ ਜਿਹਨੇ ਦੇਖਿਆ ਹੈ। ਭਾਈ ਬ੍ਰੈਨਨ ਨੇ ਵੀ ਏਦਾਂ ਕਿਹਾ ਕਿ ਮੈਂ ਉਸ ਕੰਧ ਦੇ ਉੱਤੇ ਚੜ੍ਹਦਾ ਬੜੇ ਜ਼ੋਰ ਨਾਲ, ਹੈ ਆਪਣੀਆਂ ਫੜਿਆ ਭਾਈ ਨੇ, ਹਨਾ, ਆਪਣੀਆਂ ਉਂਗਲੀਆਂ ਦਰਾਰਾਂ ਦੇ ਵਿੱਚ ਫਸਾ ਕੇ ਬੜੇ ਜ਼ੋਰ ਨਾਲ ਚੜ੍ਹਦਾ ਹੈ, ਔਰ ਕਹਿੰਦਾ ਫਿਰ ਮੈਂ ਵੇਖਦਾ ਹੈ, ਹਨਾ, ਏਦਾਂ ਕਰਕੇ ਨਾ, ਔਰ ਫਿਰ ਮੈਂ ਦੱਸ ਸਕਦਾ ਆ ਵੀ ਕਿੱਧਰ ਕੀ ਕੁਝ ਆ, ਕਿੱਧਰ ਕੀ ਕੁਝ ਆ। ਔਰ ਫਿਰ ਕਹਿੰਦਾ ਮੈਂ ਉਦਾਂ ਹੀ ਏਦਾਂ ਹੀ ਦੱਸ ਸਕਦਾ ਹੈ ਵੀ ਮੈਂ ਆਹ ਕੁਝ ਦੇਖ ਲਿਆ ਉੱਥੋਂ। ਹਾਲੇਲੂਇਆ। ਉਹ ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹ ਨੇ ਇਸ ਮੌਤ ਦੇ ਪਰਦੇ ਨੂੰ ਹਟਾ ਦਿੱਤਾ। ਆਮੀਨ। ਔਰ ਉਹਨੇ ਦੱਸਿਆ ਕਿ ਉੱਥੇ ਲਾਜ਼ਰ ਆ, ਅਬਰਾਹਮ ਦੀ ਗੋਦ 'ਚ ਬੈਠਾ ਹੈ। ਆਮੀਨ, ਹਾਲੇਲੂਇਆ, ਹਾਲੇਲੂਇਆ। ਉਹਨੇ ਦੱਸਿਆ ਕਿ ਉਹ ਤਣੀ ਜਵਾਨ, ਉਹ ਵੇਖੋ ਕਿ ਉਹ ਅੱਗ ਦੇ ਵਿੱਚ ਚਲਾ ਰਿਹਾ ਆ, ਔਰ ਆਹ ਗੱਲਾਂ ਕਰ ਰਿਹਾ ਹੈ, ਔਰ ਆਹ ਸਾਰੀ ਕਹਾਣੀ ਉਹਦੇ ਘਰੇ ਛਿੜੀ ਹੋਈ ਆ, ਕਿਉਂਕਿ ਉਹਨੇ ਕੁਝ ਬਿਆਨ ਕਰਨ ਦੇ ਲਈ ਕੁਝ ਉਹਨੂੰ ਵੇਖਣਾ ਪੈਣਾ ਹੈ। ਆਮੀਨ। ਕੁਝ ਦੱਸਣ ਦੇ ਲਈ ਉਹਨੂੰ ਕੁਝ ਸੁਣਨਾ ਪੈਣਾ ਹੈ। ਆਮੀਨ। ਉਹਨੂੰ ਆਪਣੀਆਂ ਇਹਨਾਂ ਗਿਆਨ ਇੰਦਰੀਆਂ ਨੂੰ ਖੋਲਣਾ ਹੀ ਪੈਣਾ ਹੈ। ਆਮੀਨ। ਕਿਹਨਾਂ ਗੱਲ ਸਮਝਾਈ? ਬਾਕੀ ਕੰਮਾਂ ਦੇ ਲਈ ਭਾਵੇਂ ਬੰਦ ਰਹਿਣ, ਪਰ ਇਸ ਕੰਮ ਦੇ ਲਈ ਖੁੱਲੀਆਂ ਰਹਿਣ। ਹਾਲੇਲੂਇਆ, ਹਾਲੇਲੂਇਆ। ਜਦੋਂ ਅਸੀਂ ਉਹਦੇ ਸੱਚੇ ਗਵਾਹ ਹਾਂ, ਜਿਹੜਾ ਕੋਈ ਉਹਦਾ ਸੱਚਾ ਗਵਾਹ ਹੈ, ਉਹ ਆਪਣੀਆਂ ਗਿਆਨ ਇੰਦਰੀਆਂ ਨੂੰ ਖੋਲਦਾ ਹੈ। ਹਾਲੇਲੂਇਆ, ਹਾਲੇਲੂਇਆ। ਭਾਈ ਬ੍ਰੈਨਨ ਨੇ ਕਿਹਾ ਜੋ ਮਸੀਹ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਉਸ ਵਰਗਾ ਜੀਵਨ ਨਹੀਂ ਜੀ ਰਹੇ ਹਨ, ਇਹ ਗੱਲ ਹੈ, ਦੇਖੋ ਉਹ ਸਹੀ ਗਵਾਹ ਨਹੀਂ ਹਨ। ਜਦੋਂ ਪੜ੍ਹ ਤਾਂ ਲੈਂਦੇ ਆ ਲਿਖਤਾਂ ਨੂੰ, ਪੜ੍ਹ ਤਾਂ ਲੈਂਦੇ ਆ, ਪਰ ਕਹਿੰਦਾ ਉਸ ਵਰਗਾ ਜੀਵਨ ਨਹੀਂ ਜਦੋਂ ਬਤੀਤ ਕਰਦੇ, ਤੇ ਫਿਰ ਉਹ ਇੱਕ ਸੱਚੇ ਗਵਾਹ ਨਹੀਂ ਆ। ਉਹ ਗਵਾਹ ਨਹੀਂ ਹੋ ਸਕਦੇ ਜਦੋਂ ਤੱਕ ਉਹ ਤਜਰਬਾ ਹਾਸਲ ਨਾ ਕਰਨ, ਜਦ ਤੱਕ ਉਸ ਪ੍ਰਤੀਕਿਰਿਆ ਦੇ ਵਿੱਚੋਂ ਦੀ ਨਾ ਲੱਗਣ। ਉਹ ਪ੍ਰਤੀਕਿਰਿਆ ਜਿਹੜੀ ਗਵਾਹ ਹੋਣ ਵਾਲੀ ਪ੍ਰਤੀਕਿਰਿਆ ਹੈ। ਹਾਲੇਲੂਇਆ, ਹਾਲੇਲੂਇਆ। ਮੇਰੀ ਗੱਲ ਸਮਝ ਆ ਰਹੀ ਹੈ? ਆਮੀਨ। ਜਦੋਂ ਉਹਨੂੰ ਤਜਰਬਾ ਹੁੰਦਾ ਹੈ, ਜਦ ਤੱਕ ਉਹ ਗਵਾਹ ਬਣਦੇ ਹਨ ਆਪਣੇ ਆਪ, ਕਿਉਂਕਿ ਉਹ ਨਵਾਂ ਜਨਮ ਪਾਉਂਦੇ ਹਨ ਅਤੇ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਪੁਰਾਣੀਆਂ ਬੀਤ ਗਈਆਂ ਅਤੇ ਸਭ ਨਵੀਆਂ ਹੋ ਗਈਆਂ। ਤਾਂ ਤੁਸੀਂ ਮਸੀਹ ਦੇ ਗਵਾਹ ਬਣਦੇ ਹੋ। ਆਮੀਨ, ਹਾਲੇਲੂਇਆ, ਹਾਲੇਲੂਇਆ। ਪਾਪ ਉਹਨੂੰ ਗਵਾਹ ਹੋਣ ਦੇ ਲਈ ਆਪਣਾ ਕੁਝ ਤਿਆਗਣਾ ਪੈਂਦਾ ਹੈ। ਉਹਨੂੰ ਆਪਣੀ ਨੀਂਦਰ ਤਿਆਗਣੀ ਪੈਂਦੀ ਆ। ਆਮੀਨ। ਉਹਨੂੰ ਕਈ ਵਾਰ ਆਪਣਾ ਜ਼ਰੂਰੀ ਕੰਮ ਤਿਆਗਣਾ ਪੈਂਦਾ ਆ। ਹਾਲੇਲੂਇਆ, ਹਾਲੇਲੂਇਆ। ਇਹ ਗਵਾਹ ਹੋਣ ਦੇ ਲਈ ਆ। ਜਿਹੜਾ ਗਵਾਹ ਨਹੀਂ ਹੈ ਨਾ, ਉਹਨੂੰ ਕੋਈ ਚੱਕਰ ਨਹੀਂਗਾ, ਭਾਵੇਂ ਕੋਈ ਮੈਸੇਜ ਮੰਨ ਰਿਹਾ ਨਹੀਂ ਮੰਨ ਰਿਹਾ, ਕੋਈ ਗੱਲ ਨਹੀਂ। ਘਰ 'ਚ ਕੀ ਕੁਝ ਚੱਲ ਰਿਹਾ ਉਹਨੂੰ ਕੋਈ ਲੈਣਾ ਦੇਣਾ ਨਹੀਂ। ਉਹਨਾਂ ਦੇ ਪਰਿਵਾਰ 'ਚ, ਉਹਨਾਂ ਦੇ ਖਾਨਦਾਨ 'ਚ, ਰਿਸ਼ਤੇਦਾਰੀਆਂ 'ਚ ਕੀ ਕੁਝ ਹੋ ਰਿਹਾ, ਕੋਈ ਲੈਣਾ ਦੇਣਾ ਨਹੀਂ। ਪਰ ਜਿਹੜਾ ਗਵਾਹ ਹੈ ਉਹ ਸੱਚ ਦਾ ਸਾਥ ਦਿੰਦਾ ਹੈ, ਉਹ ਸਹੀ ਗੱਲ ਕਰਦਾ ਹੈ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਔਰ ਜ਼ਰੂਰੀ ਗੱਲ ਹੈ ਕਿ ਇਸ ਤਜਰਬੇ ਦੇ ਵਿੱਚੋਂ ਦੀ ਲੰਘਣਾ, ਜਿਸ ਤਜਰਬੇ ਦੇ ਵਿੱਚੋਂ ਦੀ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਲਗਾਉਣ ਜਾ ਰਿਹਾ ਹੈ। ਆਮੀਨ, ਹਾਲੇਲੂਇਆ, ਹਾਲੇਲੂਇਆ। ਜਿਸ ਕੰਮ ਦੇ ਲਈ ਪ੍ਰਭੂ ਯਿਸੂ ਮਸੀਹ ਜਾਣਦਾ ਹੈ ਕਿ ਆ ਜ਼ਰੂਰੀ ਕੋਈ ਕੰਮ ਹੈ ਜਿਹੜਾ ਇਹਨਾਂ ਦੇ ਲਈ ਕਰਨਾ ਬੜਾ ਜ਼ਰੂਰੀ ਆ। ਔਰ ਉਹ ਇਹ ਕੰਮ ਨਹੀਂਗਾ ਕਿ ਚੱਲ ਪਹਿਲਾਂ ਆਪਣੀ ਫਲਾਣੇ ਬਾਈਬਲ ਕਾਲਜ ਦੇ ਵਿੱਚ ਆਪਣੀ ਐਡਮਿਸ਼ਨ ਕਰਾ ਕੇ ਆ, ਪਹਿਲਾਂ ਆਪਣਾ ਫਾਰਮ ਫਿਲ ਕਰਕੇ ਆ, ਪਹਿਲਾਂ ਆਪਣਾ ਆਧਾਰ ਕਾਰਡ ਚੈੱਕ ਕਰਾ, BDS ਕਰਕੇ, ਪਹਿਲਾਂ ਇਹ ਦੱਸ ਕਿ ਤੂੰ ਕਿੰਨੇ ਸਾਲ ਦੀ ਸਟੱਡੀ ਕੀਤੀ ਆ, ਫਿਰ ਇਹ ਦੱਸ ਕਿ ਤੈਨੂੰ ਕਿੱਧਰ ਦੇ ਇਲਾਕੇ ਦਾ ਚਰਚ ਚਾਹੀਦਾ ਆ। ਉਸ ਚਰਚ ਦੇ ਉੱਤੇ ਐਜ਼ ਏ ਪਾਸਟਰ ਕੰਮ ਕਰਨਾ ਆ, ਐਜ਼ ਏ
ਵੈਂਜਲਿਸਟ ਕੰਮ ਕਰਨਾ ਆ, ਕਿਹੜਾ ਕੰਮ ਕਰਨਾ ਆ, ਕੋਈ ਲੈਣਾ ਦੇਣਾ ਨਹੀਂ ਆ। ਜ਼ਰੂਰੀ ਜਿਹੜਾ ਤਜਰਬਾ ਹਾਸਲ ਕਰਨਾ ਆ, ਜ਼ਰੂਰੀ ਜਿਹੜੀ ਸਮੱਗਰੀ ਆ ਉਹ ਹੈ ਪਵਿੱਤਰ ਆਤਮਾ। ਹਾਲੇਲੂਇਆ ਹਾਲੇਲੂਇਆ। ਔਰ ਚੇਲੇ ਕਦੇ ਵੀ ਉਹਦਾ ਬਾਹਰ ਜਾ ਨਹੀਂ ਸੀ ਸਕਦੇ। ਹਾਲੇਲੂਇਆ ਹਾਲੇਲੂਇਆ। ਉਹ ਚੇਲੇ ਕਦੇ ਵੀ ਉਹਦਾ ਨਹੀਂ ਬਾਹਰ ਜਾ ਸਕਦੇ ਸੀ। ਸੰਸਾਰਿਕ ਗਿਆਨ ਪ੍ਰਾਪਤ ਕਰਕੇ, ਵਚਨ ਦੀ ਕੱਲੀ ਨੌਲੇਜ ਗਿਆਨ ਇਕੱਠਾ ਕਰਕੇ, ਜਾਂ ਆਪਣੀ ਪੜ੍ਹਾਈ ਲਿਖਾਈ ਜੋ ਸਰਟੀਫਿਕੇਟ ਲੈ ਕੇ ਕਿ ਆ ਦੇਖੋ ਮੈਂ ਇੰਨੇ ਸਾਲ ਦਾ ਕੋਰਸ ਕਰ ਲਿਆ ਆ, ਹੁਣ ਮੈਂ ਇੱਕ ਪਾਸਟਰ ਹੋ ਸਕਦਾ ਆ, ਹੁਣ ਮੈਂ ਇੱਕ ਏਦਾਂ ਦਾ ਹੋ ਸਕਦਾ ਆ। ਭੈਣੇ ਤੇ ਭਰਾਵੋ, ਏਦਾਂ ਦੀ ਕੋਈ ਚੀਜ਼ ਨਹੀਂ ਆ। ਅੱਜ ਬਹੁਤ ਸਾਰੇ ਲੋਕ ਅਸੀਂ ਜਦੋਂ ਦੇਖਦੇ ਹਾਂ ਕਿ ਪਵਿੱਤਰ ਆਤਮਾ ਦੀ ਗਵਾਹੀ ਤੋਂ ਬਿਨਾਂ ਹੀ ਗਵਾਹੀ ਦੇਣੀ ਸ਼ੁਰੂ ਕਰਦੇ ਆ, ਫੜੇ ਜਾਂਦੇ ਆ। ਆਮੀਨ। ਫੜ ਲੈ ਜਾਂਦੇ ਆ ਕਿ ਬੰਦਾ ਝੂਠਾ ਆ, ਇਹ ਗਲਤ ਆ। ਉਹ ਕਿੱਦਾਂ ਫੜੇ ਜਾਂਦੇ ਆ? ਉਹ ਜਾਂ ਤਾਂ ਕਿਸੇ ਸਿੱਖਿਆ ਨੂੰ ਲੈ ਕੇ ਆਉਣਗੇ, ਹਾਲੇਲੂਇਆ, ਜਾਓ ਕਿਸੇ ਏਦਾਂ ਦੀ ਚੀਜ਼ ਨੂੰ ਲੈ ਕੇ ਆਉਣਗੇ ਜਿਹੜੀ ਕਿਸੇ ਮਨੁੱਖ ਨੂੰ ਉੱਚਾ ਕਰ ਰਹੀ ਆ, ਜਾਂ ਕਿਸੇ ਏਦਾਂ ਦੀ ਚੀਜ਼ ਨੂੰ ਲੈ ਕੇ ਆਉਣਗੇ ਜਿਹੜੀ ਉਹਨਾਂ ਦੇ ਕਿਸੇ ਮਿਸ਼ਨ ਨੂੰ ਉੱਚਾ ਕਰ ਰਹੀ ਆ, ਜਾਂ ਉਹਨਾਂ ਦੀ ਚਰਚ ਨੂੰ ਉੱਚਾ ਕਰ ਰਹੀ ਆ। ਉਹ ਜ਼ਿਆਦਾਤਰ ਕੰਮ ਪ੍ਰਭੂ ਦੇ ਲਈ ਨਹੀਂ ਕਰਨਾ ਚਾਹੁੰਦੇ, ਉਹ ਕਿਸੇ ਬੰਦੇ ਦੇ ਲਈ, ਕਿਸੇ ਚਰਚ ਦੇ ਲਈ, ਹਾਲੇਲੂਇਆ ਹਾਲੇਲੂਇਆ, ਐਵੇਂ ਦੀ ਚੀਜ਼ ਦੇ ਲਈ ਕੰਮ ਕਰਨਾ ਚਾਹੁੰਦੇ ਆ ਜਿਹੜੀ ਕਦੇ ਵੀ ਡਿੱਗ ਸਕਦੀ ਆ, ਜਿਹੜੀ ਕਦੇ ਵੀ ਬਰਬਾਦ ਹੋ ਸਕਦੀ ਆ, ਜਿਹੜੀ ਕਿਤੇ ਵੀ ਜਾ ਕੇ ਨਾਸ਼ ਹੋ ਸਕਦੀ ਆ। ਉਹ ਏਦਾਂ ਦੀਆਂ ਚੀਜ਼ਾਂ ਦੇ ਲਈ ਮਿਹਨਤ ਕਰਨਾ ਚਾਹੁੰਦੇ ਆ ਕਿ ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਪੇਟ ਭੋਜਨ ਦੇ ਲਈ ਔਰ ਭੋਜਨ ਪੇਟ ਦੇ ਲਈ ਆ, ਪਰ ਇੱਕ ਦਿਨ ਦੋਵਾਂ ਨੇ ਨਾਸ਼ ਹੋ ਜਾਣਾ ਆ। ਉਹ ਕਦੇ ਪ੍ਰਭੂ ਦੇ ਲਈ ਕੰਮ ਕਰਨਾ ਹੀ ਨਹੀਂ ਚਾਹੁੰਦੇ। ਹਾਲੇਲੂਇਆ ਹਾਲੇਲੂਇਆ। ਉਹਨਾਂ ਦੀ ਗਵਾਹੀ ਵੀ ਆ ਤੇ ਉਹ ਗਵਾਹੀ ਉਹਨਾਂ ਦੀ ਕਿਸੇ ਆਪਣੇ ਸਵਾਰਥ ਦੇ ਲਈ ਗਵਾਹੀ ਆ। ਉਹ ਚਾਹੁੰਦੇ ਆ ਕਿ ਚੱਲ ਮੈਂ ਜੇ ਗਵਾਹੀ ਦੇ ਰਿਹਾ ਆ ਤੇ ਇਹਦੇ ਵਿੱਚ ਮੇਰਾ ਫਾਇਦਾ ਹੋ ਜਾਵੇ, ਮੈਂ ਇਹਦੇ ਵਿੱਚੋਂ ਆਪਣਾ ਪ੍ਰੋਫਿਟ ਕੱਢ ਲਵਾਂ। ਕਿਹਨਾਂ ਨੂੰ ਗੱਲ ਸਮਝ ਆਈ? ਆਮੀਨ। ਭੈਣ ਤੇ ਭਰਾਓ, ਏਦਾਂ ਦੀ ਚੀਜ਼ ਕਦੇ ਵੀ ਜ਼ਿਆਦਾ ਦੇਰ ਤੱਕ ਚੱਲ ਨਹੀਂ ਸਕਦੀ। ਇੱਕ ਨਾ ਇੱਕ ਜਾ ਕੇ ਚੀਜ਼ ਉਹ ਫੜੀ ਜਾਣੀ ਆ, ਉਹ ਨਾਸ਼ ਹੋ ਜਾਣੀ ਆ। ਹਾਲੇਲੂਇਆ ਹਾਲੇਲੂਇਆ। ਅੱਜ ਕਈ ਲੋਕ ਬਿਨਾਂ ਅਗਵਾਈ ਦੇ ਭੱਜੇ ਫਿਰਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਕਿ ਪਵਿੱਤਰ ਆਤਮਾ ਕਿੱਦਾਂ ਦੇ ਕੰਮ ਚਾਹੁੰਦਾ ਇੱਕ ਗਵਾਹ ਤੋਂ। ਹਾਲੇਲੂਇਆ। ਸਾਨੂੰ ਯਾਦ ਆਉਂਦਾ ਆ ਕਿ ਆਓ ਆਪਾਂ ਇੱਕ ਗਵਾਹ ਨੂੰ ਇਹਦੇ ਵਿੱਚ ਲੈਂਦੇ ਆ। ਪ੍ਰਭੂ ਦੇ ਗਵਾਹ ਕਿੱਦਾਂ ਦੇ ਹੁੰਦੇ ਆ? ਸਾਨੂੰ ਪਤਾ ਲੱਗਦਾ ਆ ਕਿ ਪ੍ਰਭੂ ਦਾ ਗਵਾਹ ਇੱਕ ਵਾਰੀ ਨੂਹ ਨਬੀ ਹੋਇਆ ਆ। ਹਾਲੇਲੂਇਆ ਹਾਲੇਲੂਇਆ। ਪੁਰਾਣੇ ਗਵਾਹਾਂ ਦੇ ਵਿੱਚੋਂ ਇੱਕ ਗਵਾਹ ਸੀਗਾ ਜਿਹਦਾ ਨਾਮ ਕੀ ਸੀਗਾ? ਨੂਹ ਨਬੀ। ਔਰ ਜਦੋਂ ਨੂਹ ਨਬੀ ਇਸ ਧਰਤੀ ਦੇ ਉੱਤੇ ਆਇਆ ਤੇ ਉਹਨੇ ਪ੍ਰਭੂ ਦੀ ਕਿਸੇ ਗਵਾਹੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਸੰਦੇਸ਼ ਦਾ ਪ੍ਰਚਾਰ ਕਰਨਾ, ਲੋਕਾਂ ਨੂੰ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ। ਹੁਣ ਉਹ ਗਵਾਹ ਸੱਚਾ ਗਵਾਹ ਸੀਗਾ। ਉਹ ਅੱਖੀ ਵੇਖੀਆਂ ਕਈਆਂ ਚੀਜ਼ਾਂ ਦਾ ਗਵਾਹ ਸੀਗਾ। ਉਹ ਕੰਨੀ ਸੁਣਿਆ ਕਿਸੇ ਚੀਜ਼ਾਂ ਦਾ ਗਵਾਹ ਸੀਗਾ। ਔਰ ਜਦ ਵੀ ਭਾਈਆਂ ਨੇ ਕਿਹਾ ਵੀ ਤੁਸੀਂ ਗਵਾਹੀ ਦੇਣ ਜਾਂਦੇ ਹੋ, ਤੁਹਾਨੂੰ ਕਿਸੇ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਨੂੰ ਉਹਨਾਂ ਦੇ ਗਿਆਨ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਦੀ ਸਮਝ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਦੇ ਗਿੱਜੇ ਹੋਏ ਵਿਸ਼ਵਾਸ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਵਿਸ਼ਵਾਸ ਜਿਹਦੇ ਉੱਤੇ ਪੱਕੇ ਹੋ ਚੁੱਕੇ ਆ, ਔਰ ਏਦਾਂ ਦੇ ਪੱਕੇ ਕਿ ਉਹਨਾਂ ਨੇ ਇਮਾਰਤਾਂ ਬਣਾਈਆਂ, ਸ਼ਹਿਰ ਵਸਾਏ ਆ ਉਸ ਵਿਸ਼ਵਾਸ ਦੇ ਉੱਤੇ। ਹਾਲੇਲੂਇਆ। ਔਰ ਏਦਾਂ ਦੀਆਂ ਚੀਜ਼ਾਂ ਨੂੰ ਹਟਾਉਣਾ ਛੋਟੀ ਜਿਹੀ ਗੱਲ ਨਹੀਂ ਹੈ। ਇਹਦੇ ਲਈ ਇੱਕ ਸੱਚਾ ਗਵਾਹ ਚਾਹੀਦਾ ਹੈ। ਔਰ ਪ੍ਰਭੂ ਨੇ ਹਰੇਕ ਯੁੱਗ ਦੇ ਵਿੱਚ ਆਪਣਾ ਕੋਈ ਨਾ ਕੋਈ ਗਵਾਹ ਰੱਖਿਆ ਹੈ। ਧਰਤੀ ਦੇ ਉੱਤੇ ਜਦ ਵੀ ਕੋਈ ਯੁੱਗ ਬਦਲਿਆ, ਕੋਈ ਯੁੱਗ ਸ਼ੁਰੂ ਹੋਇਆ, ਪ੍ਰਭੂ ਨੇ ਕੋਈ ਨਾ ਕੋਈ ਗਵਾਹ ਆਪਣਾ ਰੱਖਿਆ ਆ। ਪ੍ਰਭੂ ਕਦੇ ਵੀ ਆਪਣੇ ਗਵਾਹਾਂ ਤੋਂ ਬਿਨਾਂ ਨਹੀਂ ਰਿਹਾ। ਕਿਹਨਾਂ ਨੂੰ ਗੱਲ ਸਮਝ ਆਈ? ਆਮੀਨ। ਵੀ ਇਹ ਨਹੀਂ ਕਿ ਪਰਮੇਸ਼ਰ ਤਾਂ ਯਹੋਵਾ ਪਰਮੇਸ਼ਰ ਹੀ ਆ, ਪਰ ਧਰਤੀ ਦੇ ਉੱਤੇ ਉਹਦਾ ਕੋਈ ਗਵਾਹ ਹੀ ਨਹੀਂਗਾ। ਉਹ ਆਪਣੇ ਗਵਾਹਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਧਰਤੀ ਦੇ ਉੱਤੇ ਕੋਈ ਨਾ ਕੋਈ ਉਹਦਾ ਗਵਾਹ ਜ਼ਰੂਰ ਹੁੰਦਾ ਹੀ ਆ। ਹਾਲੇਲੂਇਆ। ਉਹਨੇ ਸ਼ੈਤਾਨ ਨੂੰ ਪੁੱਛਿਆ ਕਿ ਤੂੰ ਕਿੱਥੋਂ ਆਇਆ? ਕਹਿੰਦਾ ਧਰਤੀ ਤੋਂ। ਕਹਿੰਦਾ ਤੈਨੂੰ ਕੀ ਦਿਖਿਆ? ਕਹਿੰਦਾ ਸਾਰੀ ਧਰਤੀ ਬੜੀ ਵਧੀਆ। ਕਹਿੰਦਾ ਸਾਰੇ ਬਹੁਤ ਵਧੀਆ। ਕਹਿੰਦਾ ਵੀ ਕੋਈ ਤੇਰੀ ਭਗਤੀ ਨਹੀਂ ਕਰ ਰਿਹਾ। ਕਹਿੰਦਾ ਫਿਰ ਮੇਰਾ ਗਵਾਹ ਨਹੀਂ ਇੱਕ ਦੇਖਿਆ, ਕਿਉਂਕਿ ਆਪਣੇ ਗਵਾਹਾਂ ਤੋਂ ਬਿਨਾਂ ਭਾਵੇਂ ਇੱਕ ਹੀ ਇਸ ਧਰਤੀ ਦੇ ਉੱਤੇ ਹੋਵੇ,
ਉਹ ਗਵਾਹ ਜ਼ਰੂਰ ਰੱਖਦਾ ਹੈ। ਕਹਿੰਦਾ ਜਾ ਉਸ ਮੇਰੇ ਗਵਾਹ ਨੂੰ ਪਰਖ ਕੇ ਦੇਖ ਲੈ, ਉਹ ਮੇਰਾ ਸੱਚਾ ਗਵਾਹ ਆ। ਹਾਲੇਲੂਇਆ। ਆਓ ਅਸੀਂ ਗੱਲ ਕਰਦੇ ਹਾਂ ਨੂੰ ਨਬੀ, ਉਹਨੇ ਕੋਈ ਸੱਚ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਉਹਨੇ ਕੁਝ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਉਹ ਲੋਕ ਆਪਣੇ ਵਿਸ਼ਵਾਸ ਤੇ ਆਪਣੀ ਸਮਝ ਦੇ ਉੱਤੇ ਇੰਨੇ ਕੁ ਜ਼ਿਆਦਾ ਪੱਕੇ, ਉਹ ਕਹਿੰਦੇ ਬੁੱਢਾ ਪਾਗਲ ਹੋ ਗਿਆ। ਇਹ ਸਹੀ ਨਹੀਂਗਾ ਜੋ ਇਹ ਗੱਲਾਂ ਕਰ ਰਿਹਾ ਹੈ ਨਾ, ਇਹ ਹਜਮ ਕਰਨੀਆਂ ਔਖੀਆਂ ਆ। ਹਾਲੇਲੂਇਆ ਹਾਲੇਲੂਇਆ। ਉਹਨਾਂ ਨੂੰ ਲੱਗਦਾ ਕਿ ਇਹ ਬਸ ਇਹ ਜ਼ਿਆਦਾ ਉਮਰ ਹੋਣ ਦੇ ਕਰਕੇ ਇਹਦਾ ਕੰਮ, ਇਹਦਾ ਦਿਮਾਗ ਖਰਾਬ ਹੋ ਗਿਆ ਆ। ਹਾਲੇਲੂਇਆ। ਪਰ ਜੇਕਰ ਤੁਸੀਂ ਸੱਚਮੁੱਚ ਅਸਲੀ ਗਵਾਹ ਹੋ, ਫਿਰ ਤੁਸੀਂ ਆਪਣੀ ਗਵਾਹੀ ਝੂਠੇ ਨਹੀਂ ਸਕਦੇ। ਫਿਰ ਤੁਸੀਂ ਏਦਾਂ ਦਾ ਕੰਮ ਨਹੀਂ ਕਰਦੇ ਕਿ ਭਾਈ ਜੀ ਇਹਨਾਂ ਨੇ ਮੰਨਣਾ ਹੀ ਨਹੀਂਗਾ, ਇਹਨਾਂ ਨੇ ਮੰਨਣਾ ਹੀ ਨਹੀਂਗਾ, ਇਹਨਾਂ ਨੂੰ ਫਾਇਦਾ ਹੀ ਨਹੀਂ ਕੁਝ ਕਹਿਣ ਦਾ। ਕਿੰਨਾ ਗੱਲ ਸਮਝਾਈ? ਸ਼ੈਤਾਨ ਏਦਾਂ ਦੇ ਮਸਲੇ ਖੜੇ ਕਰਦਾ। ਅੱਜ ਵੀ ਭਾਈ ਜੀ ਇਹ ਬੱਚਾ ਸੁਧਰ ਹੀ ਨਹੀਂ ਸਕਦਾ, ਆਪੇ ਸੁਧਰ। ਭਾਈ ਜੀ ਇਹ ਮੰਨ ਹੀ ਨਹੀਂ ਸਕਦੀ ਕਿਸੇ ਦੀ ਵੀ, ਹੈਨਾ? ਏਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸ਼ੈਤਾਨ ਖੜੀਆਂ ਕਰਦਾ ਹੈ। ਪਰ ਗਵਾਹ ਨੇ ਕੀ ਕਰਨਾ ਹੁੰਦਾ ਆ? ਗਵਾਹ ਨੇ ਆਪਣੀ ਸੱਚੀ ਗਵਾਹੀ ਸਾਬਤ ਕਰਨੀ ਹੈ। ਆਮੀਨ। ਉਹਨੇ ਦਿਖਾਉਣਾ ਹੈ ਕਿ ਮੈਂ ਪ੍ਰਭੂ ਦੇ ਲਈ ਕੁਝ ਜਿੱਤ ਲਿਆ ਹੈ। ਆਮੀਨ ਹਾਲੇਲੂਇਆ। ਉਹਨੇ ਦਿਖਾਉਣਾ ਹੈ ਕਿ ਮੈਂ ਕੁਝ ਕੰਮ ਕਰ ਲਿਆ ਹੈ। ਕਿਹਨਾਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਆਮੀਨ। ਕਿ ਜ਼ਰੂਰੀ ਗੱਲਾਂ ਨਹੀਂ ਹੈ, ਹੈਨਾ? ਇਹ ਜ਼ਰੂਰੀ ਗੱਲ ਆ ਕਿ ਅਗਰ ਅਸੀਂ ਪ੍ਰਭੂ ਦੇ ਗਵਾਹ ਆ ਤੇ ਗਵਾਹ ਡਰਪੋਕ ਨਹੀਂ ਹੁੰਦੇ, ਗਵਾਹ ਕਮਜ਼ਿਲੇ ਨਹੀਂ ਹੁੰਦੇ, ਗਵਾਹ ਹਾਲਾਤਾਂ ਦੇ ਸਾਹਮਣੇ ਹਾਰਨ ਵਾਲੇ ਨਹੀਂ ਹੁੰਦੇ। ਕਿਵੇਂ ਭਲਾ? ਭਾਈ ਜੀ ਠੰਡ ਬੜੀ ਆ, ਹੈਨਾ? ਠੰਡ ਬੜੀ ਆ ਤੇ ਕਿਵੇਂ ਹੁਣ ਮੈਂ ਰਜਾਈ ਛੱਡਾਂ, ਹੈਨਾ? ਏਦਾਂ ਦੇ ਗਵਾਹ ਨਹੀਂ ਹੁੰਦੇ। ਭਾਈ ਜੀ ਮੇਰੀ ਕੋਈ ਤਿਆਰੀ ਨਹੀਂ, ਮੈਂ ਕਿੱਦਾਂ ਪ੍ਰਭੂ ਭੋਜ ਲੈ ਲਵਾਂ? ਇਹ ਗਵਾਹ ਦੇ ਅਸੂਲ ਨਹੀਂ ਆ। ਭਾਈ ਜੀ ਮੈਂ ਬੰਦਗੀ ਤੇ ਨਹੀਂ ਆ ਸਕਦਾ, ਮੈਂ ਲੇਟ ਹੋ ਗਿਆ ਸੀ। ਫਿਰ ਮੈਂ ਕਿਹਾ ਹੁਣ ਲੇਟ ਹੋ ਹੀ ਗਿਆ ਤੇ ਬਸ ਮੈਂ ਫਿਰ ਤਾਂ ਨਹੀਂ ਆਇਆ। ਇਹ ਗਵਾਹ ਦੇ ਨਿਯਮ ਨਹੀਂ ਹੈ। ਦੇਖੋ ਏਦਾਂ ਦੀਆਂ ਚੀਜ਼ਾਂ ਜਦੋਂ ਅਸੀਂ ਆਪਦੇ ਆਸ-ਪਾਸ ਸੁਣਦੇ ਹਾਂ, ਪਤਾ ਲੱਗਦਾ ਕਿ ਕਮੀ ਹੈ। ਔਰ ਉਦੋਂ ਕਮੀ ਆ ਕਿ ਜਦੋਂ ਪਵਿੱਤਰ ਆਤਮਾ ਦੇ ਨਾਲ ਅਸੀਂ ਅਸਲੀ ਤਜਰਬਾ ਮਿਲਿਆ ਹੀ ਨਹੀਂ ਕਰਦਾ, ਜਦੋਂ ਅਸਲੀ ਪਵਿੱਤਰ ਆਤਮਾ ਦੇ ਸੰਪਰਕ ਚ ਆਏ ਨਹੀਂਗੇ। ਭਾਵੇਂ ਕਿ ਬਾਈਬਲ ਚੱਕਣ ਲੱਗ ਪਏ, ਬੈਗ ਗਲ ਚ ਪਾਉਣ ਲੱਗ ਪਏ, ਇਹ ਸਭ ਚੀਜ਼ਾਂ ਜੈਨੂਇਨ ਆ, ਪਰ ਅਸਲੀ ਜਿਹੜਾ ਕੰਮ ਚਾਹੀਦਾ ਆ ਉਹ ਤਜਰਬਾ ਆ, ਪਵਿੱਤਰ ਆਤਮਾ ਦਾ ਤਜਰਬਾ। ਔਰ ਜਦੋਂ ਤੁਸੀਂ ਏਦਾਂ ਦੀ ਇੱਕ ਲੈਂਡਮੈਂਟ ਦੇ ਨਾਲ ਪ੍ਰਭੂ ਦੇ ਵਿੱਚ ਅਗਾਂਹ ਵਧਦੇ ਹੋ, ਫਿਰ ਸ਼ੈਤਾਨ ਤੁਹਾਡਾ ਸਾਹਮਣਾ ਕਰਦਾ ਹੈ। ਸ਼ੈਤਾਨ ਤੁਹਾਨੂੰ ਦੱਸਦਾ ਆ ਕਿ ਸਾਇੰਸ ਨੇ ਆ ਕੁਝ ਮੁਹੱਈਆ ਕਰਾ ਲਿਆ ਆ, ਸਾਇੰਸ ਨੇ ਆਪਣੇ ਯੰਤਰ ਘੁਮਾ ਕੇ ਦੇਖੇ, ਅਸਮਾਨ ਤਾਂ ਇੱਕ ਬੂੰਦ ਵੀ ਨਹੀਂ ਆ। ਆਮੀਨ ਹਾਲੇਲੂਇਆ ਹਾਲੇਲੂਇਆ। ਉਹ ਅਯੂਬ ਨੂੰ ਕਹਿ ਸਕਦੇ ਸੀ ਕਿ ਉੱਥੇ ਤਾਂ ਇੱਕ ਬੂੰਦ ਨਹੀਂ ਹੈ, ਤੂੰ ਕਹਿੰਦਾ ਧਰਤੀ ਡੁੱਬ ਜਾਣੀ ਹੈ। ਆ ਤੂੰ ਕਿੱਦਾਂ ਦਾ ਗਵਾਹ ਆ? ਤੇਰੀ ਗਵਾਹੀ ਮੰਨ ਵੀ ਲਈ ਹੈ ਕਿ ਸੱਚੀ ਆ, ਪਰ ਕਿੱਦਾਂ ਮੰਨੀਏ ਕਿ ਉੱਥੇ ਇੱਕ ਬੂੰਦ ਤੱਕ ਨਹੀਂ ਪਾਣੀ? ਚੱਲ ਇਹ ਵੀ ਮੰਨ ਲਈਏ ਕਿ ਪਤਾ ਨਹੀਂ ਕਦੇ ਬੂੰਦ ਆ ਜਾਵੇ, ਕਦੇ ਮੀਂਹ ਪੈ ਜਾਵੇ, ਪਰ ਯਾਦ ਕਰ ਅੱਜ ਤੱਕ ਕਦੇ ਮੀਂਹ ਪਿਆ? ਉਸ ਤੋਂ ਪਹਿਲਾਂ ਕਦੇ ਧਰਤੀ ਦੇ ਉੱਤੇ ਮੀਂਹ ਨਹੀਂ ਪਿਆ। ਕਿਹਨਾਂ ਨੂੰ ਗੱਲ ਸਮਝ ਆਈ? ਆਮੀਨ। ਪਰ ਉਹ ਕਹਿੰਦਾ ਮੈਂ ਇਸ ਗੱਲ ਦਾ ਸੱਚਾ ਗਵਾਹ ਆ। ਆਮੀਨ। ਮੈਨੂੰ ਜਿਸ ਪਰਮੇਸ਼ਰ ਨੇ ਗੱਲ ਆਖੀ ਆ ਉਹ ਵਫਾਦਾਰ ਆ। ਆਮੀਨ। ਮੈਂ ਜਿੱਥੋਂ ਇਹ ਗੱਲ ਸੁਣੀ ਤੇ ਵੇਖੀ ਆ, ਮੈਂ ਉਸ ਗੱਲ ਦਾ ਬਸ ਗਵਾਹ ਆ। ਆਮੀਨ। ਪਰ ਤੁਹਾਨੂੰ ਚਾਹੀਦਾ ਆ ਕਿ ਆ ਕਿਸੀ ਦੇ ਅੰਦਰ ਆ ਜਾਓ, ਇਹਦਾ ਬਰਬਾਦ ਹੋ ਜਾਓਗੇ। ਆਮੀਨ। ਇਹਦਾ ਕੰਮ ਬਹੁਤ ਖਰਾਬ ਹੋ ਜਾਣਾ ਆ। ਆਮੀਨ। ਮੈਂ ਬਸ ਇਸ ਗੱਲ ਦਾ ਗਵਾਹ ਆ ਕਿ ਤੈਨੂੰ ਜਿੰਨੀ ਛੇਤੀ ਵੀ ਹੋ ਸਕੇ ਕਿਸੀ ਦੇ ਅੰਦਰ ਲੈ ਕੇ ਹੀ ਆਉਣਾ ਆ। ਉਹਦੇ ਲਈ ਭਾਵੇਂ ਮੈਨੂੰ ਰਾਤ ਭਰ ਤੇਰੇ ਕੋਲ ਬਹਿਣਾ ਪਵੇ, ਭਾਵੇਂ ਤੇਰੇ ਕੋਲ ਕੰਮ ਤੇ ਜਾ ਕੇ ਤੈਨੂੰ ਮਿਲਣਾ ਪਵੇ। ਹਾਲੇਲੂਇਆ। ਜਿਹੜੇ ਸੱਚੇ ਗਵਾਹ ਨਾ ਮੌਕਾ ਲੱਭਦੇ ਵੀ ਮੈਂ ਕਿਸੇ ਤਰੀਕੇ ਨਾਲ ਭਾਈ ਨਾਲ ਆਹ ਗੱਲ ਕਰਨੀ ਆ ਤੇ ਮੈਂ ਕਰ ਲਵਾਂ। ਹਾਲੇਲੂਇਆ।
किन्हां नूं गल समझ आई? हाँ, इधर ध्यान करो। आमीन आमीन। मान लो मैं भाई नाल कोई गल करदी ना ते उदों मैनूं आत्मा ने प्रेरिया आया कि आ गल दी ना भाई भोले नूं बड़ी जरूरत आ, भाव इनू आ पवित्र आत्मा के बारे समझ होनी बड़ी जरूरत आ। मैं ये भाई के अंदर आ कमी देखी है ना, मैं इस गल की ना भाई के अंदर कमी देखी है, जा फलानी फलानी भैन के अंदर इस गल की कमी देखी है, भैन मेकअप करती है, जा भैन आईब्रो बनवाती है, जा भैन आ काम कर रही है, जा भाई फलाना फलाना काम कर रहा है। मैं किसी न किसी तरीके नाल मिलना है, क्योंकि मैं इन्हां लिखतां दा सच्चा गवाह है। और जब तक मैं मौका लभ नहीं लेंदा, जब तक मैं गल भाई नाल कर नहीं लेंदा, मैनू नींद नहीं आ सकती, मैनू साह आना ही नहीं गा। मैं किद्दां अपना जीवन बतीत करा जब तक मैं पूरी गल भाई नाल कर नहीं लेंदा। भैणों ते भराओ, तुसीं सो नहीं सकदे जब तक तुसीं अपने बच्चों नाल एक सही गलबात कर नहीं लेंदे, जब तक तुसीं अपनी पत्नी नाल सही गलबात कर नहीं सकदे, तुहानूं कुछ चंगा ही नहीं लगना। तुहानूं पता भाई जदों असीं उस 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 सामरी तीवी के बारे सुनते हैं, सामरी तीवी के बारे जो सुनते हैं तो पता लगता है कि प्रभु यीशु मसीह खूह ते बह गया और उहदे चेले खाना लैन नाल दे नगर शहर च गया होए सी, की लैन पिछों उहने गल कर दी किहदे नाल, सामरी तीवी नाल। जदों सारी गलबात होगी, जदों सारी गलबात होगी ते ओह चली गई नगर वालियां नूं गवाही दे। तो किथे चली गई? नगर वालियां नूं गवाही देण। हुण इत्थे 2 मिनट रुकदे आ। ओह नगर जिहड़ा ओहनूं बेइज्जती दी निगाह नाल वेखदा सी, सच्चा जिहड़ा ओहनूं एक ऐसा दी निगाह नाल भी ये सही औरत नहीं गी, ओह किद्दां पूरा नगर ओहदे पिछे लग के आ गया, किद्दां हो सकिया है? वो ऐदा दा काम सीगा, कहंदे कि उन्हें जाके उस नगर दे विच ऐदा दा रोला पाया जिहड़ा अज तक उन्हें पाया नहीं सीगा। वो ऐदा दी चीज सीगी कि जिहड़ी अज तक उन्हें कदे बोली नहीं सी उत्थे जाके। वो ऐदा दी चीज सीगी कि लोकां नूं बदो बदी ओहदे मगर आउणा ही पिया। आमीन, हालेलुया, हालेलुया। देखो उन्होंने एक ऐदा दी औरत ने जिहदा जीवन सही नहीं सीगा, पूरा नगर आदे पीछे ला लिया। अज कई बार कई भैन वेखदा उन्हां दा पति नहीं आता आदे पीछे लाया जाता, आदे बच्चे नहीं आदे गल दे पीछे लाए जाते, क्योंकि उन्हां दे अंदर कोई कख नहीं है, उन्हां दे अंदर कुछ नहीं है। जे तुहाडे अंदर कुछ सच है ना, फिर तुसीं सच दा प्रचार करोगे, तुसीं सच दी गवाही जरूर दोगे। हालेलुया, लिखा कि उन्हें जाके कुछ अजिहा रोला पाया, पूरा नगर उहदे पीछे हो गया। और उधरों चेले जदों आके मिले प्रभु यीशु मसीह ने, और कोई ऐदा ना बोलिया कि तू इहदे नाल किवें गल्लां कर रहे है, हिम्मत नहीं पैरी, पर हैरान होए भी इहदे नाल गल्लां किवें कर रहा है। पर आके सीधा पता की कहंदे, प्रभु लै रोटी खा लै, असीं रोटी लै आंदी है। ऐदा ही होया, पर उन्हें पता की कहा, उन्हें कहा मैं आपकी रोटी खा ली, क्योंकि मैं जिहड़ी रोटी खानी सी ओह खा चुका है, मैं जो काम करना सी ओह तां कर लिया है। हालेलुया, हालेलुया। भैणों ते भराओ, जदों तुसीं सच्चे गवाह हो, जब तक तुसीं ओह असल काम कर नहीं लेंदे, तब तक तुसीं तुहानूं बेचैनी लगी ही रहिंदी है, तब तक तुहानूं ओह टका आउणा ही नहीं गा। और ऐदा दा ही काम नूह नबी दे नाल सीगा, ऐदा दे काम हरेक गवाह नाल वापरदा है। जब तक उन्हें ओह गल्लां बोल ना रहियां, उन्हें साह नहीं आया, कहंदा मैं बोलनी है। और ओहदे लई देखो, उस गवाही नूं सच साबित करन दे लई उन्हें खर्चा कीता, उन्हें पैसा लगाया, उन्हें अपने आप को पूरी तरह ना बर्बाद महसूस कर लिया उस गवाही दे लई। मेरी गवाही सच्ची जे, आमीन, मैं सच बोल रहा जे, मैं बिल्कुल अपनी जगह ते रह के सच्चा खड़ा है। किते मन के देखो आ गल, तुसीं बरकत पा सकदे हो, आमीन, ऊंचाई जा सकदे हो। वो ऐदा बोल रहा सी, वो कहंदे तेरा देना की जे मन गए, पता भी उन्हें नहीं क्या कि बस आज तो बाद मैं ये दसना ही नहीं, तुहानूं ये गल मैं करनी ही नहीं।
ਕਿਵੇਂ ਭਲਾ? ਇਹ ਨਹੀਂ ਕਹਿੰਦੇ ਵੀ ਬਸ ਅੱਜ ਤੋਂ ਬਾਅਦ ਬਹੁਤ ਹੋ ਗਿਆ। ਉਹ ਐਂਡਲੇ ਦਿਨ ਤੱਕ ਪ੍ਰਚਾਰ ਕਰਦਾ ਗਿਆ। ਬਾਈਬਲ 'ਚ ਲਿਖਿਆ ਉਦੋਂ ਤੱਕ ਉਹਨੇ ਕੀਤਾ ਜਦ ਤੱਕ ਉਹ ਕਿਸ਼ਤੀ 'ਚ ਵੜ ਨਾ ਗਿਆ। ਹਾਲੇਲੂਇਆ। ਉਹ ਬਿਲਕੁਲ ਉਹਨਾਂ ਦੇ ਵਿੱਚ ਤੱਕ ਚਲਾ ਗਿਆ। ਪਰ ਉਦੋਂ ਪ੍ਰਚਾਰ ਬੰਦ ਹੋਇਆ ਜਦੋਂ ਆਪ ਕਿਸ਼ਤੀ ਦੇ ਅੰਦਰ ਆ ਗਿਆ। ਉਦੋਂ ਨੇ ਉਸ ਪ੍ਰਚਾਰ ਨੂੰ ਬੰਦ ਕਰ ਦਿੱਤਾ। ਉਹ ਤੁਹਾਨੂੰ ਪਤਾ ਉਹ ਕਿਸ਼ਤੀ ਦੇ 3 ਦਰਵਾਜ਼ੇ ਸੀਗੇ। ਪਹਿਲੀ ਮੰਜ਼ਿਲ ਵਾਲਾ ਦਰਵਾਜ਼ਾ, ਦੂਜੀ ਮੰਜ਼ਿਲ ਵਾਲਾ, ਤੀਜੀ ਮੰਜ਼ਿਲ ਦਾ। ਹਾਲੇਲੂਇਆ। ਪਹਿਲੀ ਮੰਜ਼ਿਲ ਦਾ ਦਰਵਾਜ਼ਾ ਉਹਨੇ ਆਪ ਲਾਇਆ। ਨਹੀਂ ਸੌਰੀ, ਪਹਿਲੀ ਮੰਜ਼ਿਲ ਦਾ ਦਰਵਾਜ਼ਾ ਢੋ ਦਿੱਤਾ ਗਿਆ, ਦੂਜੀ ਮੰਜ਼ਿਲ ਦਾ ਦਰਵਾਜ਼ਾ ਢੋ ਦਿੱਤਾ ਗਿਆ, ਪਰ ਤੀਜੀ ਮੰਜ਼ਿਲ ਵਾਲਾ ਜਿਹੜੀ ਦਰਵਾਜ਼ਾ ਸੀਗਾ ਉਹ ਖੁੱਲਾ ਹੀ ਰਹਿੰਦਾ ਸੀਗਾ। ਔਰ ਉਹ ਦਰਵਾਜ਼ਾ ਸੀਗਾ ਕਿ ਜਿੱਥੋਂ ਉਹ ਦੁਨੀਆ ਨੂੰ ਨਹੀਂ ਸੀ ਦੇਖ ਸਕਦਾ, ਕੱਲੇ ਰੱਬ ਨੂੰ ਦੇਖ ਸਕਦਾ। ਉਹ ਦਰਵਾਜ਼ਾ ਸਿੱਧਾ ਉੱਪਰ ਨੂੰ ਖੁੱਲਦਾ ਸੀਗਾ। ਔਰ ਉਹ ਇਸੇ ਲਈ ਸੀਗਾ ਕਿ ਐਦਾਂ ਨਾ ਹੋਵੇ ਕਿਤੇ ਫਿਰ ਤੋਂ ਕਹੋਗੇ ਚੱਲ ਮੈਂ ਹੁਣ ਦਰਵਾਜ਼ਾ ਖੋਲ ਹੀ ਦੇਵਾਂ, ਕਿਉਂਕਿ ਦਰਵਾਜ਼ਾ ਜਦੋਂ ਇੱਕ ਵਾਰੀ ਭੇੜ ਦਿੱਤਾ ਜਾਂਦਾ ਦੁਬਾਰਾ ਖੁੱਲਦਾ ਨਹੀਂ। ਜਦੋਂ ਇੱਕ ਵਾਰ ਵਚਨ ਸੁਣਾ ਦਿੱਤਾ ਗਿਆ ਆ, ਉਹ ਸਮਝ ਲਓ ਕਿ ਕਿਰਪਾ ਆ। ਉਹ ਕਿਰਪਾ ਦਾ ਸੰਦੇਸ਼ ਆ। ਜਦੋਂ ਕਿਰਪਾ ਤੋਂ ਬੰਦਾ ਭੱਜਦਾ ਆ, ਉਹ ਫਿਰ ਮੁੜ ਕੇ ਜਦੋਂ ਦਰਵਾਜ਼ਾ ਲਾ ਦਿੱਤਾ ਗਿਆ ਫਿਰ ਕੋਈ ਮੌਕਾ ਨਹੀਂ। ਫਿਰ ਤਾਂ ਉਹਦੇ ਤੇ ਕਿਰਪਾ ਹੋਣੀ ਆ ਜਿਹੜਾ ਉਸ ਕਿਸ਼ਤੀ ਦੇ ਅੰਦਰ ਆ, ਬਾਹਰ ਕੀ ਹੋਇਆ ਆ ਨਿਆਂ। ਔਰ ਇਹ ਕਿਰਪਾ ਉਹਨਾਂ ਤੇ ਹੋਣੀ ਜਿਹੜੇ ਉਹ ਰਾਜ ਦੇ ਅੰਦਰ ਆ, ਜਿਹੜੇ ਉਸ ਰਾਜ ਦੇ ਅੰਦਰ ਆ। ਹਾਲੇਲੂਇਆ। ਭੈਣ ਦੇ ਭਰਾਓ, ਉਹ ਜੇ ਸੱਚਾ ਗਵਾਹ ਸੀਗਾ, ਉਹਦੀ ਗਵਾਹੀ ਨੂੰ ਪਰਮੇਸ਼ਰ ਨੇ ਸੱਚ ਸਾਬਤ ਕੀਤਾ। ਉਹਨੇ ਐਦਾਂ ਦਾ ਮੀਂਹ ਲਿਆਂਦਾ, ਐਦਾਂ ਦਾ ਨਿਆਂ ਲਿਆਂਦਾ ਕਿ ਉਹ ਸਾਰੇ ਜਿਨ੍ਹਾਂ ਨੇ ਵਚਨ ਦੇ ਉੱਤੇ ਦੋਸ਼ ਲਗਾਏ, ਜਿਨ੍ਹਾਂ ਨੇ ਉਸ ਵਚਨ ਦਾ ਸਾਹਮਣਾ ਕੀਤਾ, ਸਾਰੇ ਉਸ ਨਿਆਂ ਦੇ ਸਾਹਮਣੇ ਮਾਰ ਦਿੱਤੇ ਗਏ, ਸਾਰੇ ਨਾਸ਼ ਕਰ ਦਿੱਤੇ ਗਏ। ਪਰ ਨੂਹ ਔਰ ਉਹਦਾ ਪਰਿਵਾਰ ਜਿਨ੍ਹਾਂ ਨੇ ਉਹਦੀ ਗਵਾਹੀ ਨੂੰ ਸੱਚ ਮੰਨ ਲਿਆ, ਉਹ ਸਾਰੇ ਬਚਾ ਲਏ ਗਏ। ਹਾਲੇਲੂਇਆ। ਹਾਲੇਲੂਇਆ। ਭਰਾਓ, ਜਦੋਂ ਅਸੀਂ ਸੱਚ ਤੇ ਖੜੇ ਰਹਿੰਦੇ ਹਾਂ ਫਿਰ ਪ੍ਰਭੂ ਸਾਡਾ ਸਾਥ ਦਿੰਦਾ ਹੈ। ਫਿਰ ਪ੍ਰਭੂ ਉਸ ਗਵਾਹੀ ਨੂੰ ਸੱਚਾ ਸਾਬਤ ਕਰਦਾ ਹੈ। ਹਾਲੇਲੂਇਆ। ਪਰ ਜ਼ਰੂਰੀ ਹੈ ਚੀਜ਼ ਕਿ ਜਦੋਂ ਅਸੀਂ ਸੱਚ ਤੇ ਖੜੇ ਹਾਂ ਫਿਰ ਇੱਕ ਅਲੱਗ ਜੀ ਪਾਵਰ ਹੈ ਸਾਡੇ ਕੋਲ, ਇੱਕ ਅਲੱਗ ਜੀ ਸੰਤੁਸ਼ਟੀ ਹੈ ਕਿ ਅਸੀਂ ਮਰ ਜਾਈਏ ਜੋ ਕਿਉਂਕਿ ਉਹਨੇ ਕਿਹਾ ਕਿ ਜੇਕਰ ਤੁਸੀਂ ਸੱਚਮੁੱਚ ਮੇਰੇ ਚੇਲੇ ਜੇ ਤੇ ਮੇਰੇ ਵਚਨਾਂ ਤੇ ਖੜੇ ਰਹੋਗੇ। ਹਾਲੇਲੂਇਆ। ਜੇ ਸੱਚਮੁੱਚ ਤੁਸੀਂ ਮੇਰੇ ਗਵਾਹ ਹੋ ਤੇ ਮੇਰੇ ਵਚਨਾਂ ਦੇ ਉੱਤੇ ਖੜੇ ਰਹੋਗੇ। ਹਾਲੇਲੂਇਆ। ਕਿਹਨਾਂ ਨੂੰ ਗੱਲ ਸਮਝ ਆਈ ਹੈ? ਸਾਨੂੰ ਪਤਾ ਲੱਗਦਾ ਹੈ ਕਿ ਇੱਕ ਗਵਾਹ ਦਾਊਦ ਸੀਗਾ। ਉਹਦਾ ਕਿਹਨੇ ਦਾਊਦ ਨੂੰ ਜਾਣਦੇ? ਇਹ ਉਹਨਾਂ ਦਿਨਾਂ ਦੀ ਗੱਲ ਹੈ ਕਿ ਜਦੋਂ ਦਾਊਦ ਆਪਣੇ ਬਾਪ ਦੀਆਂ ਭੇਡਾਂ ਚਰਾਉਂਦਾ ਸੀਗਾ ਜੀ। ਔਰ ਉਹ ਅਚਾਨਕ ਇੱਕ ਦਿਨ ਯੁੱਧ ਦਾ ਹਾਲ ਚਾਲ ਜਾਣਨ ਦੇ ਲਈ, ਬਹੁਤ ਵਾਰ ਆਪਾਂ ਗੱਲ ਸੁਣੀ ਹੈ, ਯੁੱਧ ਦਾ ਹਾਲ ਚਾਲ ਜਾਣਨ ਦੇ ਲਈ ਉਸ ਜਗ੍ਹਾ ਤੇ ਆਇਆ ਜਿਸ ਜਗ੍ਹਾ ਤੇ ਇਸਰਾਇਲ ਕੌਮ ਫਲਸਤੀਨ ਦੇ ਨਾਲ ਲੜ ਰਹੀ ਸੀ। ਔਰ ਜਦੋਂ ਉਸ ਜਗ੍ਹਾ ਤੇ ਆਇਆ ਔਰ ਉਹਨੇ ਦੇਖਿਆ ਕਿ ਸਾਰੇ ਸਹਿਮੇ ਜੇ ਪਏ ਆ ਜੀ, ਸਾਰੇ ਸਹਿਮੇ ਜੇ ਪਏ ਆ। ਔਰ ਸਾਰੇ ਕਹਿੰਦੇ ਤਾਂ ਵੀ ਅਸੀਂ ਵੀ ਮਸੀਹ ਆ, ਅਸੀਂ ਵੀ ਪ੍ਰਭੂ ਦੇ ਖਾਸ ਲੋਕ ਆ, ਕਹਿਣ ਨੂੰ ਤਾਂ ਹੈਗੇ ਆ, ਪਰ ਅੱਜ ਜਦੋਂ ਗੋਲੀਆਂ ਦੇ ਸਾਹਮਣੇ ਆ ਤੇ ਸਾਰੇ ਸਹਿਮੇ ਹੀ ਪਏ ਆ। ਹਾਲੇਲੂਇਆ। ਕੋਈ ਉਹਦੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਕੋਈ ਉਹਦੇ ਨਾਲ ਲੜਨਾ ਨਹੀਂ ਚਾਹੁੰਦਾ, ਕੋਈ ਆਪਣੀ ਸੱਚੀ ਗਵਾਹੀ ਉਹਦੇ ਸਾਹਮਣੇ ਸਾਬਤ ਨਹੀਂ ਕਰਨਾ ਚਾਹੁੰਦਾ। ਪਤਾ ਲੱਗਿਆ ਜਦੋਂ ਦਾਊਦ ਦੇ ਕੰਨਾਂ ਚੋਂ ਦੀ ਗੱਲ ਪਈ, ਉਹਦੀ ਆਵਾਜ਼ ਪਈ ਤੇ ਕਹਿੰਦਾ, ਦਾਊਦ ਨੇ ਪਤਾ ਕੀ ਕਿਹਾ, ਇਹ ਕੌਣ ਹੁੰਦਾ ਬੇਸੂਤੀ, ਸਾਡੇ ਯਹੋਵਾ ਪਰਮੇਸ਼ਰ ਦੇ ਖਿਲਾਫ ਬੋਲਣ ਵਾਲਾ। ਹੁਣ ਪਰਵਾਹ ਕਿਹਨੂੰ ਸੀ? ਦਾਊਦ ਨੂੰ ਜਾਂ ਇਸਰਾਏਲੀਆਂ ਨੂੰ ਨਹੀਂ, ਗੋਲੀਅਤ ਔਰ ਫਲਸਤੀਨ ਨੂੰ ਸੀ। ਗੱਲ ਕਿਹਦੇ ਕੰਨਾਂ 'ਚ ਪਹੁੰਚ ਗਈ ਆ? ਦਾਊਦ ਦੇ। ਔਰ ਦਾਊਦ ਕੋਈ ਵੱਡਾ ਸੂਰਮਾ ਜਾਂ ਵੱਡਾ ਕੋਈ ਬਾਵਾ ਡੋਲਿਆਂ ਛੋਲਿਆਂ ਵਾਲਾ ਨਹੀਂ, ਬੱਚਾ ਆ। ਜਿੱਦਾਂ ਮੈਂ ਸ਼ੁਰੂ 'ਚ ਕਿਹਾ ਕਿ ਕੋਈ ਬੱਚਾ ਵੀ ਉਹਦਾ ਗਵਾਹ ਹੋ ਸਕਦਾ ਆ। ਜ਼ਰੂਰੀ ਹੈ ਕਿ ਉਹਦੇ ਅੰਦਰ ਉਹ ਸੱਚੇ ਵਚਨ ਦੇ ਨਾਲ ਖੜਨ ਦੀ, ਸੱਚੇ ਵਚਨ ਨਾਲ ਖੜਨ ਦੀ ਦਾਊਦ ਉਸ ਦ੍ਰਿਸ਼ ਤੇ ਆਉਂਦਾ ਆ। ਉਹਨੇ ਕਿਹਾ ਕਿ ਮੈਂ ਇਹਦੇ ਨਾਲ ਲੜਾਂਗਾ। ਉਹਨੂੰ ਸ਼ੌਲ ਦੇ ਸਾਹਮਣੇ ਲਿਆਂਦਾ ਗਿਆ
ਸ਼ੌਲ ਨੂੰ ਕਹਿੰਦੇ ਕਿ ਆ ਬੱਚਾ ਆ, ਕਹਿੰਦਾ ਮੈਂ ਲੜਾਂਗਾ। ਔਰ ਉਹਨੇ ਅੱਗੋਂ ਨੂੰ ਜਿੱਦਾਂ ਲੋਲੀਪੌਪ ਦਿੱਤਾ, ਕਹਿੰਦਾ ਵੀ ਤੂੰ ਜਾ, ਤੂੰ ਤਾਂ ਜਦੋਂ ਤੂੰ ਜੰਮਿਆ ਉਦੋਂ ਦਾ ਹੀ ਸੂਰ। ਔਰ ਕਹਿੰਦਾ ਮੈਂ ਸ਼ੇਰ ਦੇ ਮੂੰਹ ਚੋਂ ਆਪਣੀ ਪੇਟ ਕੱਢ ਕੇ ਲਿਆ। ਔਰ ਕਹਿੰਦਾ ਮੈਂ ਏਦਾਂ ਦਾ ਕੀਤਾ ਕਿ ਸ਼ੇਰ ਦੇ ਦੋਵੇਂ ਜਬਾੜਿਆਂ ਨੂੰ ਫੜ ਕੇ ਪਾੜਿਆ। ਆਮੀਨ। ਪ੍ਰਭੂ ਦੇ ਮਹਾਨ ਪਵਿੱਤਰ ਆਤਮਾ ਨੇ ਮੇਰੀ ਅਗਵਾਈ ਕੀਤੀ। ਆਮੀਨ। ਮੈਂ ਰਿਸ਼ ਨੂੰ ਪਾੜਿਆ ਆ। ਹਾਲੇਲੂਇਆ। ਮੈਂ ਤਾਂ ਤਜਰਬੇ ਚ ਨਿਕਲਿਆ ਕਿ ਮੇਰੇ ਪ੍ਰਭੂ ਦੀ ਆਤਮਾ ਨੇ ਮੇਰੀ ਅਗਵਾਈ ਕੀਤੀ ਆ। ਪ੍ਰਭੂ ਦਾ ਆਤਮਾ ਮੇਰਾ ਕੰਮ ਕਰਦਾ ਆ। ਔਰ ਸੱਚ ਆ ਕਿ ਇਹ ਵੀ ਮੇਰੇ ਲਈ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਜਾਨਵਰ ਆ। ਭਾਵੇਂ ਕਿ ਇਹਦੇ ਕੋਲ ਬਹੁਤ ਤਜਰਬਾ ਆ, ਬਹੁਤ ਇਹਦੇ ਕੋਲ ਢਾਲ ਆ, ਔਰ ਸੀਨਾ ਬੰਦ ਪੇਟੀ ਆ, ਸਭ ਕੁਛ ਆ, ਭਾਵੇਂ ਟਿੱਕੇ ਟਿੱਕੇ ਹਥਿਆਰ ਆ, ਪਰ ਮੇਰੇ ਕੋਲ ਪ੍ਰਭੂ ਦੀ ਸਾਮਰਥ ਆ। ਆਮੀਨ। ਮੇਰੇ ਕੋਲ ਪ੍ਰਭੂ ਦੀ ਉਹ ਸ਼ਕਤੀ ਆ ਜਿਹੜੀ ਉੱਪਰੋਂ ਉਤਰਦੀ ਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਸਮਝ ਆ ਰਹੀ ਹੈ? ਆਮੀਨ। ਯਾਦ ਰੱਖੋ, ਸ਼ੌਲ ਕਹਿੰਦਾ ਚੱਲ ਠੀਕ ਆ, ਜੇ ਤੇਰੇ ਨਾਲ ਇਹ ਸਭ ਚੀਜ਼ਾਂ ਹੋਈਆਂ ਆ ਤੇ ਫਿਰ ਏਦਾਂ ਕਰ ਲੈ, ਅਸੀਂ ਆਪਣੀ ਸੰਸਥਾ ਤੋਂ ਤੈਨੂੰ ਸਰਟੀਫਿਕੇਟ ਕੱਟ ਕੇ ਦਿੰਦੇ ਆ। ਅੱਜ ਤੋਂ ਬਾਅਦ ਫਲਾਣੇ ਫਲਾਣੇ ਚਰਚ ਦਾ ਪਾਸਟਰ ਕਵਚ ਪੜ ਅੱਜ ਤੋਂ ਬਾਅਦ ਤੂੰ ਸਾਡੇ ਦੁਆਰਾ ਪ੍ਰਚਾਰ ਕਰਨਾ ਆ। ਜੋ ਜੋ ਪ੍ਰਚਾਰ ਤੈਨੂੰ ਦੱਸਿਆ ਜਾਏਗਾ ਉਹੀ ਬੋਲਣਾ ਆ। ਹਾਲੇਲੂਇਆ। ਹਾਲੇਲੂਇਆ। ਤੂੰ ਅਗਰ ਗੋਲੀਅਤ ਦਾ ਸਾਹਮਣਾ ਕਰਨਾ ਆ ਤੇ ਫਿਰ ਆਹ ਚੀਜ਼ਾਂ ਜ਼ਰੂਰੀ ਆ। ਸਰਕਾਰਾਂ ਕੀ ਆਖੂ, ਆ ਫਲਾਣਾ ਫਲਾਣਾ ਆ ਬੰਦਿਆਂ ਦੇ ਤੂੰ ਕਾਬੂ ਆ ਜਾਣਾ ਆ, ਹੈਨਾ? ਬਹੁਤ ਏਦਾਂ ਦੀਆਂ ਚੀਜ਼ਾਂ ਦੱਸਦੇ ਹੋ। ਉਹ ਲਿਖਿਆ ਆ ਕਿ ਉਹ ਦਾਊਦ ਨੂੰ ਸਭ ਚੀਜ਼ਾਂ ਪਹਿਨਾ ਦਿੱਤੀਆਂ ਗਈਆਂ। ਆਮੀਨ। ਭਾਈ ਬ੍ਰੈਨ ਕਹਿੰਦਾ ਉਹ ਛੋਟੇ ਛੋਟੇ ਮੋਢੇ ਉਸ ਪਹਾੜ ਨੂੰ ਉਠਾ ਨਾ ਸਕੇ। ਅੱਛਾ। ਕਿਉਂਕਿ ਉਹਨੂੰ ਤਾਂ ਕੁਝ ਅਜਿਹੀ ਚੀਜ਼ ਚਾਹੀਦੀ ਸੀ ਜਿਸ ਚੀਜ਼ ਦੇ ਲਈ ਪਰਮੇਸ਼ਰ ਨੂੰ ਆਪ ਤਿਆਰ ਕੀਤਾ। ਆਮੀਨ। ਉਹਨੂੰ ਉਹ ਚੀਜ਼ ਚਾਹੀਦੀ ਸੀ ਜੋ ਪਰਮੇਸ਼ਰ ਦੀ ਮਰਜ਼ੀ ਸੀ। ਆਮੀਨ। ਜਿਸ ਕੰਮ ਦੇ ਲਈ ਉਹ ਤਿਆਰ ਕੀਤਾ ਗਿਆ ਸੀ। ਹਾਲੇਲੂਇਆ। ਹਾਲੇਲੂਇਆ। ਭੈਣ ਤੇ ਭਰਾਓ, ਕਦੇ ਵੀ ਕੁਝ ਅਜਿਹਾ ਨਾ ਕਰਨ ਦੀ ਕੋਸ਼ਿਸ਼ ਕਰੋ ਜਿਸ ਕੰਮ ਦੇ ਲਈ ਤੁਸੀਂ ਤਿਆਰ ਹੀ ਨਹੀਂ ਹੋ। ਉਹ ਦੇਖੋ ਕਿ ਪ੍ਰਭੂ ਨੇ ਤੁਹਾਨੂੰ ਕਰਨ ਦੇ ਲਈ ਕੀ ਦਿੱਤਾ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਕਦੇ ਵੀ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੋ। ਜਦੋਂ ਵੀ ਕਿਸੇ ਨੇ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜੋ ਚੀਜ਼ ਹੈ ਹੀ ਨਹੀਂਗਾ, ਜੋ ਚੀਜ਼ ਦੇ ਲਈ ਪਰਮੇਸ਼ਰ ਨੇ ਉਹਨੂੰ ਨਿਯੁਕਤ ਹੀ ਨਹੀਂ ਕੀਤਾ, ਉਹ ਜਗ੍ਹਾ ਤੇ ਸ਼ਰਾਪ ਆ ਗਿਆ। ਉਹ ਜਗ੍ਹਾ ਤੇ ਕੁਝ ਅਜਿਹਾ ਘਟਿਤ ਹੋਇਆ ਜਿਸ ਕਰਕੇ ਪ੍ਰਭੂ ਨੂੰ ਗੁੱਸਾ ਆਇਆ ਕਿ ਮੈਂ ਤੇ ਕਰਵਾਉਣਾ ਕੀ ਚਾਹੁੰਦਾ ਆ, ਪਰ ਕਰ ਕੀ ਰਿਹਾ ਆ। ਇਦਾਂ ਹੀ ਉਜੀਆ ਪਾਸ਼ਾ ਨਾਲ ਹੋਇਆ। ਹਾਲੇਲੂਇਆ। ਔਰ ਸੱਚ ਹੈ ਕਿ ਦਾਊਦ ਕਿਤੇ ਉਹ ਵਰਦੀ ਪਾ ਕੇ ਸ਼ੌਲ ਦੀ ਕਿਤੇ ਚਲਾ ਜਾਂਦਾ ਤੇ ਸੱਚਮੁੱਚ ਗੋਲੀਅਤ ਨੇ ਆਪਦਾ ਮਾਸ ਪੰਛੀਆਂ ਨੂੰ ਖਵਾ ਦੇਣਾ। ਸੱਚ। ਔਰ ਉਹ ਜਗ੍ਹਾ ਤੇ ਗਵਾਹੀ ਝੂਠੀ ਸਾਬਤ ਹੋ ਜਾਣੀ। ਇੱਕ ਸੱਚੀ ਗਵਾਹੀ ਕੀ ਹੋ ਜਾਣੀ ਸੀਗੀ? ਝੂਠੀ ਗਵਾਹੀ। ਅੱਜ ਵੀ ਅਗਰ ਤੁਸੀਂ ਕਿਸੇ ਬੰਦੇ ਦੀ ਸਿੱਖਿਆ ਲੈ ਕੇ ਕਿਤੇ ਜਾਂਦੇ ਹੋ ਗਵਾਹੀ ਦੇਣ ਦੇ ਲਈ, ਕਿਸੇ ਬੰਦੇ ਦੀ ਸਿੱਖਿਆ ਚੱਕੀ ਫਿਰਦੇ ਹੋ, ਕਿਸੇ ਚਰਚ ਨੂੰ ਵੱਡਾ ਕਰਨ ਦੇ ਲਈ ਇਰਾਦਾ ਬਣਾਇਆ ਤੁਸੀਂ, ਅਗਰ ਤੁਸੀਂ ਕੁਝ ਅਜਿਹਾ ਕਰਨ ਦੀ ਕੋਸ਼ਿਸ਼ 'ਚ ਹੋ ਜੋ ਪ੍ਰਭੂ ਦੀ ਇੱਛਾ ਨਹੀਂ ਆ ਤੇ ਗਵਾਹੀ ਝੂਠੀ ਸਾਬਤ ਹੋਣੀ ਹੈ। ਤੁਸੀਂ ਗਲਤ ਹੀ ਸਾਬਤ ਹੋਣਾ ਹੈ। ਹਾਲੇਲੂਇਆ। ਹਾਲੇਲੂਇਆ। ਕੋਈ ਏਦਾਂ ਦੀ ਚੀਜ਼ ਨਹੀਂ ਜਿਹੜਾ ਤੁਹਾਨੂੰ ਸੱਚ ਸਾਬਤ ਕਰ ਸਕੇ। ਸੱਚੇ ਸਾਬਤ ਹੋਣ ਦੇ ਲਈ ਤੁਹਾਨੂੰ ਅਸਲੀ ਤਜਰਬਾ ਲੈਣਾ ਪੈਣਾ ਹੈ। ਆਮੀਨ। ਤੁਹਾਨੂੰ ਅਸਲੀ ਤਰੀਕਾ ਅਪਣਾਉਣਾ ਪੈਣਾ ਹੈ ਜਿਹੜਾ ਪਰਮੇਸ਼ਰ ਦਾ ਤਰੀਕਾ ਹੈ। ਆਮੀਨ। ਹਾਲੇਲੂਇਆ। ਜਿਹੜਾ ਇਨਸਾਨਾਂ ਦੀ ਸਮਝ ਤੋਂ, ਉਹਨਾਂ ਦੀ ਸੋਚ ਤੋਂ, ਉਹਨਾਂ ਦੀ ਇਰਾਦੇ ਤੋਂ ਬਿਲਕੁਲ ਬਾਹਰ ਹੈ। ਹਾਲੇਲੂਇਆ। ਹਾਲੇਲੂਇਆ। ਤੁਹਾਨੂੰ ਉਹਦੇ ਲਈ ਸੱਚੇ ਗਵਾਹ ਬਣਨਾ ਪੈਣਾ ਹੈ। ਆਮੀਨ। ਉਹ ਤੁਹਾਨੂੰ ਪਤਾ ਕਿ ਦਾਊਦ ਨੇ ਕਹਿੰਦਾ ਕਿ ਮੈਂ ਇਹਦੇ ਵਿੱਚ ਤਾਂ ਉਹ ਫਿਰ ਚੱਲਿਆ ਡਿੱਗ ਪਿਆ। ਉਹ ਡਿੱਗ ਪਿਆ। ਅੱਜ ਵੀ ਕਈ ਏਦਾਂ ਦੇ ਡਿੱਗੇ ਹੋਏ ਆ, ਡਿੱਗੇ ਹੋਏ ਲੱਭਦੇ ਆ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਉਹਨਾਂ ਦੀਆਂ ਗੱਲਾਂ ਤੋਂ ਇਹ ਤਾਂ ਕੋਈ ਇਨਸਾਨੀ ਵਰਦੀਆਂ ਪਾਈ ਫਿਰਦਾ ਹੈ। ਵਚਨ ਦਾ ਕੈਤਾਨ ਤਾਂ ਇਹਦੇ ਕੋਲ, ਕੈਤਾਨੀ ਪੋਸ਼ਾਕ ਤਾਂ ਇਹਦੇ ਕੋਲ ਹੈ ਹੀ ਨਹੀਂ ਗੀ। ਉਹ ਜਿਹੜਾ ਦੁਲਹਨ ਦਾ ਧਰਮੀਆਂ ਦਾ ਸ਼ਾਹੀ ਕਤਾਨ ਜਿਹੜੀ। ਹਾਲੇਲੂਇਆ। ਹਾਲੇਲੂਇਆ। ਚੋਲਾ ਦੋਏ ਬਖਸ਼ਿਆ ਗਿਆ ਕਿ ਸਾਫ਼ ਕਤਾਨ ਦੇ ਤੇ ਪੜਕੀ ਤੇ
ਹਾਲੇਲੂਇਆ। ਉਹ ਜਿਹੜੀ ਸਾਫ਼ ਕਤਾਨ ਦੀ ਪੋਸ਼ਾਕ ਹੈ ਉਹ ਤਾਂ ਇਹਦੇ ਕੋਲ ਹੈ ਹੀ ਨਹੀਂਗੀ। ਆਮੀਨ। ਉਹ ਪੋਸ਼ਾਕ ਤਾਂ ਇਹਨੇ ਹਾਲੇ ਤੱਕ ਪਹਿਨੀ ਨਹੀਂ ਆ। ਇਹ ਕੀ ਪਹਿਨੀ ਫਿਰਦਾ ਆ? ਕੁਛ ਅੱਜ ਦੇ ਸ਼ੌਲ ਜਿਹੜੇ ਬਣੇ ਫਿਰਦੇ ਆ ਉਹਨਾਂ ਦੀ ਵਰਦੀ। ਇਹ ਕਿਸੇ ਸਿੱਖਿਆ ਨੂੰ ਚੱਕੀ ਫਿਰਦੇ ਆ। ਇਹ ਕੁਛ ਏਦਾਂ ਦਾ ਕਰਨ ਦੀ ਕੋਸ਼ਿਸ਼ ਆ ਕਿ ਬਸ ਸਾਨੂੰ ਭੀੜਾਂ ਚਾਹੀਦੀਆਂ ਆ, ਬਚਨ ਦੀ ਅਸਲੀ ਸਾਮਰਥ ਨਹੀਂ ਚਾਹੀਦੀ। ਭੈਣ ਤੇ ਭਰਾ, ਉਦੋਂ ਕਈ ਗਵਾਹੀਆਂ ਝੂਠੀਆਂ ਸਾਬਤ ਹੁੰਦੀਆਂ ਆ। ਔਰ ਪੂਰੇ ਚਰਚ ਸ਼ੈਤਾਨ ਦਾ ਕੰਮ ਕਰ ਰਹੇ ਆ। ਚਰਚ ਸ਼ੈਤਾਨ ਦਾ ਕੰਮ ਕਰ ਰਹੇ ਆ। ਕਈ ਏਦਾਂ ਦੇ ਪਾਸਟਰ ਜਿਹੜੇ ਸ਼ੌਲ ਦੇ ਕਈਆਂ ਹਥਿਆਰਾਂ ਦੇ ਨਾਲ ਲੈਸ ਕਰ ਦਿੱਤੇ ਗਏ, ਸ਼ੈਤਾਨ ਦਾ ਕੰਮ ਕਰ ਰਹੇ। ਪ੍ਰਭੂ ਦਾ ਕੰਮ ਨਹੀਂ ਕਰਦਾ। ਪ੍ਰਭੂ ਦਾ ਕੰਮ ਕੀ ਸੀਗਾ ਜੋ ਦਾਊਦ ਨੇ ਉੱਥੇ ਕਰਕੇ ਦਿਖਾਇਆ? ਉਹ ਸੱਚਾ ਗਵਾਹ ਸੀਗਾ। ਉਹਨੂੰ ਉਹ ਸਾਰੇ ਵਸਤਰ ਆਪਣੇ ਸਰੀਰ ਤੋਂ ਲਾਉਣੇ ਪਏ, ਕਿਉਂਕਿ ਪ੍ਰਭੂ ਦਾ ਸੱਚਾ ਗਵਾਹ ਕਦੇ ਵੀ ਕਿਸੇ ਬੰਦਿਸ਼ ਦੇ ਵਿੱਚ ਕੰਮ ਨਹੀਂ ਕਰ ਸਕਦਾ। ਉਹ ਕਿਸੇ ਬੰਦਿਆਂ ਦੁਆਰਾ ਚੁਣਿਆ ਨਹੀਂ ਜਾਂਦਾ। ਕਿਆ ਉਹ ਸਾਨੂੰ ਬੰਦੇ ਆ ਕੇ ਚੁਣਨ? ਔਰ ਮੈਂ ਕਿਹਾ ਐਵੇਂ ਦੇ ਕੰਮ ਦੇ ਮੈਂ ਵੇਖਦਾ ਕਈ ਵਾਰ ਕਈ ਕੌਲੀਆਂ ਚੱਕੀ ਫਿਰਦੇ ਆ, ਕਿਸੇ ਬੰਦੇ ਨੂੰ ਮਸਾ ਕਰ ਹੀ ਦਈਏ ਬਸ। ਪਰ ਬੰਦਾ ਉਸ ਕੰਮ ਦੇ ਯੋਗ ਹੈਗਾ ਭਾਵੇਂ ਨਹੀਂ ਹੈਗਾ, ਭਾਵੇਂ ਉਹਦੇ ਉੱਤੇ ਪਵਿੱਤਰ ਆਤਮਾ ਦੀ ਕੋਈ ਚਿੰਨ੍ਹ ਮਿਲਦਾ ਭਾਵੇਂ ਨਹੀਂ ਮਿਲਦਾ, ਪਰ ਕੌਲੀ ਚੱਕੀ ਫਿਰਦੇ ਵੀ ਮਸਾ ਕਰ ਹੀ ਦਿਓ ਬਸ। ਹਨਾ? ਕੰਮ ਖਰਾਬ ਹੁੰਦਾ ਹੈ ਉੱਥੇ। ਪਤਾ ਨਹੀਂ, ਕਿਉਂਕਿ ਅਸਲੀ ਗਵਾਹ ਦੇ ਲਈ ਜੋ ਜ਼ਰੂਰੀ ਸਮੱਗਰੀ ਚਾਹੀਦੀ ਆ ਉਹਦੇ ਨਾਲ ਉਹਨੂੰ ਤਜਰਬਾ ਮਿਲਿਆ ਹੀ ਨਹੀਂਗਾ। ਉਹਨੂੰ ਪਤਾ ਹੀ ਨਹੀਂ ਕਿ ਉਹ ਚਾਬੀ ਨੂੰ ਘੁਮਾਉਣਾ ਕਿੱਦਾਂ ਆ। ਉਹਨੂੰ ਪਤਾ ਹੀ ਨਹੀਂਗਾ ਕਿ ਅਸਲ 'ਚ ਪਰਮੇਸ਼ਰ ਨੂੰ ਕਿੱਦਾਂ ਕੰਮ 'ਚ ਕਿਰਿਆਸ਼ੀਲ ਕਿੱਦਾਂ ਕਰਨਾ ਆ। ਪ੍ਰਭੂ ਕਿੱਦਾਂ ਲੋਕਾਂ ਦੇ ਵਿੱਚ ਕੰਮ ਕਰ ਸਕਦਾ ਆ। ਕਿੱਦਾਂ ਇੱਕ ਸੱਚੀ ਗਵਾਹੀ ਤੋਂ ਲੋਕ ਪ੍ਰੇਰਨਾ ਪ੍ਰਾਪਤ ਕਰ ਸਕਦੇ ਆ। ਹਾਲੇਲੂਇਆ, ਹਾਲੇਲੂਇਆ। ਕਿੰਨਾਂ ਨੂੰ ਮੇਰੀ ਗੱਲ ਸਮਝ ਆ ਰਹੀ? ਆਮੀਨ। ਲਿਖਿਆ ਦਾਊਦ ਨੂੰ ਸਭ ਕੁਝ ਆਪਣੇ ਉੱਪਰ ਲਾਉਣਾ ਪਿਆ, ਔਰ ਨਾਲ ਹੀ ਉਹਨੇ ਉੱਥੇ 5 ਪੱਥਰ ਚੁੱਕੇ। ਹਾਲੇਲੂਇਆ, ਹਾਲੇਲੂਇਆ। ਔਰ ਚਲਾ ਗਿਆ ਉਸ ਗੋਲੀਅਤ ਦਾ ਸਾਹਮਣਾ ਕਰਨ ਦੇ ਲਈ। ਆਹੀ ਤਾਂ ਗੱਲ ਉਸ ਜਗ੍ਹਾ ਤੇ ਯਿਸੂ ਮਸੀਹ ਚੇਲਿਆਂ ਨੂੰ ਸਮਝਾ ਰਿਹਾ ਹੈ ਕਿ ਜਦ ਤੱਕ ਤੁਹਾਡੇ ਕੋਲ ਆਪਣਾ ਤਜਰਬਾ ਨਹੀਂ ਹੈ, ਤੁਹਾਡਾ ਆਪਣਾ ਨਿੱਜੀ ਤਜਰਬਾ, ਜਦ ਤੱਕ ਤੁਹਾਡੇ ਕੋਲ ਉਹ ਗਵਾਹੀ ਦੇਣ ਲਈ ਜ਼ਰੂਰੀ ਸਮੱਗਰੀ ਨਹੀਂ ਹੈ, ਗੋਲੀਅਤ ਨਾਲ ਲੜਨ ਨਹੀਂ ਜਾਣਾ। ਜੇ ਲੜਨ ਗਏ ਤੇ ਪੰਛੀਆਂ ਨੂੰ ਖਵਾ ਦਊਗਾ। ਔਰ ਏਦਾਂ ਦੇ ਜਿਹੜੇ ਦੋਸਤ ਲੱਭਦੇ ਆ ਨਾ ਕਈ ਵਾਰੀ, तो कहते टाइम हो गया, मैं किसी जरूरी काम जाना सी। पता लगता है कि जरूरी समग्री नहीं है। देखो कितना गल समझ आई। बहुत बार भाइयों को पता है कि इदा दे कई दोस्त ਅਸੀਂ ਲੱਭੇ और ਭੱਜਦੇ ਨਜ਼ਰ ਆਏ ਕਿਉਂਕਿ ਉਹਨਾਂ ਕੋਲ ਜ਼ਰੂਰੀ ਸਮੱਗਰੀ ਨਹੀਂ ਹੈ। ਜ਼ਰੂਰੀ ਜੋ ਲੋੜ ਦੀਆਂ ਚੀਜ਼ਾਂ ਚਾਹੀਦੀਆਂ ਉਹ ਹੈਗੀਆਂ ਨਹੀਂ ਗਿਆ। ਆਮੀਨ, ਹਾਲੇਲੂਇਆ, ਹਾਲੇਲੂਇਆ। ਅੱਜ ਵੀ ਕਈ ਵਾਰ ਜਦੋਂ ਸ਼ੈਤਾਨ ਦਾ ਸਾਹਮਣਾ ਕਰਨਾ ਪੈਂਦਾ ਆ, ਉਹ ਜਗ੍ਹਾ ਤੇ ਉਹ ਅਸਫਲ ਰਹਿ ਜਾਂਦੇ। ਕਈ ਪ੍ਰਾਣ ਸ਼ੈਤਾਨ ਦੇ ਕਬਜ਼ਿਆਂ 'ਚ ਆ। ਉਹਨਾਂ ਕੋਲ ਕੁਝ ਹੈਗਾ ਹੀ ਨਹੀਂ ਕਿ ਉਹਨਾਂ ਤੋਂ ਛੁਡਾ ਸਕੇ। ਹਾਲੇਲੂਇਆ, ਹਾਲੇਲੂਇਆ। ਉਹਨਾਂ ਕੋਲ ਕੁਝ ਪ੍ਰਾਪਤ ਕੁਝ ਹੈ ਹੀ ਨਹੀਂ ਆ। ਹਾਲੇਲੂਇਆ, ਹਾਲੇਲੂਇਆ। ਪਰ ਗੋਲੀਅਤ ਕਈਆਂ ਸਾਲਾਂ ਤੋਂ ਜਗ੍ਹਾ ਤੇ ਬੋਲ ਰਿਹਾ ਆ, ਕਈ ਚਿਰ ਤੋਂ ਜਗ੍ਹਾ ਤੇ ਬੋਲ ਰਿਹਾ ਆ, ਪੁਕਾਰ ਕੇ ਕਹਿ ਰਿਹਾ ਕਿ ਮੇਰਾ ਇਹ ਅਧਿਕਾਰ ਆ, ਮੈਂ ਏਦਾਂ ਹੀ ਕਰਾਂਗਾ। ਪਰ ਕੋਈ ਦੋਸਤ ਸਾਹਮਣੇ ਨਹੀਂ ਆ ਰਿਹਾ, ਕੋਈ ਦੋਸਤ ਸਾਹਮਣੇ ਆ ਹੀ ਨਹੀਂ ਰਿਹਾ ਕਿ ਜਿਹਦੇ ਕੋਲ ਆਪਣਾ ਕੋਈ ਨਿੱਜੀ ਤਜਰਬਾ ਹੋਵੇ, ਜਿਹੜਾ ਕਿ ਉਹਦਾ ਸੱਚਾ ਗਵਾਹ ਬਣ ਕੇ ਸਾਹਮਣੇ ਆਏ ਕਿ ਤੈਨੂੰ ਇਹਨਾਂ ਇਸ ਸਿੱਖਿਆ ਦੇ ਉੱਤੇ, ਇਸ ਤਜਰਬੇ ਦੇ ਉੱਤੇ ਜਿਹੜੇ ਇੱਥੇ ਆ ਰਿਹਾ ਇਹਨਾਂ ਤੇ ਬੜਾ ਮਾਣ ਆ। ਪਰ ਯਹੋਵਾ ਹਮੇਸ਼ਾ ਉਹ ਮੇਰੀ ਗਵਾਹੀ ਨੂੰ ਸੱਚਾ ਸਾਬਤ ਕਰੇਗਾ। ਆਮੀਨ, ਹਾਲੇਲੂਇਆ, ਹਾਲੇਲੂਇਆ। ਕਿਉਂਕਿ ਮੇਰੀ ਗਵਾਹੀ ਇਸ ਵਚਨ ਦੀ ਗਵਾਹੀ ਹੈ। मेरी गवाही किसी बंदे द्वारा तैयार की गवाही नहीं है, मैं इस वचन तो कुछ पाया है। हालेलुया, हालेलुया। किधर गल समझ आ रही है? आमीन। फिर ते भराओ ਜਦੋਂ ਦਾਊਦ ਨੇ ਉਹਦੇ ਵੱਲ ਵਧਣਾ ਸ਼ੁਰੂ ਕੀਤਾ, ਉਸ ਗੋਲੀਅਤ ਦੇ ਵੱਲ, ਕਿਹਨਾਂ ਨੂੰ ਨਜ਼ਰ ਆ ਰਿਹਾ ਹੈ? ਆਮੀਨ। ਜਦੋਂ ਦਾਊਦ ਉਹਦੇ ਵੱਲ ਵਧ ਰਿਹਾ ਆ,
ਔਰ ਉਹਨੇ ਆਪਣਾ ਗੋਪੀਆ ਕਮਾਉਣਾ ਸ਼ੁਰੂ ਕਰ ਦਿੱਤਾ। ਆਮੇਨ। ਜਿੱਦਾਂ ਹੀ ਉਹਨੇ ਗੋਪੀਆ ਦੇ ਵਿੱਚੋਂ ਪੱਥਰ ਸੱਟਿਆ, ਸਿੱਧਾ ਗੋਲੀਅਥ ਦੇ ਟਿਕਾਣੇ ਤੇ ਜਾ ਕੇ ਵੱਜ ਗਿਆ। ਗੋਲੀਅਥ ਡਿੱਗ ਪਿਆ ਔਰ ਉਸੇ ਦੀ ਤਲਵਾਰ ਤੋਂ ਹੀ ਉਹਦਾ ਸਿਰ ਉਤਾਰ ਦਿੱਤਾ। ਆਮੇਨ। ਔਰ ਦਾਊਦ ਨੇ ਕੀ ਕੀਤਾ, ਉਸੇ ਦਾ ਤਲਵਾਰ ਤੋਂ ਕੇ ਉਹਦਾ ਸਿਰ ਵੱਢ ਕੇ ਸਿਰ ਉਤਾਰ ਖੜਾ ਕਰ ਦਿੱਤਾ, ਏਦਾਂ ਫੜ ਲਿਆ। ਔਰ ਸਾਰੇ ਇਸਰਾਇਲ ਨੂੰ ਕਹਿ ਲੱਗਾ, ਦੇਖੋ ਆ ਦੇਖੋ ਮੈਂ ਪ੍ਰਭੂ ਦਾ ਸੱਚਾ ਗਵਾਹ ਜੀ, ਆ ਦੇਖੋ ਮੇਰੀ ਗਵਾਹੀ ਸੱਚੀ ਸਾਬਤ ਹੋਈ ਹੈ। ਦੇਖੋ ਮੈਨੂੰ ਜਿੱਦਾਂ ਪ੍ਰਭੂ ਨੇ ਕਿਹਾ ਸੀ ਮੈਂ ਉਦਾਂ ਕਰਕੇ ਦਿਖਾ ਦਿੱਤਾ। ਹਾਲੇਲੂਇਆ ਹਾਲੇਲੂਇਆ। ਔਰ ਐਦਾਂ ਦੀ ਗਵਾਹੀ ਉਸ ਜਗ੍ਹਾ ਤੇ ਨੂੰਹ ਪ੍ਰਗਟ ਕਰ ਰਿਹਾ ਸੀਗਾ, ਕਹਿੰਦਾ ਕਿ ਤੁਸੀਂ ਇੱਕ ਦਿਨ ਨਹੀਂ ਮੰਨੇ, ਪਰ ਦੇਖੋ ਬਾਰਿਸ਼ ਨੇ ਸਾਬਤ ਕਰ ਦਿੱਤਾ ਕਿ ਮੇਰੀ ਗਵਾਹੀ ਸੱਚੀ ਆ। ਦੇਖੋ ਮੇਰੇ ਪਰਮੇਸ਼ਰ ਨੇ ਸਾਬਤ ਕਰ ਦਿੱਤਾ ਕਿ ਮੈਂ ਜੋ ਕੁਝ ਬੋਲ ਰਿਹਾ ਸੀ ਉਦਾਂ ਹੀ ਵਾਪਰਿਆ। ਹਾਲੇਲੂਇਆ ਹਾਲੇਲੂਇਆ। ਭੈਣ ਤੇ ਭਰਾਓ, ਜਦੋਂ ਅਸੀਂ ਪ੍ਰਭੂ ਦੇ ਲਈ ਕੁਝ ਚੀਜ਼ਾਂ ਦਾ ਸਾਹਮਣਾ ਕਰਦੇ ਆ, ਸਿਰਫ ਪ੍ਰਭੂ ਨੂੰ ਉੱਚਾ ਕਰਨ ਦੇ ਲਈ, ਪ੍ਰਭੂ ਸਾਡੀ ਸਹਾਇਤਾ ਕਰਦਾ ਹੈ। ਆਮੀਨ। ਤੁਹਾਨੂੰ ਯਾਦ ਹੋਣਾ ਆ ਕਿ ਇੱਕ ਦਿਨ ਦੀ ਗੱਲ ਆ ਕਿ ਨਬੂਕਦਨਸਰ ਰਾਜੇ ਨੂੰ ਪਰਮੇਸ਼ਰ ਨੇ ਪ੍ਰੇਰਿਆ, ਔਰ ਐਦਾਂ ਦਾ ਪ੍ਰੇਰਿਆ ਕਿ ਜਾ ਇਸਰਾਈਲ ਦੇ ਵਿੱਚ ਉੱਥੋਂ ਦੇ ਸਾਰਿਆਂ ਨੂੰ ਬੰਦੀ ਬਣਾ ਕੇ ਲੈ ਆ। ਇੱਥੇ ਬਾਬਲ ਦੇ ਵਿੱਚ, ਕਿਹਨਾਂ ਨੂੰ ਯਾਦ ਆ ਰਿਹਾ? ਔਰ ਉਸ ਬਾਬਲ ਦੇ ਵਿੱਚ ਜਦੋਂ ਉਹਨਾਂ ਸਾਰਿਆਂ ਨੂੰ ਬੰਦੀ ਬਣਾ ਕੇ ਲੈ ਕੇ ਆਇਆ ਔਰ ਇੱਕ ਮੂਰਤ ਬਣਾ ਦਿੱਤੀ, ਔਰ ਉਸ ਮੂਰਤ ਦੇ ਸਾਹਮਣੇ ਕਹਿੰਦਾ ਕਿ ਸਾਰਿਆਂ ਨੇ ਝੁਕਣਾ ਆ, ਸਾਰਿਆਂ ਨੇ ਸਜਦਾ ਕਰਨਾ ਹੈ। ਪਰ ਉਸ ਜਗ੍ਹਾ ਤੇ ਪ੍ਰਭੂ ਦੇ ਕੁਝ ਸੱਚੇ ਗਵਾਹ ਸੀਗੇ। ਹਾਲੇਲੂਇਆ ਹਾਲੇਲੂਇਆ। ਔਰ ਪ੍ਰਭੂ ਦੇ ਸੱਚੇ ਗਵਾਹਾਂ ਨੇ ਕਿਹਾ ਕਿ ਅਸੀਂ ਪ੍ਰਭੂ ਤੋਂ ਇਲਾਵਾ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕ ਸਕਦੇ। ਆਮੀਨ। ਅੱਜ ਅਸੀਂ ਜਦੋਂ ਦੇਖਦੇ ਆ ਕਈ ਪਾਸਟਰਾਂ ਦੇ ਪੈਰੀ ਹੱਥ ਲਾਉਂਦੇ ਆ, ਉਹ ਝੂਠੇ ਗਵਾਹ ਆ। ਇਹ ਸਹੀ ਗੱਲ ਨਹੀਂ ਗੀ। ਇੱਕ ਬੰਦੇ ਨੂੰ ਬਾਪ ਕਹਿਣਾ ਇਹ ਸੱਚੀ ਗੱਲ ਨਹੀਂ ਆ। ਉਸ ਬਾਪ ਨੂੰ ਜਿਹਨੂੰ ਅਸੀਂ ਆਤਮਿਕ ਤੌਰ ਤੇ ਕਈ ਵਾਰ ਦੇਖਦੇ ਆ ਕਿ ਲੋਕ ਕਈਆਂ ਪਾਸਟਰਾਂ ਨੂੰ ਆਪਣਾ ਬਾਪ ਕਹੀ ਜਾਂਦੇ, ਗੱਲ ਝੂਠ ਆ। ਬਾਈਬਲ ਬਿਆਨ ਕਰਦੀ ਕੋਈ ਧਰਤੀ ਤੇ ਤੁਹਾਡਾ ਬਾਪ ਨਾ ਹੋਵੇ, ਇੱਕੋ ਹੀ ਆ ਜਿਹੜਾ ਯਹੋਵਾ ਪਰਮੇਸ਼ਵਰ ਆ। ਉਹ ਕਹਿੰਦਾ ਅਸੀਂ ਇਸ ਮੂਰਤ ਦੇ ਸਾਹਮਣੇ ਝੁਕ ਨਹੀਂ ਸਕਦੇ। ਤੁਹਾਨੂੰ ਯਾਦ ਆ ਭਾਈ ਬ੍ਰੈਨਨ ਨੇ ਕਿਹਾ ਕਿ ਉਸ ਜਗ੍ਹਾ ਤੇ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਸੀਗਾ। ਕਹਿੰਦਾ ਕਿ ਉਹ ਤਿੰਨੇ ਖੜੇ ਔਰ ਕਹਿੰਦੇ ਕਿ ਰਾਜੇ ਨੂੰ ਕਹਿੰਦੇ ਕਿ ਰਾਜੇ ਅਸੀਂ ਤੇਰੀਆਂ ਗੱਲਾਂ ਦਾ ਉੱਤਰ ਦੇਣਾ ਵੀ ਜ਼ਰੂਰੀ ਨਹੀਂ ਸਮਝਦੇ। ਜੇ ਅਸੀਂ ਯਹੋਵਾ ਪਰਮੇਸ਼ਰ ਦੀ ਅਸੀਂ ਭਗਤੀ ਕਰਦੇ ਹਾਂ, ਜੇ ਅਸੀਂ ਯਹੋਵਾ ਪਰਮੇਸ਼ਰ ਦੇ ਅਸੀਂ ਗਵਾਹ ਆ, ਉਹ ਸਾਨੂੰ ਇਸ ਬਲਦੀ ਦੀ ਭੱਠੀ ਦੇ ਵਿੱਚ ਬਚਾਉਣ ਦੀ ਵੀ ਸ਼ਕਤੀ ਰੱਖਦਾ। ਪਰ ਅਗਰ ਉਹ ਸਾਨੂੰ ਨਹੀਂ ਵੀ ਬਚਾਉਂਦਾ ਤਾਂ ਵੀ ਸਾਨੂੰ ਕੋਈ ਵੀ ਉਹਦੇ ਉੱਤੇ ਇਤਰਾਜ਼ ਨਹੀਂ ਆ, ਕਿਉਂਕਿ ਅਸੀਂ ਸੱਚ ਤੇ ਖੜੇ ਆ। ਸਾਡੀ ਗਵਾਹੀ ਬਿਲਕੁਲ ਸੱਚੀ ਆ। ਔਰ ਭਾਈ ਬ੍ਰੈਨਨ ਨੇ ਕਹਿੰਦਾ ਥੋੜਾ ਹੀ ਆਪਣਾ ਕੈਮਰਾ ਉੱਪਰ ਆਕਾਸ਼ ਦੇ ਵੱਲ ਲਾਓ। ਕਹਿੰਦਾ ਉੱਥੇ ਕੀ ਚੱਲ ਰਿਹਾ ਹੈ। ਉਹਨੇ ਕਈਆਂ ਦੂਤਾਂ ਦੇ ਨਾਮ ਲਏ, ਕਈਆਂ ਦੂਤਾਂ ਦੇ ਨਾਮ ਲਏ ਔਰ ਕਹਿੰਦਾ ਕਿ ਫਲਾਣਾ ਫਲਾਣਾ ਦੂਤ ਆਇਆ ਜਬਰਾਇਲ। ਕਹਿੰਦਾ ਕਿ ਪ੍ਰਭੂ ਮੈਨੂੰ ਭੇਜ ਇੱਕ ਵਾਰ ਔਰ ਦੇਖ ਮੈਂ ਤੇਰੇ ਗਵਾਹ ਨੂੰ ਬਚਾਉਂਦਾ ਹਾਂ। ਮੈਂ ਉੱਥੇ ਸਾਰਿਆਂ ਨੂੰ ਤਹਿਸ ਨਹਿਸ ਕਰ ਦਿਆਂਗਾ। ਹਾਲੇਲੂਇਆ ਹਾਲੇਲੂਇਆ। ਕਹਿੰਦਾ ਮੈਂ ਸਭ ਕੁਝ ਉਸ ਜਗ੍ਹਾ ਤੇ ਬਰਬਾਦ ਕਰ ਦਿਆਂਗਾ। ਮੈਂ ਪਾਣੀ ਲੈ ਆਵਾਂਗਾ, ਕੋਈ ਕਹਿੰਦਾ ਮੈਂ ਹਵਾ ਇੰਨੀ ਤੇਜ਼ ਵਗਾਵਾਂਗਾ, ਉਹ ਕਹਿੰਦਾ ਨਹੀਂ ਮੈਂ ਖੁਦ ਉੱਥੇ ਜਾਵਾਂਗਾ। ਹਾਲੇਲੂਇਆ ਹਾਲੇਲੂਇਆ। ਕਿਹਾ ਕਿ ਜਦੋਂ ਤੁਸੀਂ ਸੱਚ ਤੇ ਖੜੇ ਹੋ ਫਿਰ ਉਹ ਖੁਦ ਤੁਹਾਡੇ ਲਈ ਉੱਤਰ ਆਉਂਦਾ ਆ। ਉਹ ਖੁਦ ਤੁਹਾਡੀ ਮਦਦ ਦੇ ਲਈ ਉੱਤਰ ਆਉਂਦਾ ਆ। ਉਹਨੂੰ ਆਉਣਾ ਹੀ ਪੈਂਦਾ ਆ ਜਦੋਂ ਤੁਸੀਂ ਸੱਚ ਤੇ ਅੜੇ ਹੋ। ਹਾਲੇਲੂਇਆ ਹਾਲੇਲੂਇਆ। ਜਦੋਂ ਤੁਸੀਂ ਸੱਚ ਤੇ ਖੜੇ ਹੋ, ਇਹ ਨਹੀਂ ਕਿ ਮੈਂ ਕਈ ਨਹੀਂ ਸੋਚਦਾ ਕਹਿੰਦੇ ਜਾ ਫਿਰ ਜਿੱਥੇ ਮਰਜ਼ੀ ਮਾਰ, ਮੈਨੂੰ ਨਹੀਂ ਲੈਣਾ ਦੇਣਾ ਤੇਰੇ ਨਾਲ ਕੁਝ। ਪਰ ਇਹ ਕੰਮ ਏਦਾਂ ਦਾ ਨਹੀਂਗਾ। ਇਹ ਏਦਾਂ ਦਾ ਕੰਮ ਹੈ ਕਿ ਜਿੱਦਾਂ ਅਸੀਂ ਇੱਕ ਬੱਚੇ ਨੂੰ ਪੈਦਾ ਕਰਦੇ ਹਾਂ ਔਰ ਉਹ ਛੋਟਾ ਬੱਚਾ ਕਮਜ਼ੋਰ, ਆਪਣੀ ਧੌਣ ਛਿੱਤੀ, ਅੱਖਾਂ ਬੰਦ ਆ ਔਰ ਉਹਨੂੰ ਪਤਾ ਹੀ ਨਹੀਂ ਵੀ ਮੇਰੀਆਂ ਬਾਹਾਂ ਕਿੱਧਰ ਨੂੰ ਡਿੱਗ ਰਹੀਆਂ ਆ। ਉਹਨੂੰ ਪਤਾ ਹੀ ਨਹੀਂਗਾ, ਉਹ ਬੱਚਾ ਹੈ। ਹਾਲੇਲੂਇਆ ਹਾਲੇਲੂਇਆ। ਉਹਨੂੰ ਪਤਾ ਹੀ ਨਹੀਂ ਕਿ ਮੈਂ ਨੰਗਾ ਆ। ਉਹਨੂੰ ਪਤਾ ਹੀ ਨਹੀਂ ਮੈਂ ਕਿੱਧਰ ਨੂੰ ਦੇਖ ਰਿਹਾ ਆ। ਉਹਨੂੰ ਪਤਾ ਹੀ ਨਹੀਂ ਵੀ ਮੈਨੂੰ ਠੰਡ ਲੱਗ ਰਹੀ ਆ ਜਾਂ ਗਰਮੀ ਲੱਗ ਰਹੀ ਆ। ਉਹ ਕੁਝ ਦੱਸ ਨਹੀਂ ਸਕਦਾ। ਇਹ ਤੁਹਾਨੂੰ ਪਤਾ ਆ, ਤੁਹਾਡੇ ਕੋਲ ਤਜਰਬਾ ਆ, ਤੁਸੀਂ ਕਈਆਂ ਗੱਲਾਂ ਦੇ ਗਵਾਹ ਹੋ। ਤੁਸੀਂ ਦੱਸ ਸਕਦੇ ਹੋ ਕਿ ਨਹੀਂ ਇਹਨੂੰ ਕੱਪੜੇ ਚ ਲਪੇਟ ਲਓ। ਆਮੀਨ। ਇਹਨੂੰ ਸੁਆ ਕੇ ਕਿੰਨਾ ਦਿਖਾਓਗੇ ਤੇ ਬੜਾ ਵਧੀਆ ਰਹੇਗਾ। ਇਹ ਜੇ ਰੋ ਰਿਹਾ ਹੈ ਤੇ ਇਹਨੂੰ ਦੁੱਧ ਦੀ ਲੋੜ ਆ। ਇਹ ਜੇ ਰੋ ਰਿਹਾ ਹੈ ਤੇ ਉਹਨੇ ਨੂੰ ਦੁੱਧ ਨਹੀਂ, ਇਹਦੇ ਪੇਟ ਤੋਂ
ਇਹ ਨਹੀਂ। ਅੱਛਾ ਤੂੰ ਚੁੱਪ ਹੀ ਨਹੀਂ ਕਰਦਾ, ਜਾ ਉਹਨੂੰ ਬਾਹਰ ਸੁੱਟ ਆਓ। ਤੁਸੀਂ ਬੱਚਿਆਂ ਨੂੰ ਸੁੱਟ ਕੇ ਨਹੀਂ ਆ ਸਕਦੇ। ਕਿੱਦਾਂ ਸੁੱਟ ਕੇ ਆ ਸਕਦੇ ਹੋ ਤੁਸੀਂ? ਅੱਜ ਕਈ ਵਾਰ ਜਦੋਂ ਕੋਈ ਭੈਣ ਭਰਾ ਐਵੇਂ ਕਹਿ ਦਿੰਦਾ ਨਾ, ਇਹਨੇ ਤਾਂ ਮੰਨਣਾ ਨਹੀਂ, ਇਹਨਾਂ ਨੂੰ ਦਫਾ ਕਰੋ ਪਰ, ਉਦੋਂ ਮੈਨੂੰ ਆਹੀ ਗੱਲ ਯਾਦ ਆਉਂਦੀ ਕਿ ਕਿੱਦਾਂ ਸੁੱਟ ਦਈਏ, ਕਿੱਦਾਂ ਦਫਾ ਕਰ ਦਈਏ। ਸੱਚਾ ਗਵਾਹ ਸਦਾ ਉਹਨਾਂ ਭੈਣ ਭਰਾਵਾਂ ਦੇ ਸਾਹਮਣੇ ਤੇ ਪ੍ਰਭੂ ਦੇ ਨਿਆਂ ਦੇ ਵਿਚਾਲੇ ਹੀ ਖੜਾ ਹੋ ਜਾਂਦਾ। ਜਿੱਦਾਂ ਮੂਸਾ ਇਸਰਾਏਲੀਆਂ ਦੇ ਤੇ ਪਰਮੇਸ਼ਰ ਦੇ ਵਿਚਾਲੇ ਖੜਾ ਹੋ ਗਿਆ, ਜਿੱਦਾਂ ਪ੍ਰਭੂ ਯਿਸੂ ਮਸੀਹ ਦੁਨੀਆ ਦੇ ਤੇ ਪਰਮੇਸ਼ਰ ਦੇ ਨਿਆਂ ਦੇ ਵਿਚਾਲੇ ਖੜਾ ਹੋ ਗਿਆ। ਹਾਲੇਲੂਇਆ। ਜਿੱਦਾਂ ਨੂਹ ਨਬੀ ਉਹਨਾਂ ਦੇ ਵਿਚਾਲੇ ਖੜਾ ਸੀਗਾ। ਹਾਲੇਲੂਇਆ। ਜਿੱਦਾਂ ਉਹ ਦਾਊਦ ਉਸ ਵਿਚਾਲੇ ਖੜਾ ਸੀਗਾ। ਹਾਲੇਲੂਇਆ। ਔਰ ਅੱਜ ਵੀ ਇੱਕ ਸੱਚਾ ਗਵਾਹ ਪ੍ਰਭੂ ਯਿਸੂ ਮਸੀਹ ਦੀ ਮਾਂ ਦੇ ਵਿਚਾਲੇ ਖੜਾ ਹੁੰਦਾ ਹੈ। ਉਹ ਕਹਿੰਦਾ ਨਹੀਂ ਪ੍ਰਭੂ ਇਹਨੇ ਮੰਨ ਜਾਣਾ ਆ, ਨਹੀਂ ਪ੍ਰਭੂ ਇਹਨੇ ਸਹੀ ਹੋ ਜਾਣਾ ਆ। ਮੈਂ ਤੇਰੇ ਲਈ ਦੁਆ ਕਰ ਰਿਹਾ ਆ, ਦੇਖ ਮੈਂ ਮਿਹਨਤ ਕਰ ਰਿਹਾ ਆ, ਮੈਂ ਜ਼ਰੂਰੀ ਸਮੱਗਰੀ ਇਕੱਠੀ ਕਰ ਰਿਹਾ ਆ, ਜਿੰਨਾ ਚੀਜ਼ਾਂ ਦੀ ਇਹਨੂੰ ਲੋੜ ਆ ਮੈਂ ਉਹ ਚੀਜ਼ਾਂ ਦੇ ਉੱਤੇ ਸਟੱਡੀ ਮੇਰੀ ਜਾਰੀ ਆ, ਮੈਂ ਆਪਣੀ ਸਟੱਡੀ ਕਰਨੀ ਛੱਡੀ ਨਹੀਂ ਆ। ਕਿੰਨਾ ਗੱਲ ਸਮਝ ਆਈ? ਆਮੀਨ। ਇੱਕ ਸੱਚਾ ਗਵਾਹ ਉਹਨਾਂ ਗੱਲਾਂ ਦੀ ਤੜਪ ਮਹਿਸੂਸ ਕਰਦਾ ਰਹਿੰਦਾ ਹੈ। ਕਿੰਨਾ ਮੇਰੀਆਂ ਗੱਲਾਂ ਵਧੀਆ ਲੱਗ ਰਹੀਆਂ। ਆਮੀਨ। ਜ਼ਰੂਰੀ ਗੱਲਾਂ ਆ। ਅਸੀਂ ਕਈ ਆਪਣੇ ਜਿਹੜੇ ਗਲਤ ਰਾਹਾਂ ਤੇ ਆ ਭੈਣ ਭਰਾ, ਜਿਨ੍ਹਾਂ ਨੂੰ ਬਚਾਉਣ ਦੇ ਲਈ ਸਾਡੇ ਅੰਦਰ ਕੁਛ ਹੈ ਕਿ ਕਾਸ਼ ਕਿਤੇ ਵਧੀਆ ਜਗ੍ਹਾ ਤੇ ਆ ਜਾਣ, ਉਹਨਾਂ ਨੂੰ ਬਚਾਇਆ ਜਾ ਸਕਦਾ ਆ। ਹਾਲੇ ਤੱਕ ਵੀ ਉਹ ਨਿਆਂ ਇਸ ਧਰਤੀ ਉੱਤੇ ਆਇਆ ਨਹੀਂ ਆ। ਹਾਲੇ ਤੱਕ ਵੀ ਪ੍ਰਭੂ ਉਸ ਕਿਰਪਾ ਦੇ ਸਿਖਾਸ਼ਨ ਤੇ ਆ, ਉਹਦੀ ਕਿਰਪਾ ਹੀ ਆ ਰਹੀ ਆ, ਔਰ ਉਹਦੀ ਕਿਰਪਾ ਕਦੇ ਵੀ ਉਸ ਭੈਣ ਭਰਾ ਨੂੰ ਛੂ ਸਕਦੀ ਆ, ਉਹ ਕਦੇ ਵੀ ਬਚਾਇਆ ਜਾ ਸਕਦਾ ਆ। ਹਾਲੇਲੂਇਆ। ਹਾਲੇ ਤੱਕ ਵੀ ਉਹ ਕਿਰਪਾ ਬਹਾ ਰਿਹਾ ਆ। ਹਾਲੇ ਤੱਕ ਵੀ ਉਹਦਾ ਕਲਵਰੀ ਕਰੂਸ ਤੇ ਬਹਾਇਆ ਲਹੂ ਜੋ ਸਾਡੇ ਸਭਨਾਂ ਦੇ ਨਿਸਤਾਰੇ ਦੇ ਲਈ ਬਲੀਦਾਨ ਕੀਤਾ ਹੈ, ਉਹ ਇੱਕੋ ਬਲੀਦਾਨ ਸੀਗਾ ਜਿਹੜਾ ਹਾਲੇ ਵੀ ਬਲੀਦਾਨ ਬਰਕਰਾਰ ਆ। ਉਹਦੀ ਉਸ ਕ੍ਰੂਸੀਫਿਕਸ਼ਨ ਦੇ ਦੁਆਰਾ ਉਸ ਕਲਵਰੀ ਕਰੂਸ ਤੋਂ ਹਾਲੇ ਤੱਕ ਵੀ ਕਿਰਪਾ ਬਹਾਈ ਜਾ ਰਹੀ ਆ। ਹਾਲੇਲੂਇਆ। ਅੱਜ ਵੀ ਉਹ ਸਵਰਗ ਦੇ ਵਿੱਚ ਵਿਚੋਲਗੀ ਦਾ ਕੰਮ ਕਰ ਰਿਹਾ ਆ। ਅੱਜ ਵੀ ਉਹ ਸਾਡੇ ਲਈ ਵਿਚੋਲਗੀ ਹੀ ਕਰ ਰਿਹਾ ਆ। ਹਾਲੇਲੂਇਆ। ਹਾਲੇ ਤੱਕ ਵੀ ਕੁਝ ਵੀ ਕੀਤਾ ਜਾ ਸਕਦਾ ਆ। ਹਾਲੇ ਤੱਕ ਵੀ ਉਹ ਜ਼ਰੂਰੀ ਸਮੱਗਰੀ ਇਕੱਠੀ ਕਰੀਏ। ਹਾਲੇ ਤੱਕ ਵੀ ਉਹ ਜਿਹੜੀ ਚੀਜ਼ ਚਾਹੀਦੀ ਆ, ਸਾਨੂੰ ਆਪਣੀਆਂ ਅੱਖਾਂ ਖੋਲਣੀਆਂ ਚਾਹੀਦੀਆਂ ਹੈ, ਸਾਡੇ ਕੰਨ ਖੁੱਲੇ ਹੋਣੇ ਚਾਹੀਦੇ ਆ, ਤਾਂ ਜੋ ਅਸੀਂ ਉਹਨਾਂ ਨੂੰ ਬਚਾਉਣ ਦੇ ਲਈ ਕੁਝ ਇਕੱਠਾ ਕਰ ਸਕੀਏ। ਹਾਲੇਲੂਇਆ। ਤੁਸੀਂ ਕਦੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਬਾਹਰ ਨਹੀਂ ਸੁੱਟ ਦੋਗੇ ਕਿ ਇਹਨਾਂ ਨੂੰ ਬਸ ਨਾਸ਼ ਹੋਣ ਦੇ ਲਈ ਸੁੱਟ ਦੋ, ਕਿਉਂਕਿ ਇਹ ਤਾਂ ਦੁੱਧ ਹੀ ਮੰਗੀ ਜਾਂਦੇ ਆ, ਇਹ ਤਾਂ ਬਰਬਾਦ ਹੀ ਹੋਈ। ਸਾਨੂੰ ਸੌਣ ਨਹੀਂ ਦੇ ਰਹੇ, ਸਾਨੂੰ ਨਹੀਂ ਭਗਤੀ ਕਰਨ ਦਿੰਦੇ ਚੱਜ ਨਾਲ, ਹਨਾ। ਕਦੇ ਵੀ ਉਹਨਾਂ ਨੂੰ ਬਰਬਾਦ ਹੋਣ ਦੇ ਲਈ ਬਾਹਰ ਨਹੀਂ ਸੁੱਟ ਸਕਦੇ ਜੀ। ਤੁਸੀਂ ਕੋਸ਼ਿਸ਼ ਕਰੋਗੇ, ਤੁਸੀਂ ਕੁਝ ਚੀਜ਼ਾਂ ਨੂੰ ਮੁਹੱਈਆ ਕਰੋਗੇ, ਉਹਨਾਂ ਦੇ ਲਈ ਵਧੀਆ ਚੀਜ਼ਾਂ ਉਪਲਬਧ ਕਰਾਓਗੇ ਕਿ ਭਾਈ ਜੀ ਮੈਂ ਆਹ ਗੱਲ ਕੀਤੀ, ਅੱਗੋਂ ਆਹ ਜਵਾਬ ਆਇਆ, ਦੱਸੋ ਮੈਂ ਅੱਗੋਂ ਕੀ ਕਰਾਂ, ਹਨਾ। ਦੱਸੋ ਮੈਂ ਅੱਗੋਂ ਕੀ ਕਰਾਂ, ਮੈਨੂੰ ਬਚਾਉਣਾ ਚਾਹੁੰਦਾ ਆ, ਹਨਾ। ਮੈਂ ਬਾਈਬਲ ਦੇ ਵਿੱਚੋਂ ਲੱਭਦਾ ਆ ਕਿ ਇਹਦੇ ਲਈ ਕਿਹੜੀ ਐਪ ਦੇਵਾਂ, ਕਿਹੜੀ ਗੱਲ ਇਹਦੇ ਸਾਹਮਣੇ ਫਿੱਟ ਕਰਾਂ ਵੀ ਇਹ ਬਚਾ ਲਿਆ ਜਾਵੇ। ਕਿੰਨਾ ਗੱਲ ਸਮਝ ਆਈ? ਆਮੀਨ। ਭੈਣ ਤੇ ਭਰਾਓ, ਜਦੋਂ ਤੁਸੀਂ ਸੱਚ ਤੇ ਟਿਕੇ ਹੋ, ਪ੍ਰਭੂ ਆਪ ਉੱਤਰ ਆਉਂਦਾ ਹੈ, ਆਪ ਤੁਹਾਡੇ ਲਈ ਉੱਤਰ ਆਉਂਦਾ ਹੈ, ਆਪ ਤੁਹਾਡਾ ਮਦਦਗਾਰ ਬਣ ਕੇ ਸਾਬਤ ਹੁੰਦਾ ਹੈ। ਔਰ ਆਹੀ ਤਾਂ ਗੱਲ ਉਹਨੇ ਰਸੂਲਾਂ ਦੇ ਨਾਲ ਜਦੋਂ ਕੀਤੀ, ਕਹਿੰਦਾ ਪਵਿੱਤਰ ਆਤਮਾ ਤੁਹਾਡੇ ਤੇ ਆਵੇਗਾ, ਤੁਸੀਂ ਸ਼ਕਤੀ ਪਾਓਗੇ, ਯਰੂਸ਼ਲਮ ਤੇ ਸਾਰੇ ਯਹੂਦਾ ਤੇ ਸਾਮਰੀਆ ਤੇ ਸਭੋ ਤੱਕ ਦੇ ਬੰਨੇ ਤੱਕ ਮੇਰੇ ਕੀ ਹੋਗੇ ਗਵਾਹ। ਸ਼ਕਤੀ ਕਿਹੜੀ ਸੀ? ਸ਼ਕਤੀ ਕਿਹੜੀ ਸੀ? ਪਵਿੱਤਰ ਆਤਮਾ ਕੌਣ ਹੈ? ਯਿਸੂ ਮਸੀਹ। ਭਾਵ ਜਦੋਂ ਅਸੀਂ ਉਹਦੇ ਲਈ ਖੜੇ ਹੁੰਦੇ ਆ, ਉਹ ਖੁਦ ਸਾਡੇ ਲਈ ਆ ਜਾਂਦਾ ਹੈ, ਉਹ ਖੁਦ ਆ ਜਾਂਦਾ ਹੈ। ਫਿਰ ਭਾਵੇਂ ਸਾਹਮਣੇ ਗੋਲੀਅਤ ਆ, ਭਾਵੇਂ ਅੱਗ ਦੀ ਬਲਦੀ ਭੱਠੀ ਆ, ਭਾਵੇਂ ਸ਼ੇਰ ਨੇ ਭੁੱਖੇ, ਭਾਵੇਂ ਕੁਛ ਵੀ ਆ, ਨਾਲ ਸਮੁੰਦਰ ਕਿਉਂ ਨਾ ਆ, ਸਭ ਕੁਛ ਪ੍ਰਭੂ ਮੁਹੱਈਆ ਕਰਦਾ। ਆਮੀਨ। ਸਭ ਕੁਛ ਹੋ ਸਕਦਾ ਆ, ਸਭ ਕੁਛ ਕੀਤਾ ਜਾ ਸਕਦਾ ਹੈ। ਇਹ ਦੇਖੋ ਤੁਹਾਡੇ ਅੰਦਰ ਕੀ ਹੈ। ਆਮੀਨ। ਤੁਸੀਂ ਕਰਨਾ ਕੀ ਚਾਹੁੰਦੇ ਹੋ? ਹਾਂ, ਅੱਜ ਕਈ ਭੈਣ ਭਰਾ ਕਹਿੰਦੇ ਮੇਰੀ ਦੁਆ ਸੁਣੀ ਨਹੀਂ ਜਾ ਰਹੀ, ਮੈਂ ਬਿਮਾਰੀ ਜਾਣ ਦਾ ਨਾਮ ਨਹੀਂ ਲੈ ਰਹੀ।
ਫਿਰ ਮੈਂ ਪੁੱਛਦਾ ਆ ਕਿ ਬਿਮਾਰੀ ਤੋਂ ਚੰਗਾ ਕਾਹਦੇ ਲਈ ਹੋਣਾ ਚਾਹੁੰਦੇ? ਤੇ ਕਹਿੰਦੇ ਸਾਨੂੰ ਬੱਚੇ ਨਹੀਂ ਮਿਲ ਰਹੇ। ਬੱਚੇ ਲੈ ਕੇ ਕਰਨਾ ਕੀ ਚਾਹੁੰਦੇ? ਹਾਂ, ਸਾਡਾ ਕੰਮ ਨਹੀਂ ਚੱਲ ਰਿਹਾ, ਕੰਮ ਕਰਕੇ ਕਰਨਾ ਕੀ ਚਾਹੁੰਦੇ? ਬੱਚੇ ਲੈ ਕੇ ਕਰਨਾ ਕੀ ਚਾਹੁੰਦੇ? ਬਿਮਾਰੀ ਨਹੀਂ ਜਾਣ ਦਾ ਨਾਮ ਲੈ ਰਹੀ ਨਾ। ਹਾਂ, ਠੀਕ ਹੋ ਕੇ ਕੀ ਕਰਨਾ ਚਾਹੁੰਦੇ? ਡੀਜੇ ਤੇ ਨੱਚਣਾ ਚਾਹੁੰਦੇ? ਮੇਕਅਪ ਕਰਨਾ ਚਾਹੁੰਦੇ? ਦੁਨੀਆ ਦੇ ਵਿੱਚ ਜਾਣਾ ਚਾਹੁੰਦੇ? ਇਸ ਤੋਂ ਚੰਗੇ ਬਿਮਾਰ ਹੀ ਠੀਕ ਹੈ। ਕੀ ਸਮਝੇ? ਹਾਂ, ਅਗਰ ਚੰਗੇ ਹੋ ਕੇ ਕੁਝ ਪ੍ਰਭੂ ਦੇ ਲਈ ਕਰਨਾ ਚਾਹੁੰਦੇ ਤੇ ਫਿਰ ਚੰਗਿਆਈ ਮੁਬਾਰਕ ਹੈ। ਜੇ ਬੱਚੇ ਪ੍ਰਾਪਤ ਕਰਕੇ ਤੁਸੀਂ ਪ੍ਰਭੂ ਦੇ ਲਈ ਕੁਝ ਕਰਨਾ ਚਾਹੁੰਦੇ, ਫਿਰ ਬੱਚੇ ਪ੍ਰਾਪਤ ਕਰਨਾ ਮੁਬਾਰਕ ਹੈ। ਹਾਲੇਲੂਇਆ, ਹਾਲੇਲੂਇਆ। ਕੁਝ ਅਜਿਹਾ ਕਰਕੇ ਦਿਖਾਓ ਕਿ ਅਸੀਂ ਕਹਿ ਸਕੀਏ ਕਿ ਅਸੀਂ ਪ੍ਰਭੂ ਦੇ ਗਵਾਹ ਹਾਂ। ਹਾਲੇਲੂਇਆ, ਹਾਲੇਲੂਇਆ। ਗਵਾਹਾਂ ਦੀ ਜਿਹੜੀ ਸੇਵਕਾਈ ਆ, ਉਹ ਕਿਸੇ ਅਹੁਦੇ ਦੇ ਮੁਤਾਜ ਨਹੀਂ ਆ। ਉਹ ਪ੍ਰਭੂ ਦਾ ਸੱਚਾ ਗਵਾਹ ਕਦੇ ਵੀ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਵਾਂਗ ਉਹਨਾਂ ਇਸਰਾਈਲ ਦੇ ਉਹਨਾਂ ਜੰਗਲਾਂ ਦੇ ਵਿੱਚੋਂ ਕਦੇ ਵੀ ਨਿਕਲ ਕੇ ਆ ਸਕਦਾ ਆ, ਪਰ ਕਹਿ ਸਕਦਾ ਆ ਕਿ ਇਹ ਸਭਾ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕਰੋਪ ਤੋਂ ਭੱਜਣਾ ਕਿੰਨੇ ਸਿਖਾਇਆ ਆ। ਮੈਂ ਪ੍ਰਭੂ ਦਾ ਸੱਚਾ ਗਵਾਹ ਆ। ਤੁਹਾਨੂੰ ਸੱਚ ਦੇ ਕਰੀਬ ਆਉਣਾ ਹੀ ਪੈਣਾ ਆ। ਤੁਹਾਨੂੰ ਸੱਚੇ ਸੰਦੇਸ਼ ਦੇ ਵਿੱਚ ਆਉਣਾ ਹੀ ਪੈਣਾ ਆ। ਉਹਦੀ ਗਵਾਹੀ ਸੱਚੀ ਸਾਬਤ ਕਰਨ ਲਈ ਖੁਦ ਪ੍ਰਭੂ ਯਿਸੂ ਮਸੀਹ ਉੱਤੇ ਆ ਜਾਂਦਾ ਹੈ। ਹਾਲੇਲੂਇਆ। ਉਹਨੂੰ ਕਹਿਣਾ ਪੈਂਦਾ ਕਿ ਆ ਦੇਖੋ ਪਰਮੇਸ਼ਰ ਦਾ ਲੇਲਾ ਜਿਹੜਾ ਸਵਰਗ ਤੇ ਸਾਰੇ ਜਗਤ ਦੇ ਪਾਪ ਉਠਾ ਲੈ ਜਾਂਦਾ ਹੈ। ਆਮੀਨ, ਹਾਲੇਲੂਇਆ, ਹਾਲੇਲੂਇਆ। ਭੈਣ ਤੇ ਭਰਾਓ, ਜਦੋਂ ਪ੍ਰਭੂ ਦੇ ਗਵਾਹ ਜਿਹੜੇ ਸੱਚੇ ਗਵਾਹ ਹੈ, ਉਹ ਜਦੋਂ ਪ੍ਰਗਟ ਹੁੰਦੇ ਆ ਨਾ, ਉਹ ਕਿਸੇ ਸੰਸਥਾ ਦੇ ਮੁਤਾਜ ਨਹੀਂ ਹੈ। ਸੱਚਾ ਇਹ ਨਹੀਂ ਕਿ ਮੈਨੂੰ ਦੁਆ ਦਾ ਸਮਾਂ ਨਹੀਂ ਮਿਲਿਆ, ਅੱਜ ਤੋਂ ਬਾਅਦ ਮੈਂ ਬੰਦਗੀ 'ਚ ਨਹੀਂ ਜਾਣਾ, ਮੈਨੂੰ ਗੀਤ ਦਾ ਤਾਂ ਮੌਕਾ ਦਿੰਦੇ ਹੀ ਨਹੀਂ ਤੇ ਪੈ ਹਨਾ। ਬੰਦਗੀ ਤੇ ਕੀ ਜਾਣਾ? ਬੰਦਗੀ ਤੇ ਕੀ ਜਾਣਾ ਹੈ? ਮੈਂ ਜੀ ਲੇਟ ਹੋ ਗਿਆ ਸੀ, ਇਸ ਲਈ ਬੰਦਗੀ ਤੇ ਨਹੀਂ ਆ ਪਾਇਆ। ਭਾਜੀ ਮੈਂ ਤੂੰ ਦਾਜ ਦਾ ਸੰਬੰਧ ਇਸ ਲਈ ਨਹੀਂ ਦਿੱਤਾ ਜਾ ਰਿਹਾ, ਮੇਰਾ ਮਸਲਾ ਬੜਾ ਉਧਰ ਵਿਆਹ ਆ ਗਿਆ ਸੀ ਹਨਾ, ਤੇ ਫਿਰ ਮੈਂ ਦਾਨ ਦਾ ਸੰਬੰਧ ਵੀ ਉਧਰ ਹੀ ਲਾ ਬੈਠਾ। ਉਹ ਕਿਹਾ ਇਹਨਾਂ ਚੀਜ਼ਾਂ ਦੇ ਮੁਤਾਜ ਨਹੀਂ ਗਏ। ਉਹ ਸੱਚ ਦਾ ਟਿਕੇ, ਔਰ ਸੱਚ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ ਜ਼ਮੀਨ ਅਸਮਾਨ ਭਾਵੇਂ ਇੱਕ ਕਰਨਾ ਪਵੇ, ਉਹ ਕਰਦੇ ਆ। ਆਮੀਨ। ਦੇਖੋ ਜੇ ਕੰਮ ਕਈ ਤੁਸੀਂ ਕਰਦੇ ਹੋ, ਉਹਦੇ ਲਈ ਭਾਵੇਂ ਤੁਹਾਨੂੰ ਕਈਆਂ ਦੇ ਸਾਹਮਣੇ ਬੁਰੇ ਬਣਨਾ ਪਵੇ, ਤੁਸੀਂ ਬੁਰੇ ਬਣਨ ਲਈ ਤਿਆਰ ਹੋ ਜਾਂਦੇ ਹੋ। ਕੁਝ ਅਜਿਹੇ ਕੰਮ ਦੇਖੋ ਆਪਾਂ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਕਰਦੇ ਆ। ਇੱਕ ਭੁੱਖੀ ਜਿਹੜੀ ਨਾ, ਉਹ ਬੜੇ ਕੰਮ ਕਰਾ ਦਿੰਦੀ ਹੈ ਹਨਾ। ਭੁੱਖੇ ਹੋਵੇ ਨਾ ਤੁਸੀਂ, ਭੁੱਖ ਲੱਗੀ ਹੋਵੇ ਤੇ ਭੈਣ ਨੇ ਘਰੇ ਰੋਟੀ ਨਾ ਬਣਾਈ ਹੋਵੇ ਤੇ ਆਪ ਫਿਰ ਭਾਂਡੇ ਇੱਕ ਦੂਜੇ ਦੇ ਉੱਤੇ ਵੱਜਦੇ ਹਨਾ, ਕਿੰਨਾ ਕੰਮ ਖਰਾਬ ਹੋ ਜਾਂਦਾ ਭੁੱਖ ਦੇ ਕਰਕੇ। ਤੇ ਦੇਖੋ ਜਿਹੜੀ ਅਸਲੀ ਭੁੱਖ ਆ, ਉਹਦੇ ਲਈ ਕੀ ਕਰ ਰਹੇ ਭਾਈ? ਇੱਥੇ ਪੁਕਾਰ ਪੁਕਾਰ ਕੇ ਰਹਿ ਜਾਂਦੇ, ਕੋਈ ਭਾਈ ਗਵਾਹੀ ਦੇਵੋ, ਕੋਈ ਭੈਣ ਗਵਾਹੀ ਦੇਵੋ ਹਨਾ। ਉਹ ਕੁਛ ਅੰਦਰ ਰੱਖੋ ਆਪਣੇ ਭੈਣ ਭਰਾਓ, ਤਾਂ ਹੀ ਗਵਾਹੀ ਦੇ ਸਕਦੇ ਆ। ਕੁਛ ਉਹਦੇ ਲਈ ਮਿਹਨਤ ਕਰੋ। ਹਾਲੇਲੂਇਆ, ਹਾਲੇਲੂਇਆ। ਔਰ ਮੈਂ ਇਸ ਦੇ ਬਹੁਤ ਬਰਕਤ ਪਾਈ ਹੈ। ਜਦੋਂ ਪ੍ਰਭੂ ਦਾ ਕੋਈ ਸੱਚਾ ਗਵਾਹ ਹੈ, ਉਹ ਅੜਿਆ ਰਹਿੰਦਾ ਹੈ, ਖੜਾ ਰਹਿੰਦਾ ਹੈ, ਔਰ ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿ ਲੋਕ ਉਹਦੇ ਬਾਰੇ ਕੀ ਕੁਛ ਕਹਿੰਦੇ ਆ, ਲੋਕ ਉਹਨੂੰ ਕਿੱਦਾਂ ਦਾ ਸਮਝਦੇ ਆ, ਉਹਦੇ ਵਾਲ ਸਹੀ ਵਗੇ ਨੇ ਕਿ ਨਹੀਂ ਵਗੇ, ਉਹਨੇ ਕੱਪੜੇ ਕਿੱਦਾਂ ਦੇ ਪਾਏ ਆ, ਉਹਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਪ੍ਰਭੂ ਦਾ ਗਵਾਹ ਆ। ਹਾਲੇਲੂਇਆ। ਔਰ ਉਹ ਸਦਾ ਆਪਣੇ ਜੀਵਨ ਤੋਂ ਗਵਾਹੀ ਨੂੰ ਪ੍ਰਗਟ ਕਰਦਾ ਹੈ। ਔਰ ਉਹ ਕਦੇ ਕਈਆਂ ਸਰਟੀਫਿਕੇਟਾਂ ਦਾ ਮੁਤਾਜ ਨਹੀਂ ਹੈ ਕਿ ਉਹਨੂੰ ਜੇਕਰ ਜਦ ਤੱਕ PhD ਦੀ ਡਿਗਰੀ ਜਾਂ LLB ਦੀ ਡਿਗਰੀ ਨਾ ਮਿਲੇ, ਤਦ ਤੱਕ ਕਲੀਸਿਆ ਦੇ ਵਿੱਚ ਕੁਝ ਬੋਲ ਹੀ ਨਹੀਂ ਸਕਦਾ। ਹਾਲੇਲੂਇਆ, ਹਾਲੇਲੂਇਆ। ਕਦੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। ਔਰ ਭੈਣੋ ਭਰਾਓ, ਜਿਹੜੇ ਇਹਨਾਂ ਚੀਜ਼ਾਂ ਦੇ ਮੁਤਾਜ ਹੁੰਦੇ ਆ, ਉਹ ਬੰਦਿਆਂ ਦੇ ਦੁਆਰਾ ਖੜੇ ਕੀਤੇ ਜਾਂਦੇ, ਔਰ ਬੰਦਿਆਂ ਦੇ ਹੱਕ 'ਚ ਬੋਲਦੇ ਆ। ਉਹ ਕਦੇ ਪ੍ਰਭੂ ਦੇ ਹੱਕ 'ਚ ਨਹੀਂ ਬੋਲ ਸਕਦੇ। ਕਿੰਨਾਂ ਨੂੰ ਗੱਲ ਸਮਝ ਆ ਰਹੀ ਹੈ? ਉਹ ਬੰਦਿਆਂ ਦੇ ਹੱਕ 'ਚ ਰਹਿਣਗੇ। ਆਓ ਥੋੜਾ ਕੰਮ ਪ੍ਰਭੂ ਦੇ ਹੱਕ 'ਚ ਕਰਦੇ ਹਾਂ। ਆਓ ਥੋੜਾ ਕੰਮ ਪ੍ਰਭੂ ਦੇ ਲਈ ਕਰਦੇ ਹਾਂ, ਕਿਉਂਕਿ ਸਾਡੇ ਯੁੱਗ ਦੇ ਨਬੀ ਨੇ ਕਿਹਾ ਕਿ ਮੈਂ ਫਿਰ ਤੋਂ ਦੂਸਰੀ ਵਾਰ ਸਵਾਰੀ ਕੱਸਾਂਗਾ। ਦੁਬਾਰਾ ਸਵਾਰੀ ਕੱਸੇ ਜਾਣ ਦਾ ਮਤਲਬ ਆ, ਕਹਿੰਦਾ ਮੈਂ ਜਦੋਂ ਇਸ ਪੋਥੀ ਨੂੰ ਖਾ ਲਿਆ
ਤੇ ਮੇਰੇ ਮੂੰਹ ਨੂੰ ਤੇ ਸ਼ਾਇਦ ਮਿੱਠੀ ਲੱਗੀ ਪਰ ਮੇਰੇ ਢਿੱਡ ਕੋੜਾ ਹੋ ਗਿਆ ਜੀ ਹਾਲੇਲੂਇਆ ਹਾਲੇਲੂਇਆ। ਅੱਜ ਵੀ ਇਹ ਕਈਆਂ ਦੇ ਢਿੱਡ ਨੂੰ ਕੋੜਿਆ ਕਰ ਰਹੀ ਆ ਔਰ ਕਹਿੰਦਾ ਫਿਰ ਉਹਨੇ ਕਿਹਾ ਕਿ ਉਹਨੇ ਤੈਨੂੰ ਦੂਰੀ ਵਾਰ ਬਹੁਤੀਆਂ ਕੌਮਾਂ ਭਾਖਿਆ ਊਤਾਂ ਦੇ ਤੇ ਅੰਗਵਾਹ ਕਰਨਾ ਪਵੇਗਾ ਆਮੀਨ ਦੁਬਾਰਾ ਸਵਾਰੀ ਕੱਸੇ ਜਾਣ ਦਾ ਮਤਲਬ ਆ ਕੋਈ ਕੰਮ ਹੈ ਜਿਹੜਾ ਅੰਤ ਸਮੇਂ ਦੇ ਵਿੱਚ ਕਈਆਂ ਗੁਆਵਾਂ ਨੇ ਕਰਨਾ ਹੈ ਕੋਈ ਕੰਮ ਹੈ ਜਿਹੜਾ ਦੁਲਹਨ ਨੇ ਕਰਨਾ ਹੈ ਕੋਈ ਕੰਮ ਹੈ ਜਿਹੜਾ ਅਸੀਂ ਕਰਨਾ ਹੈ ਸਾਡੇ ਲਈ ਕਰਨ ਦੇ ਲਈ ਕੋਈ ਕੰਮ ਹੈ ਔਰ ਕੰਮ ਆਹੀ ਆ ਕਿ ਜਦੋਂ ਅਸੀਂ ਉਹਨੂੰ ਸੱਚਾ ਸਾਬਤ ਕਰਦੇ ਹਾਂ ਜਦੋਂ ਅਸੀਂ ਸੱਚ ਦਾ ਸਾਥ ਦਿੰਦੇ ਹਾਂ ਹਾਲੇਲੂਇਆ ਜਦੋਂ ਅਸੀਂ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਆ ਜੋ ਪ੍ਰਭੂ ਦੀ ਮਹਿਮਾ ਵਡਿਆਈ ਦੇ ਲਈ ਹੈ ਆਮੀਨ ਜੋ ਅਸਲੀ ਵਚਨ ਦੀ ਮਹਿਮਾ ਵਡਿਆਈ ਦੇ ਲਈ ਹੈ ਹਾਲੇਲੂਇਆ ਉਹਦੇ ਲਈ ਸਾਨੂੰ ਭਾਵੇਂ ਆਪਣੇ ਕੰਮ ਛੱਡਣੇ ਪੈਣ ਆਪਣੇ ਪਰਿਵਾਰ ਤਿਆਗਣੇ ਪੈਣ ਕੁਝ ਵੀ ਕਰਨਾ ਪਵੇ ਇਸੇ ਲਈ ਤਾਂ ਉਹ ਪਤਰਸ ਔਰ ਸਭ ਰਸੂਲ ਪ੍ਰਭੂ ਦੇ ਕੋਲ ਆਏ ਕਹਿੰਦੇ ਜੇ ਅਸੀਂ ਤੇਰੇ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਲਏ ਆ ਤੇ ਸਾਨੂੰ ਮਿਲੂਗਾ ਕੀ ਸਾਨੂੰ ਲੱਭੂਗਾ ਕੀ ਹੈਨਾ ਜੀਵਨ ਭੈਣੋ ਤੇ ਭਰਾਓ ਕੁਝ ਜਿੱਤਣ ਦੇ ਲਈ ਕੁਝ ਛੱਡਣਾ ਪੈਣਾ ਹੈ ਕੁਝ ਤਿਆਗਣਾ ਪੈਣਾ ਹੈ ਆਪਣੀ ਸੋਚ ਮੈਂ ਇਹਨੂੰ ਜੈਮਸੀ ਦੀ ਨਹੀਂ ਕਰਨੀ ਮੈਂ ਇਹਨੂੰ ਐਦਾਂ ਨਹੀਂ ਬੁਲਾਉਣਾ ਮੈਂ ਐਦਾਂ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਸਭ ਚੀਜ਼ਾਂ ਠੀਕ ਨਹੀਂ ਸ਼ੈਤਾਨ ਤੋਂ ਕੁਝ ਪ੍ਰਾਣਾਂ ਨੂੰ ਜਿੱਤਣ ਦੇ ਲਈ ਤੁਹਾਨੂੰ ਕਈਆਂ ਚੀਜ਼ਾਂ ਨੂੰ ਤਿਆਗਣਾ ਪੈਣਾ ਹੈ ਆਪਣੀ ਗਿਆਨ ਨੂੰ ਤਿਆਗਣਾ ਪੈਣਾ ਹੈ ਆਪਣੇ ਖਾਨਦਾਨ ਦੀ ਉਸ ਸ਼ਾਨ ਨੂੰ ਤਿਆਗਣਾ ਪੈਣਾ ਹੈ ਕਿ ਲੈ ਤੂੰ ਹੁਣ ਏਦਾਂ ਦੇ ਕੰਮ ਕਰਨ ਲੱਗ ਪਿਆ ਹੈ ਤੂੰ ਹੁਣ ਮੇਕਅਪ ਹੀ ਛੱਡਦੀ ਜਾਂਦੀ ਆ ਹਨਾ ਸਭ ਚੀਜ਼ਾਂ ਤਿਆਗਣੀਆਂ ਪੈਣੀਆਂ ਹੈ ਜੀ ਫਿਰ ਤੁਸੀਂ ਸੱਚ ਦੇ ਲਈ ਖੜੇ ਹੋ ਸਕਦੇ ਹੋ ਮੰਨ ਲਓ ਤੁਸੀਂ ਉਹਦਾ ਹੋਣਾ ਚਾਹੋ ਵੀ ਸੱਚ ਦੇ ਲਈ ਖੜੇ ਹੋ ਨਹੀਂ ਸਕਦੇ ਕਿਵੇਂ ਭਲਾ ਕਿਵੇਂ ਨਹੀਂ ਹੋ ਸਕਦੇ ਕਿਸੇ ਨੇ ਵੀ ਆ ਕੇ ਤੁਹਾਡੇ ਉਸ ਜ਼ਖਮ ਨੂੰ ਕਰੀਲ ਦੇਣਾ ਹੈ ਜਿਹਦੇ ਉੱਤੇ ਤੁਸੀਂ ਦਵਾਈ ਲਾਈ ਨਹੀਂ ਉਹਨੇ ਕਹਿਣਾ ਤੇਰੇ ਤਾਂ ਆਪਦੇ ਬੱਚੇ ਤੇਰੇ ਕਹਿਣ ਚ ਨਹੀਂ ਤੇ ਇਹਨਾਂ ਨੂੰ ਕਿਉਂ ਸਮਝਾਉਣ ਆ ਗਿਆ ਹਨਾ ਤੂੰ ਪਹਿਲਾਂ ਆਪਦੇ ਹੀ ਕਰ ਲਿਆ ਤੂੰ ਆਪ ਪਹਿਲਾਂ ਏਦਾਂ ਕੀਤਾ ਔਰ ਉਹ ਨਹੀਂ ਕਹਿੰਦੇ ਹੁੰਦੇ ਉਹਨਾਂ ਦੇ ਪਿੱਛੇ ਇੱਕ ਆਤਮਾ ਹੈ ਜਿਹੜਾ ਉਹਨਾਂ ਗੱਲਾਂ ਦੇ ਬਾਰੇ ਉਹਨਾਂ ਦਾ ਧਿਆਨ ਕਰਦਾ ਹੈ ਕਿੰਨਾ ਗੱਲ ਸਮਝ ਆਈ ਆਮੀਨ ਔਰ ਜਿਹਦੇ ਪਰਿਵਾਰ ਚ ਆਪ ਮੇਕਅਪ ਹੈ ਤੂੰ ਕਿਸੇ ਨੂੰ ਕੀ ਕਹੇਗਾ ਵੀ ਮੇਕਅਪ ਕਰ ਲੈ ਹਨਾ ਜਿਹਦੇ ਆਪ ਨਹੀਂ ਕੰਮ ਸੈਟਿੰਗ ਚ ਤੂੰ ਕਿਸੇ ਨੂੰ ਸੱਚ ਦਾ ਪ੍ਰਚਾਰ ਕਰ ਨਹੀਂ ਸਕਦਾ ਆਪ ਪਹਿਲਾਂ ਕੋਈ ਗੱਲਾਂ ਦਾ ਸੁਧਾਰ ਕਰਨਾ ਪੈਂਦਾ ਹੈ ਤਾਂ ਆਇਆ ਸੀ ਵਚਨ ਦੀ ਦੁਆ ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ ਆਓ ਸਭ ਸਿਰਾਂ ਦੀ ਅੱਖਾਂ ਬੰਦ ਕਰੀਏ ਆਮੀਨ ਹਾਲੇਲੂਇਆ ਔਰ ਭਾਈ ਬ੍ਰੈਨਨ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਇਸੇ ਲਈ ਕਿਹਾ ਕਿ ਤਦ ਤੱਕ ਤੁਸੀਂ ਯਰੂਸ਼ਲਮ ਚ ਰਹੋ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾ ਲਓ ਔਰ ਜਦ ਤੱਕ ਤੁਹਾਨੂੰ ਸ਼ਕਤੀ ਨਹੀਂ ਮਿਲ ਜਾਂਦੀ ਤਦ ਤੱਕ ਤੁਸੀਂ ਮੇਰੇ ਗਵਾਹ ਨਹੀਂ ਹੋ ਸਕਦੇ ਅੱਜ ਵੀ ਅਸੀਂ ਅਗਰ ਗਵਾਹ ਹੋਣਾ ਚਾਹੁੰਦੇ ਹਾਂ ਔਰ ਜ਼ਰੂਰੀ ਗੱਲ ਹੈ ਕਿ ਸਾਡੇ ਕੋਲ ਪਵਿੱਤਰ ਆਤਮਾ ਹੋਣਾ ਚਾਹੀਦਾ ਸਾਡੇ ਕੋਲ ਪਰੇਸ਼ਾਨੀਆਂ ਦੇ ਨਾਲ ਲੜਨ ਦੇ ਲਈ ਕੁਝ ਹੋਣਾ ਚਾਹੀਦਾ ਹੈ ਸਾਡੇ ਕੋਲ ਮੌਸਮਾਂ ਦੇ ਨਾਲ ਲੜਨ ਦੇ ਲਈ ਕੁਝ ਹੋਣਾ ਚਾਹੀਦਾ ਹੈ ਸਾਡੇ ਕੋਲ ਗਰੀਬੀ ਦੇ ਨਾਲ ਲੜਨ ਦੇ ਲਈ ਕੁਝ ਹੋਣਾ ਚਾਹੀਦਾ ਹੈ ਸਾਡੇ ਕੋਲ ਭੁੱਖ ਦੇ ਨਾਲ ਲੜਨ ਦੇ ਲਈ ਕੁਝ ਹੋਣਾ ਚਾਹੀਦਾ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਜਿੱਤ ਪ੍ਰਾਪਤ ਕਰਨ ਦੇ ਲਈ ਸਾਨੂੰ ਪਵਿੱਤਰ ਆਤਮਾ ਹੋਣਾ ਚਾਹੀਦਾ ਹੈ ਸਾਡੇ ਕੋਲ ਵਧੀਆ ਸਮਝ ਹੋਣੀ ਚਾਹੀਦੀ ਹੈ ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ सब प्रार्थना सब प्रभु के सामने प्रार्थना करते प्रभु ਅਸੀਂ ਤੇਰਾ ਗਵਾਹ ਹੋਣਾ ਚਾਹੁੰਦੇ ਹਾਂ ਕਿਉਂਕਿ ਅੱਜ ਵੀ ਸ਼ੈਤਾਨ ਨੇ ਕੁਝ ਚੀਜ਼ਾਂ ਆ ਜਿਹੜੀਆਂ ਸਾਡੇ ਤੋਂ ਖੋਹ ਕੇ ਲੈ ਗਿਆ ਹੈ ਮੇਰੀ ਪਤਨੀ ਮੇਰਾ ਕਹਿਣਾ ਨਹੀਂ ਮੰਨਦੀ ਮੇਰੇ ਬੱਚੇ ਮੇਰੇ ਕਹਿਣੇ ਤੋਂ ਬਾਹਰ ਆ ਜਾਂ ਮੇਰਾ ਪਤੀ ਮੇਰੇ ਕਹਿਣੇ ਤੋਂ ਬਾਹਰ ਆ ਪ੍ਰਭੂ ਮੈਂ ਤੇਰਾ ਗਵਾਹ ਹੋਣਾ ਚਾਹੁੰਦੀ ਹਾਂ ਮੈਂ ਤੇਰਾ ਗਵਾਹ ਹੋਣਾ ਚਾਹੁੰਦੀ ਹਾਂ ਮੈਂ ਤੇਰਾ ਗਵਾਹ ਹੋਣਾ ਚਾਹੁੰਦਾ ਹਾਂ प्रभु जिस भी चीज की मैं लोड़ है तू मेरे अभी दे दे प्रभु अभी वो चीजें मेरे लिए मुहैया करवा दे प्रभु ताकि प्रभु मैं तेरा गवाह सदावा मैं तेरे लिए कोई काम कर सका मैं कई अपने खास करीबी भैन भरावां नूं प्रभु उस शैतान के हाथों च वापस लिया सका मेरे को जरूरी खुराक होनी चाहिए मेरे को कुछ होना चाहिए है मैनू अज ही वो चीज़ां मुहैया करवा
ਬਾਤ ਹੀ ਇਸ ਜਗ੍ਹਾ ਤੋਂ ਲੈ ਕੇ ਜਾਣਾ ਚਾਹੁੰਦੀ ਹਾਂ ਜਾਂ ਜਾਣਾ ਚਾਹੁੰਦਾ ਹਾਂ ਤੂੰ ਮੈਨੂੰ ਬਖਸ਼ ਦੇ ਪ੍ਰਭੂ। ਜੋ ਜਿਸ ਵੀ ਚੀਜ਼ ਕੰਮ ਦੇ ਲਈ ਤੂੰ ਮੈਨੂੰ ਵਰਤਣਾ ਚਾਹੁੰਦਾ ਹੈ ਮੈਂ ਪੂਰੀ ਤਰ੍ਹਾਂ ਨਾਲ ਤੈਨੂੰ ਆਪਣੇ ਜੀਵਨ 'ਚ ਕੰਮ ਕਰਨ ਦੇ ਲਈ ਵੈਲਕਮ ਆਖਦੀ ਹਾਂ। ਮੈਂ ਵੈਲਕਮ ਆਖਦਾ ਹਾਂ ਪ੍ਰਭੂ, ਤੂੰ ਮੇਰੇ ਜੀਵਨ 'ਚ ਕੰਮ ਕਰ, ਤੂੰ ਮੈਨੂੰ ਆਪਣੇ ਲਈ ਇਸਤੇਮਾਲ ਕਰ। ਮੈਂ ਤੇਰੇ ਲਈ ਇਸਤੇਮਾਲ ਹੋਣਾ ਚਾਹੁੰਦਾ ਹਾਂ, ਮੈਂ ਤੇਰੇ ਲਈ ਵਰਤਿਆ ਜਾਣਾ ਚਾਹੁੰਦਾ ਹਾਂ। ਭਾਵੇਂ ਮੇਰੀ ਉਮਰ ਕੋਈ ਵੀ ਆ, ਭਾਵੇਂ ਮੇਰੇ ਕੋਲ ਅੱਛੀ ਸਮਝ ਨਹੀਂ ਆ, ਜਿੱਦਾਂ ਮੂਸਾ ਕਹਿੰਦਾ ਸੀਗਾ ਕਿ ਮੈਂ ਤਾਂ ਇੱਕ ਸਤਲੇ ਬੁੱਲਾ ਵਾਲਾ ਆ, ਮੈਂ ਸਹੀ ਤਰੀਕੇ ਨਾਲ ਪ੍ਰਚਾਰ ਨਹੀਂ ਕਰ ਸਕਦਾ, ਮੈਂ ਕਿੱਦਾਂ ਦੀਆਂ ਗੱਲਾਂ ਨੂੰ ਬੋਲ ਸਕਦਾ ਆ, ਪਰ ਪ੍ਰਭੂ ਸਭ ਕੁਝ ਮੁਹੱਈਆ ਕਰਦਾ ਹੈ। ਦੇਖੋ ਅਬਰਾਹਮ ਉਸ ਮੋਰੀਆ ਪਰਬਤ ਉੱਤੇ ਪ੍ਰਭੂ ਦੇ ਲਈ ਬਲੀ ਲੈ ਕੇ ਗਿਆ, ਪਰ ਪ੍ਰਭੂ ਨੇ ਲੀਲਾ ਜਗਤ ਆਪ ਮੁਹੱਈਆ ਕਰਵਾ ਦਿੱਤਾ। ਜਦੋਂ ਵੀ ਤੁਸੀਂ ਪ੍ਰਭੂ ਦੇ ਲਈ ਕੁਝ ਕਰਨਾ ਚਾਹੁੰਦੇ ਹੋ, ਫਿਰ ਪ੍ਰਭੂ ਤੁਹਾਡੀ ਹੈਲਪ ਕਰਦਾ ਹੈ, ਪ੍ਰਭੂ ਤੁਹਾਡੀ ਮਦਦ ਕਰਦਾ ਹੈ, ਕਿਉਂਕਿ ਉਹ ਮਦਦਗਾਰ ਹੈ। ਉਹਦਾ ਵਾਅਦਾ ਹੈ ਕਿ ਮੈਂ ਆਪਣੇ ਤਾਲਮਾਂ ਦਾ ਫਲ ਦਾਤਾ ਹਾਂ। ਜਦੋਂ ਇੱਕ ਮਸਕੀਨ ਨੇ ਪੁਕਾਰਿਆ, ਯਹੋਵਾ ਨੇ ਧਿਆਨ ਦੇ ਕੇ ਸੁਣਿਆ, ਉਹਦੇ ਸਾਰੇ ਦੁੱਖਾਂ ਤੋਂ ਮੁਸੀਬਤਾਂ ਤੋਂ ਉਹਨੂੰ ਆਜ਼ਾਦ ਕਰ ਦਿੱਤਾ। ਕਹਿੰਦਾ ਜੇ ਤੂੰ ਮੈਨੂੰ ਪੁਕਾਰੇ ਤਾਂ ਮੈਂ ਤੈਨੂੰ ਉੱਤਰ ਦੇ ਦਿਆਂਗਾ, ਤਾਂ ਦੇਖ ਮੇਰਾ ਹੱਥ ਛੋਟਾ ਨਹੀਂ ਜੋ ਤੈਨੂੰ ਬਚਾਵੇਗਾ। ਅਗਰ ਤੁਸੀਂ ਪ੍ਰਭੂ ਦੇ ਲਈ ਖੜੇ ਹੋਣਾ ਚਾਹੁੰਦੇ ਹੋ, ਪ੍ਰਭੂ ਦੇ ਲਈ ਕੋਈ ਕੰਮ ਕਰਨਾ ਚਾਹੁੰਦੇ ਹੋ, ਅੱਜ ਵੀ ਪ੍ਰਭੂ ਇਹ ਕਹਿ ਰਿਹਾ ਹੈ ਕਿ ਤਦ ਤੱਕ ਤੁਸੀਂ ਉੱਥੇ ਟਿਕੇ ਰਹੋ, ਤਦ ਤੱਕ ਕਿਸੇ ਨੂੰ ਗਵਾਹੀ ਨਹੀਂ ਦੇਣੀ, ਜਦ ਤੱਕ ਤੁਹਾਡੇ ਕੋਲ ਕੋਈ ਜ਼ਰੂਰੀ ਸਮੱਗਰੀ ਨਹੀਂ ਹੈ, ਜਦ ਤੱਕ ਤੁਹਾਨੂੰ ਪਵਿੱਤਰ ਆਤਮਾ ਪ੍ਰੇਰ ਨਹੀਂ ਰਿਹਾ। ਪਵਿੱਤਰ ਆਤਮਾ ਦੀ ਪ੍ਰੇਰਨਾ ਤੋਂ ਬਿਨਾਂ ਤੁਸੀਂ ਕੁਝ ਕਰ ਨਹੀਂ ਸਕਦੇ। ਕੁਝ ਕਰਨਾ ਹੈ ਤੁਹਾਨੂੰ ਪਵਿੱਤਰ ਆਤਮਾ ਦੀ ਪ੍ਰੇਰਨਾ ਦੇ ਮੁਤਾਬਕ ਚੱਲਣਾ ਪੈਣਾ ਹੈ। ਤੁਹਾਨੂੰ ਪ੍ਰਭੂ ਦੇ ਲਈ ਕੰਮ ਕਰਨ ਦੇ ਲਈ ਪ੍ਰਭੂ ਦੀ ਸਹਿਮਤੀ ਲੈਣੀ ਪੈਣੀ ਹੈ। ਆਓ ਅਸੀਂ ਕੋਰਸ ਗਾਉਂਦੇ ਹਾਂ, ਭਾਈ ਬੱਬੂ ਦੇ ਨਾਲ ਕੋਰਸ ਗਾਉਂਦੇ ਹਾਂ। ਤਸੱਲੀ ਦਾ ਚਸ਼ਮਾ ਯਹੋਵਾ ਹੀਰੇ, ਤਸੱਲੀ ਦਾ ਚਸ਼ਮਾ ਯਹੋਵਾ ਹੀਰੇ। ਮੈਂ ਜਦ ਵੀ ਪੁਕਾਰਾਂ, ਮੈਂ ਜਦ ਵੀ ਪੁਕਾਰਾਂ, ਸੁਣਦਾ ਮੇਰੀ ਤਸੱਲੀ ਦਾ ਚਸ਼ਮਾ ਯਹੋਵਾ